6 करोड़ रुपए का डाका बैंक लुट्टी जाती हैगी। क्यों लुट्टी गई सी ये बैंक और ये पैसे कित्थे गए, ਇਹਦੀ प्लैनिंग किने की? पैसा तो उत्थे बहुत ज़्यादा सीगा ते पैसा फिर उत्थे बोरियां च भरिया। बैंक शायद इन्ना खुलदा सी 8 बजे ते वो पहले ही चले गए ते जाके एक DSP बन के उन्होंने तलाशी लई कि चंडीगढ़ों आई है इंस्पैक्शन पार्टी। कैशियर ने मैनूं दस्सिया कहंदा भाई तुसीं की करदे हो, जिहड़ा सामने जिहड़ा वो लॉकर आ वो जिन्नी लुधियाने दी पाउंड ते डॉलर आ ਉਹਦੇ ਵਿੱਚ ਹੀ। लुधियाने ਦੇ ਕਿਸੇ ਉਸ ਬੈਂਕ 'ਚ ਦੁਬਾਰਾ ਗਏ ਹੋ? ਲੁਧਿਆਣੇ ਸ਼ਹਿਰ 'ਚ ਹੀ ਰਹਿੰਦੇ ਤੁਸੀਂ ਕਦੇ? नहीं मैं अंदर नहीं कदे गया, बाहर तो ਬੈਂਕ ਅੱਗੋਂ ਦੀ ਲੰਘਦੇ ਹੋ ਜਦੋਂ ਕਿਵੇਂ ਯਾਦ ਆਉਂਦਾ ਤੁਹਾਨੂੰ ਬੈਂਕ? हाँ मैं देखिया बाहरों, अंदर तो नहीं कदी गया। ਉਹ ਤੁਹਾਡੇ ਕੋਲ ਸੀਨ ਯਾਦ ਆ ਜਾਂਦਾ ਹੋ ਜਦੋਂ ਲੁੱਟ ਰਹੇ ਸੀ ਬੈਂਕ ਨੂੰ? हाँ आ ਜਾਂਦਾ। ਜਿੱਦਾਂ ਉਹਨਾਂ ਦਿਨਾਂ 'ਚ ਸਾਡਾ ਵੈਪਨਸ ਦੀ ਬਹੁਤ ਕਮੀ ਸੀ ਤੇ ਅਸੀਂ ਸਾਡਾ ਦਰੇ ਦੇ ਵਿੱਚ ਅਫਗਾਨਿਸਤਾਨ 'ਚ ਇੱਕ ਸੌਦਾ ਹੋਇਆ ਸੀ 2 ਕਰੋੜ ਦਾ। ਜਿਹੜੀਆਂ 147 ਆਈਆਂ ਮੂਵਮੈਂਟ 'ਚ 147 ਖਾਸ ਤੌਰ ਤੇ ਇਹ ਇਸ ਬੈਂਕ ਡਾਕੇ ਤੋਂ ਬਾਅਦ ਦਿੱਲੀ ਦੇ ਵੀ ਵੱਡੇ ਬਿਜ਼ਨਸਮੈਨ ਜਾਂ ਇੰਟਰਨੈਸ਼ਨਲ ਜਿਹੜੇ ਸਿੱਖ ਵੱਡੇ ਬਿਜ਼ਨਸਮੈਨ ਬੈਠੇ ਸੀ ਉਹ ਵੀ ਮਦਦ ਕਰਦੇ ਸੀ ਹਥਿਆਰਾਂ ਲਈ ਜਾਂ ਕਾਸੇ ਲਈ? ਸਭ ਲੋਕ ਮਦਦ ਕਰਦੇ ਸੀ, ਐਵਰੀਬਡੀ। ਇੱਥੋਂ ਤੱਕ ਕਿ ਚੀਫ ਮਿਨਿਸਟਰ ਰਹੇ ਵੀ ਇਹ ਸਾਰੇ ਮਦਦ ਕਰਦੇ ਸੀ। ਤਾਂ ਮੈਂ ਕਦੀ ਹਥਿਆਰ ਨਹੀਂ ਸੀ ਚਲਾਇਆ। ਮੈਂ ਜਿੰਨੇ ਐਕਸ਼ਨ ਕੀਤੇ ਆ, ਜਿਹੜਾ ਵੀ ਹਥਿਆਰ ਚਲਾਇਆ, ਕੀ ਰਿਵਾਲਵਰ, ਕੀ ਪਿਸਟਲ, ਕੀ ਸਟੈਂਡਗਨ, ਕੀ ਥੌਮਸਨ ਜਾਂ ਇੱਕ ਅਸੌਲਟ, ਮੈਂ ਫਸਟ ਟਾਈਮ ਪੈਂਚ ਚਲਾਈ ਹੈ ਉੱਥੇ। ਤੇ ਉਹ ਇਸ ਤਰੀਕੇ ਨਾਲ ਚੱਲੀ ਹੈ ਜਿੱਦਾਂ ਕੋਈ ਟ੍ਰੇਨਡ ਬੰਦੇ ਕਮਾਂਡੋ ਚਲਾ ਰਹੇ। KPS ਗਏ ਅਸੀਂ, ਬਹੁਤ ਟੈਂਪਟਸ ਲਿੱਤੀਆਂ ਉੱਤੇ, ਬਹੁਤ ਹੀ ਸੀਰੀਅਸ ਟੈਂਪਟਸ। ਬਿਲਕੁਲ ਉਸੇ ਥਾਂ ਤੇ ਉਸੇ ਤਰ੍ਹਾਂ ਵਾਈਟ ਬੈਸਟਰ ਲਾ ਕੇ 30 ਕਿਲੋ RDX ਲਾ ਕੇ। ਜਿਵੇਂ ਬੇਅੰਤ ਸਿੰਘ ਦਾ ਕਤਲ ਹੋਇਆ ਜਾਂ ਤੁਸੀਂ ਕਹਿੰਦੇ KPS ਗਿਲ ਤੇ ਸੈਕਟਰੀਟ ਤੇ ਅੰਦਰ ਗੱਡੀ ਖੜਾ ਕੇ RDX ਸੀ, ਫਿਰ ਇਸ ਤਰ੍ਹਾਂ 'ਚ ਕੋਈ ਮਤਲਬ ਅੰਦਰੋਂ ਵੀ ਮਦਦ ਕਰਦਾ ਸੈਕਟਰੀਟ ਚੋਂ, ਪੁਲਿਸ ਚੋਂ, ਗਵਰਨਮੈਂਟ ਚੋਂ ਵੀ ਮਦਦ? ਸਾਨੂੰ ਲੱਗਿਆ ਕਿ ਇਹਨੂੰ ਘੇਰ ਕੇ ਮਾਰਨਾ ਪਵੇਗਾ ਕਿ ਬੰਦੇ ਵੀ 10-12 ਚਾਹੀਦੇ ਆ ਤੇ ਗ੍ਰਨੇਡਸ ਵਗੈਰਾ ਹੋਰ ਜੋ ਕੁਝ ਬੈਸਟ ਹੋਵੇ ਅਸੀਂ ਉਸ ਤਰੀਕੇ ਨਾਲ ਪਲੈਨਿੰਗ ਕਰਕੇ ਫਿਰ ਉਹ ਚੀਜ਼ਾਂ ਜਟਾਉਣ 'ਚ ਲੱਗ ਗਏ। ਤੇ RDX ਵਗੈਰਾ ਕਿੱਥੋਂ ਆਉਂਦਾ ਸੀ ਫਿਰ ਉਹਦੇ ਲਈ? ਮਾਕਨ ਬੜਾ ਕਰੀਬ ਸੀਗਾ, ਜਿਹੜਾ ਵੱਡਾ ਬ੍ਰਦਰ ਸੀ ਸਾਡੇ ਜਥੇਲਿਓਂ, ਉਹਨੂੰ ਹਿੱਟ ਕੀਤਾ। ਅਰਜਨ ਦਾਸ ਦੇਖੋ ਕਿ ਉਹ ਦਿੱਲੀ ਦਾ ਸਭ ਤੋਂ ਵੱਡਾ ਗੈਂਗਸਟਰ ਸੀ, ਮਾਫੀਆ ਸੀ ਤੇ ਲੀਡਰ ਵੀ ਸੀ। ਸਭ ਤੋਂ ਜ਼ਿਆਦਾ ਉਹਨਾਂ ਨੇ ਬੰਦੇ ਮਾਰੇ ਸੀ। ਜਦੋਂ ਉਹਨੂੰ ਮਾਰਨ ਲੱਗੇ ਉਹ ਬੰਦੇ ਡਰ ਜਾਂਦੇ ਬਹੁਤ, ਹੋ ਜਾਣਗੇ ਘਬਰੇ ਸੀ। ਉਹਦੇ ਕੋਲ ਨਿਕਲਿਆ ਨਹੀਂ। ਸਾਰਿਆਂ ਨਾਲ ਲਿੰਕ ਸੀ, ਬੱਬਰਾਂ ਨਾਲ ਲਿੰਕ ਸੀਗੇ, ACF ਨਾਲ ਲਿੰਕ ਸੀ, ਫੈਡਰੇਸ਼ਨ ਨਾਲ ਲਿੰਕ ਸੀ, ਟਕਸਾਲ ਨਾਲ ਲਿੰਕ ਸੀ, ਪੰਥ, ਐਵਰੀਬਡੀ ਜਿਹੜਾ ਸੀ। ਤਾਂ ਕਤਲ ਹੋਣਾ ਬਹੁਤ ਲਾਜ਼ਮੀ ਸੀ। 2 ਸਾਲ ਪਾਕਿਸਤਾਨ ਰਹੇ ਹੋ, ਕਿਹੜਾ ਸਾਲ ਸੀ ਉਹ, ਕਿਹੜਾ ਸਮਾਂ ਸੀ? ਕਦੋਂ ਗਏ ਪਾਕਿਸਤਾਨ ਤੁਸੀਂ? ਨਵੰਬਰ 92 ਅਪ੍ਰੈਲ 92 ਪਾਕਿਸਤਾਨ ਚਲੇ ਗਏ। ਫਿਰ ਬਹੁਤੇ ਲੋਕ ਤਾਂ ਉੱਥੇ ਰਹਿ ਵੀ ਗਏ, ਤੁਸੀਂ ਵਾਪਸ ਕਿਉਂ? ਇਹ ਗੱਲ ਵੀ ਆਮ ਹੀ ਕਹੀ ਜਾਂਦੀ ਹੈ, ਜਿਵੇਂ ਤੁਸੀਂ ਕਿਹਾ ਤੁਸੀਂ ਤੇ ਬਹੁਤ ਐਕਸ਼ਨਾਂ 'ਚੋਂ ਪਤਾ ਨਹੀਂ ਕਿਵੇਂ ਬਚ ਗਏ। ਤੁਹਾਡੇ ਬਾਰੇ ਹੋਰ ਲੋਕ ਵੀ ਕਹਿੰਦੇ ਨੇ, ਪਰ ਕਹਿਣ ਵਾਲੇ ਤੁਹਾਨੂੰ ਇਹ ਵੀ ਕਹਿੰਦੇ ਆ ਕਿ ਬਿੱਟੂ ਕਿਵੇਂ ਬਚ ਗਿਆ, ਬਾਕੀ ਤਾਂ ਕੋਈ ਬਚਿਆ ਨਹੀਂਗਾ। 18-20 ਥਾਂ ਤੋਂ ਇਹੋ ਜਿਹੀਆਂ ਥਾਂ ਤੋਂ ਮੈਂ ਨਿਕਲਿਆ ਜਿੱਥੇ ਬਿਲਕੁਲ ਮੈਨੂੰ ਕੁਦਰਤੀ ਐਂ ਲੱਗਿਆ ਕਿ ਨਿਕਲ ਗਏ, ਉਹ ਉਡੀਕ ਰਹੇ ਸੀ ਹੈ। ਮੂਵਮੈਂਟ ਦੇ ਦੌਰਾਨ ਜਿਹੜੇ ਨਾਮ ਸੀ, ਮੇਜੋਰਾਜ ਸਿੰਘ ਤੂਫਾਨ, ਮਾਨੋ ਚਾਲ, ਹੋਰ ਇਹਨਾਂ ਸਾਰੇ ਲੋਕਾਂ ਨੂੰ ਤੁਸੀਂ ਮਿਲੇ ਹੋ? ਸੁਨੇਹੇ ਭੇਜਦੇ ਹੁੰਦੇ ਸੀ ਕਿ ਤੁਸੀਂ ਸਭ ਤੋਂ ਬਿਹਤਰ ਬੰਦੇ ਹੋ ਇੱਥੇ। ਪੋਲੀਟਿਕਸ ਦਾ, ਪੋਲੀਟੀਸ਼ੀਅਨਾਂ ਦਾ ਬਹੁਤ ਮਾੜਾ ਹਾਲ ਹੈ ਸਾਰਿਆਂ ਦਾ, ਤੁਸੀਂ ਅਸਲ ਬੰਦੇ ਹੋ, ਪੰਜਾਬ ਦੇ ਯੂਥ ਹੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਮਾਰੇ ਜਾਓ। ਤੁਸੀਂ ਇਲੈਕਸ਼ਨਾਂ 'ਚ ਆਓ, ਡੈਮੋਕ੍ਰੇਟਿਕ ਤਰੀਕੇ ਨਾਲ ਇਲੈਕਸ਼ਨਾਂ ਲੜੋ, ਪਾਵਰ 'ਚ ਆਓ ਤੇ ਜੋ ਕਰਨਾ ਚਾਹੁੰਦਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। 24 ਸਾਲ ਦੀ ਨਜ਼ਰਬੰਦੀ, 33 ਪੁਲਿਸ ਕੇਸ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ 84 'ਚ ਖਾੜਕੂ ਲਹਿਰ ਦਾ ਹਿੱਸਾ ਬਣਦਾ ਹੈ, 96 'ਚ ਗ੍ਰਿਫਤਾਰੀ ਹੁੰਦੀ ਹੈ।
ਇਸ ਨੌਜਵਾਨ ਦੇ ਹਿੱਸੇ ਲਹਿਰ ਦੇ ਸਭ ਤੋਂ ਵੱਡੇ ਸਿਆਸੀ ਕਤਲ ਆਉਂਦੇ ਨੇ, ਸਭ ਤੋਂ ਵੱਡੀਆਂ ਘਟਨਾਵਾਂ ਆਉਂਦੀਆਂ ਨੇ। ਲੁਧਿਆਣਾ 'ਚ 6 ਕਰੋੜ ਦੀ ਬੈਂਕ ਡਕੈਤੀ ਆਉਂਦੀ ਹੈ, ਉਹਦੇ 'ਚ ਵੀ ਨਾਂ ਆਉਂਦਾ ਹੈ। ਔਰ ਅਰਜਨ ਦਾਸ ਦਾ ਕਤਲ ਹੁੰਦਾ ਹੈ, ਮਾਕਣ ਦਾ ਕਤਲ ਹੁੰਦਾ ਹੈ। ਇਸ ਤੋਂ ਇਲਾਵਾ ਖਾੜਕੂ ਲਹਿਰ ਦੇ ਵੱਡੇ ਸਿਆਸੀ ਕਤਲ ਤੇ ਵੱਡੀਆਂ ਘਟਨਾਵਾਂ ਨੂੰ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦਾ ਗਰੁੱਪ ਹੀ ਅੰਜਾਮ ਦਿੰਦਾ ਹੈ। ਅੱਜ ਸਾਡੇ ਨਾਲ ਨੇ, ਅਸੀਂ ਉਹਨਾਂ ਕੋਲ ਆਏ ਹਾਂ ਕਿਉਂਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ। ਕਿਤਾਬ ਦਾ ਨਾਂ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਯੋਧੇ। ਇਹ ਕਿਤਾਬ ਲਿਖੀ ਔਰ ਇਹ ਕਿਤਾਬ ਦੇ ਅੰਦਰ ਵੀ ਬੜੀ ਅਹਿਮ ਗੱਲ ਇਹ ਹੈਗੀ ਕਿ ਉਹਨਾਂ ਨੇ ਆਪਣੇ ਆਪ ਨੂੰ ਵੀ ਇਸ ਚੋਂ ਬਾਹਰ ਰੱਖਿਆ। ਉਹਨਾਂ ਨੇ ਇਸ ਕਿਤਾਬ 'ਚ ਵੱਡੇ ਨਾਵਾਂ ਨੂੰ ਵੀ ਬਾਹਰ ਰੱਖਿਆ, ਜਿਹੜੇ ਅਣਗੌਲੇ ਤੇ ਉਹ ਲੋਕ ਜਿਹੜੇ ਕਦੇ ਯਾਦ ਹੀ ਨਹੀਂ ਕੀਤੇ ਜਾਂਦੇ, ਉਹਨਾਂ ਦੀ ਚਰਚਾ ਕੀਤੀ ਹੈ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਉਹ ਸੀ, ਕਿਸ ਤਰ੍ਹਾਂ ਦੀ ਜ਼ਿੰਦਗੀ ਇਹ ਆ, ਔਰ ਜਦੋਂ ਉਹਨਾਂ ਨੇ ਸਾਰਾ ਕੁਝ ਸੋਚਿਆ ਸੀ ਤੇ ਜਦੋਂ ਅੱਜ ਉਹ ਬੈਠੇ ਨੇ, ਸਾਰੀਆਂ ਘਟਨਾਵਾਂ ਨੂੰ, ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਨੇ। ਭਾਈ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਨਾ ਚਾਹੁੰਦਾ, ਕਿਤਾਬ ਤੇ ਵੀ ਗੱਲ ਕਰਾਂਗੇ। ਕਿਹੜਾ ਉਹ ਦਿਨ ਸੀਗਾ ਜਦੋਂ ਤੁਹਾਨੂੰ ਐ ਲੱਗਿਆ ਕਿ ਤੁਹਾਨੂੰ ਖਾੜਕੂ ਲਹਿਰ ਦਾ ਹਿੱਸਾ ਬਣਨਾ ਚਾਹੀਦਾ, ਜਾਂ ਤੁਸੀਂ ਘਰੋਂ ਨਿਕਲੇ, PAU 'ਚ ਤੁਸੀਂ ਪੜ੍ਹ ਰਹੇ ਸੀਗੇ? ਹਾਂ, ਮੈਂ ਵੈਟਰਨਰੀ ਕਾਲਜ ਫਾਈਨਲ ਈਅਰ 'ਚ ਸੀਗਾ। ਉਸ ਤਰ੍ਹਾਂ ਮੈਂ ਕੋਈ ਜਦੋਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਨ ਤੇ ਆਏ ਪੰਥਕ ਤੇ, ਉਦੋਂ ਤੋਂ ਹੀ ਮੇਰੇ 'ਚ ਕੋਈ ਫਰਕ ਪੈਣਾ ਸ਼ੁਰੂ ਹੋ ਗਿਆ ਸੀ। ਤੇ ਮੈਨੂੰ ਐਂ ਲੱਗਣ ਲੱਗ ਪਿਆ ਸੀ ਕਿ ਜਿੱਦਾਂ ਕੋਈ ਸੱਦ ਆਉਂਦੀ ਹੁੰਦੀ ਕਿ ਜਿਹੜਾ ਇਹ ਸ਼ਖਸੀਅਤ ਹੈ, ਇਹ ਕੋਈ ਨਾਰਮਲ ਨਹੀਂ ਗਾ, ਤੇ ਅੱਗੇ ਰਾਹ ਹੋਰ ਖੁੱਲ੍ਹਣੇ। ਤੇ ਹੌਲੀ ਹੌਲੀ ਫਿਰ ਉਸ ਤਰੀਕੇ ਨਾਲ ਮੈਂ ਕੇਸ ਵੀ ਰੱਖ ਲਏ, ਅੰਮ੍ਰਿਤ ਵੀ ਛਕ ਲਿਆ। ਤੇ ਮੈਨੂੰ ਤਕਰੀਬਨ ਅਚੇਤ ਜਿਹੇ ਤਰੀਕੇ ਤੇ ਇਹ ਲੱਗਦਾ ਸੀ ਕਿ ਸਾਡਾ ਰਾਹ ਜੋ ਅਸੀਂ ਡਿਗਰੀਆਂ ਕਰ ਰਹੇ ਹਾਂ ਇਹ ਹੋਣੀਆਂ ਨਹੀਂ ਆ, ਕੋਈ ਰਾਹ ਹੋ ਰਿਹਾ, ਪਰ ਸਪਸ਼ਟ ਨਹੀਂ ਸੀ। ਜਦੋਂ ਜੂਨ 84 ਹੋਇਆ, ਦਰਬਾਰ ਸਾਹਿਬ ਤੇ ਹਮਲਾ ਕੀਤਾ ਬਿਪਰਵਾਦੀ ਸਰਕਾਰ ਨੇ, ਤੇ ਉਸ ਵਕਤ ਜਦੋਂ 6 ਜੂਨ ਨੂੰ ਸਵੇਰੇ, ਉਹਨਾਂ ਦਿਨਾਂ 'ਚ BBC ਨੂੰ ਹੀ ਜ਼ਿਆਦਾ ਸੁਣਦੇ ਹੁੰਦੇ ਸੀ, ਕ੍ਰੈਡੀਬਲ ਮੰਨ ਕੇ। ਤੇ ਅਸੀਂ ਸਾਰੇ ਲੋਕ, ਤਕਰੀਬਨ ਸਾਰਾ ਪੰਥ, ਸਾਰੇ ਲੋਕ ਹੀ ਉਹ ਸੁਣ ਰਹੇ ਸੀ ਨਾ, ਜਦੋਂ ਇਹ ਗੱਲ ਆਈ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਿਆ ਤੇ ਉਹਨਾਂ ਦੀ ਬੋਡੀ ਮਿਲ ਗਈ ਹੈ। ਉਹ ਜਿਹੜੇ ਮੂਵਮੈਂਟਸ ਆ ਉਹ ਬਹੁਤ ਯੁੱਗ ਪਲਟਾਊ ਸੀਗੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਅਹਿਮੀਅਤ ਆ, ਸਿਰਫ ਮੇਰੇ ਲਈ ਨਹੀਂ, ਸਾਰਿਆਂ ਲਈ। ਉਸ ਵਕਤ ਸਾਰਾ ਪੰਥ, ਸਾਰੀ ਕੌਮ, ਜਿੱਥਾ ਵੀ ਕੋਈ ਨਾਨਕ ਲੇਵਾ ਸਿੱਖ ਆ, ਉਹ ਬਿਲਕੁਲ ਇੱਕ ਹੋ ਗਿਆ ਸੀ, ਰੂਹਾਨੀ ਤੌਰ ਤੇ ਇੱਕ ਲੈਵਲ ਤੇ ਆ ਗਿਆ ਸੀ। ਪੁਰਾਣੀਆਂ ਜਿੰਨੀਆਂ ਯਾਦਾਂ, ਹੈਰੀਟੇਜ, ਜੋ ਪਰੰਪਰਾਵਾਂ, ਜੋ ਗੁਰੂ ਦਾ ਸਾਰਾ ਕੁਛ ਸਾਹਮਣੇ ਆ ਗਿਆ ਸੀ ਇੱਕ ਥਾਂ ਤੇ। ਤੇ ਉਸ ਤੋਂ ਬਾਅਦ ਸਾਰਾ ਕੁਛ ਹੀ ਬਦਲ ਗਿਆ, ਯਾਨੀ ਕਿ ਉਹ ਇੱਕ ਇਹੋ ਜਿਹਾ ਪੁਆਇੰਟ ਹੈ ਜਿੱਥੋਂ ਸਾਰੀ ਹਿਸਟਰੀ ਬਾਅਦ ਦੀ ਬਦਲ ਜਾਣੀ ਸੀਗੀ। ਤੇ ਉਹਦੇ ਵਿੱਚ ਯਾਨੀ ਕਿ ਸਾਡੇ ਵਿੱਚ ਇਹ ਆਇਆ ਕਿ ਸਾਨੂੰ ਬਿਲਕੁਲ ਕਲੀਅਰ ਹੋ ਗਿਆ। ਮੈਂ ਤੇ ਮੇਰੇ ਹੋਰ ਦੋਸਤ ਦੋ ਸੀਗੇ, ਸੁਖਮਿੰਦਰ ਸਿੰਘ ਤੇ ਰਣਜੀਤ ਸਿੰਘ, ਅਸੀਂ ਮਿਲੇ ਉਸੇ ਦਿਨ। ਸਾਨੂੰ ਬਿਲਕੁਲ ਕਲੀਅਰ ਸੀ ਕਿ ਉਹ ਕੀ ਕਰਨਾ ਹੈ। ਸਾਨੂੰ ਪਤਾ ਹੈ ਕਿ ਸੰਤ ਸ਼ਹੀਦ ਹੋ ਗਏ ਤੇ ਸਾਡੇ ਮੋਢਿਆਂ ਤੇ, ਸਾਡੇ ਉੱਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਬਹੁਤ ਵੱਡਾ ਕਰਜ਼ ਹੈ ਕਿ ਅਸੀਂ ਇਹ ਜਿਹੜਾ ਸੰਘਰਸ਼ ਹੈ, ਆਮ ਸਟਰਗਲ ਹੈ, ਜੋ ਜੰਗ ਆ, ਇਹ ਦਿੱਲੀ ਤਖਤ ਵਿਰੁੱਧ, ਅਨਿਆਂ ਵਿਰੁੱਧ, ਹੈ ਨਾ, ਝੂਠ ਵਿਰੁੱਧ, ਇਹ ਅਸੀਂ ਜਾਰੀ ਰੱਖਣਾ ਆ। ਤੇ ਇਹਨਾਂ ਨੂੰ ਮਿਲਣਾ ਆ ਰੰਨ ਤੱਤੇ ਵਿੱਚ, ਹਿਸਾਬ ਕਿਤਾਬ ਲੈਣੇ ਆ। ਅਸੀਂ ਫਿਰ ਉਸ ਦਿਨ ਤੋਂ ਹੀ ਪਿਛਲੀ ਜ਼ਿੰਦਗੀ ਹੈ ਜਿਹੜੀ ਬਿਲਕੁਲ ਛੱਡ ਦਿੱਤੀ, ਸਾਨੂੰ ਬਿਲਕੁਲ ਉਹ ਗੌਨ, ਅਸੀਂ ਯਾਨੀ ਕਿ ਭੁਲਾਤੀ, ਤੇ ਅੱਗੇ ਦੀ ਤਿਆਰੀ ਸ਼ੁਰੂ ਹੋ ਗਈ ਕਿ ਉਹ ਸੀਗਾ ਜੰਗ ਤੇ ਸ਼ਹਾਦਤ, ਪੰਥ ਦੀ ਸੱਦ। ਤੇ ਉਸ ਵਕਤ ਇਹ ਜਿਹੇ ਮਾਹੌਲ ਸੀ ਕਿ ਸਾਰਾ ਪੰਥ, ਸਾਰੇ ਕੌਮ ਹੀ ਉਹ ਇੱਕ ਸੀ ਤੇ ਸਾਰਿਆਂ ਦੀ ਅਰਦਾਸ ਵੀ ਇਹੀ ਸੀ। ਉਹ ਜਿਹੜੀ ਅਰਦਾਸ ਹੋਈ ਆ, ਉਹ ਬਹੁਤ ਚਿਰਾਂ ਬਾਅਦ ਸਿੱਖਾਂ ਨੇ ਇਸ ਤਰ੍ਹਾਂ ਅਰਦਾਸ ਕੀਤੀ ਸੀ। ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੋਇਆ ਤੇ ਉਹਨਾਂ ਸਮੇਂ ਦਾ ਸਭ ਤੋਂ ਵੱਡੇ ਸਿੱਖ ਨੇ ਸ਼ਹਾਦਤ ਦਿੱਤੀ। ਉਹ ਅਰਦਾਸ 'ਚੋਂ ਅਸੀਂ ਪੈਦਾ ਹੋਏ, ਸਾਡੇ ਵਰਗੇ ਹੋਰ ਬਹੁਤ ਨੌਜਵਾਨ, ਤੇ ਅਸੀਂ ਆ ਗਏ ਰੰਨ ਤੱਤੇ 'ਚ। ਉਸ ਤੋਂ ਬਾਅਦ ਫਿਰ ਅਸੀਂ ਉਹ ਬੰਦੇ ਲੱਭਣੇ ਸ਼ੁਰੂ ਕੀਤੇ, ਸਾਰਾ ਕੁਛ ਸਮਾਨ, ਐਵਰੀਥਿੰਗ ਇਕੱਠਾ ਕੀਤਾ, ਜਿਹੜੇ ਪੁਰਾਣੇ ਬੰਦੇ ਸੀ, ਜਿਹੜੇ 84 'ਚ
ਸੰਤਾਂ ਜਿਹੜੇ ਨਾਲੋਂ ਬਚ ਸਿੰਘ ਕੇ ਆਏ। ਹਾਂ ਜਿਹੜੇ ਕੁਝ ਬੰਦੇ ਬਚ ਗਏ ਸੀ, ਸੰਤਾਂ ਨੇ ਪਹਿਲਾਂ ਬਾਹਰ ਕੱਢ ਦਿੱਤੇ ਸੀ, ਬੱਬਰਾਂ ਦੇ ਸਿੰਘ ਸੀ, ਕੁਝ ਬਾਹਰ ਸੀ, ਹੋਰ ਸੀ। ਅਸੀਂ ਤਕਰੀਬਨ 3 ਕੁ ਮਹੀਨਿਆਂ ਦੇ ਵਿੱਚ ਤਕਰੀਬਨ ਕਾਫੀ ਬੰਦਿਆਂ ਨੂੰ, ਜਿੱਦਾਂ ਬੱਬਰ ਖਾਲਸਾ ਦੇ ਲੋਕ ਸਿੰਘ, ਸੁਲੱਖਣ ਸਿੰਘ, ਮਾਸਟਰ ਸੁਖਵਿੰਦਰ ਸਿੰਘ ਹੋਣੀ, ਫੈਡਰੇਸ਼ਨ ਦੇ ਚਰਨਜੀਤ ਸਿੰਘ ਹੋਣੀ, ਬਲਵੀਰ ਸਿੰਘ ਹੋਣੀ, ਤੇ ਆਪਣੀਆਂ ਹੋਰ ਜਥੇਬੰਦੀਆਂ ਦੀ ਜਿੱਦਾਂ ਮਥੁਰਾ ਸਿੰਘ ਹੋਣੀ, ਮਨਵੀਰ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਇਹ ਸਾਰਿਆਂ ਨੂੰ ਅਸੀਂ ਕੰਟੈਕਟ ਕਰ ਲਿਆ ਸੀ। ਤੇ ਤਕਰੀਬਨ ਅਸੀਂ ਮੇਰੇ ਇੱਥੇ ਘਰ ਵਿੱਚ ਇਹਨਾਂ ਨੂੰ ਇਕੱਠੇ ਵੀ ਕਰ ਲਿਆ ਸੀ। ਅਸੀਂ ਠਹਿਰਾਂ, ਕਿਉਂਕਿ ਸਾਡੇ ਕੋਲ ਬਹੁਤ ਸੀਗੇ ਲੌਜਿਸਟਿਕਸ, ਤੇ ਸਾਡੀ ਸੈਸ ਬਹੁਤ ਸੀ ਲੋਕਾਂ 'ਚ, ਸਾਡੇ ਕੋਲ ਠਹਿਰਾਂ ਦੀ ਕੋਈ ਕਮੀ ਨਹੀਂ ਸੀ। ਅਸੀਂ ਫਿਰ ਕੰਮ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਅਸੀਂ ਉਸ ਵਕਤ ਯੂਨਾਈਟਿਡ ਅਕਾਲੀ ਦਲ ਦਾ ਵੀ ਕੰਮ ਕੀਤਾ, ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ ਉਹਨਾਂ ਨਾਲ ਲੈ ਕੇ ਬਾਬਾ ਜੋਗਿੰਦਰ ਸਿੰਘ, ਉਹਨਾਂ ਨੂੰ ਸਾਰਿਆਂ ਨੂੰ ਮਿਲਣ ਦੇ, ਉਹਦੇ ਵਿੱਚ ਵੀ ਅਸੀਂ ਕਾਫੀ ਰੋਲ ਪਲੇ ਕੀਤਾ। ਫਿਰ ਅਸੀਂ ਕੌਨਸ਼ੀਅਸਲੀ ਉਸ ਤੋਂ ਪਿੱਛੇ ਹਟ ਗਏ, ਤੇ ਫਿਰ ਜਿਹੜੇ ਅੰਡਰਗਰਾਊਂਡ ਉਹ ਸ਼ੁਰੂ ਕੀਤਾ। ਉਹਦੇ ਵਿੱਚ ਫਿਰ ਅੱਗੇ ਤੋਂ ਅੱਗੇ ਬਹੁਤ ਕੁਛ ਹੁੰਦਾ ਰਿਹਾ। ਫਿਰ ਅਸੀਂ ਪਹਿਲਾਂ ਤਾਂ ਘਰੇ ਰਹਿ ਕੇ ਹੀ ਸੋਚਿਆ ਸੀ ਕਿ ਕਈ ਉਸ ਵਕਤ ਵੀ ਕਈ ਐਕਸ਼ਨ ਕੀਤੇ, ਕਰਵਾਏ, ਜਿੱਦਾਂ ਨਹਿਰ ਟੁੱਟੀ ਸੀਗੀ SYL, ਫਿਰ ਜਥੇਦਾਰ ਅਕਾਲ ਤਖਤ 'ਤੇ ਅਟੈਕ ਹੋਇਆ ਸੀ, ਉਦੋਂ ਲੋਕਾਂ ਦੀ ਮੰਗ ਸੀ ਕਿ ਉਹ ਇਹਨੂੰ ਕਿਹਾ ਸੀ ਤੋਸ਼ਾਖਾਨਾ ਠੀਕ ਠਾਕ, ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਹੋਰ ਕਈ ਤਰ੍ਹਾਂ ਦੀ ਅਸੀਂ ਲਾਮਬੰਦੀ ਤੇ ਜਥੇਬੰਦੀ ਕੀਤੀ। ਤੇ ਫਿਰ ਇੱਥੇ ਆਇਆ ਸੀ ਸਾਡੇ ਡਿਸਟ੍ਰਿਕਟ ਦੇ ਵਿੱਚ ਬਦਲ ਕੇ SSP AP ਪਾਂਡੇ। ਇਹ ਉਸ ਵਕਤ ਬਹੁਤ ਬਦਨਾਮ ਬੰਦਾ ਸੀ। ਇਹਨੇ ਗੁਰਦਾਸਪੁਰ 'ਚ ਆਫਟਰ 84 ਬਹੁਤ ਸਿੰਘਾਂ ਦੇ ਫੜ ਕੇ ਐਨਕਾਊਂਟਰ ਕੀਤੇ ਸੀ, ਤੇ ਸੰਤਾਂ ਨੂੰ ਕਤਲ ਕਰਨ ਦੀ ਵੀ ਇਹਨੇ ਕੋਸ਼ਿਸ਼ ਕੀਤੀ ਸੀ। ਇੱਕ ਜਿਹੜਾ ਟਰੈਪ, ਉਹ ਜਿਹੜਾ ਮਾਨਾ ਵਾਲਾ ਗੋਲੀ ਕਾਂਡ ਆ, ਉਹਦੇ ਵਿੱਚ ਇਹਨੇ ਹੀ ਬੁਸ਼ ਕੀਤਾ ਸੀ। ਇਸ ਕਰਕੇ ਇਹਦੇ ਨਾਲ ਹਿਸਾਬ ਕਿਤਾਬ ਬਣਦਾ ਸੀ। ਫਿਰ ਜਦੋਂ ਇੱਥੇ ਆਇਆ, ਤੇ ਜਦੋਂ ਸੁਲੱਖਣ ਸਿੰਘ ਤੇ ਮਥੁਰਾ ਸਿੰਘ, ਉਹਨਾਂ ਨੇ ਕਿਹਾ ਕਿ ਅਟੈਕ ਕਰਨਾ ਚਾਹੀਦਾ, ਫਿਰ ਅਸੀਂ ਇੱਥੇ ਭਾਰਤ ਨਗਰ ਚੌਂਕ ਮਾਲ ਰੋਡ 'ਤੇ ਇਹਨੂੰ ਇਹਨੂੰ ਘੇਰਿਆ। ਉਹ ਕੁਦਰਤੀ ਇਹ ਬਚ ਗਿਆ, ਪਰ ਫਾਇਰਿੰਗ ਅਸੀਂ ਨਹੀਂ ਕੀਤੀ, ਕਿਉਂਕਿ ਪੁਲਿਸ ਵਾਲੇ ਮਰਦੇ ਸੀ, ਉਹਨਾਂ ਨੂੰ ਮਾਰ ਕੇ ਕੀ ਲੈਣਾ ਸੀ। ਇਹ ਨਿਕਲ ਗਿਆ, ਤੇ ਇਹਦੀ ਗੱਡੀ ਦਾ ਪਹੀਆ ਟੁੱਟ ਗਿਆ, ਸਾਨੂੰ ਪਤਾ ਨਹੀਂ ਲੱਗਿਆ, ਅੱਗੇ ਜਾ ਕੇ ਨਿਕਲ ਗਿਆ। ਉਹ ਹਾਈ ਸਿਕਿਉਰਿਟੀ ਏਰੀਆ। ਫਿਰ ਸਾਡੇ ਡਰਾਈਵਰ ਤੋਂ ਕੁਛ ਗਲਤੀ ਹੋ ਗਈ, ਫਿਰ ਸਾਨੂੰ ਇਹ ਵਿੱਚ ਹੀ ਛੱਡ ਕੇ ਜਾਣਾ ਪਿਆ, ਤੇ ਉਸ ਕੇਸ 'ਚ ਅਸੀਂ ਐਕਸਪੋਜ਼ ਹੋ ਗਏ। ਪਹਿਲੀ ਵਾਰ ਨਾਮਜ਼ਦ ਹੋਏ? ਹਾਂ, ਨਾਮਜ਼ਦ ਹੋ ਗਏ, ਪਰ ਉਹਦੇ ਲਈ ਅਸੀਂ ਤੁਹਾਡੀ ਆਇਡੈਂਟੀਟੀ ਪਹਿਲੀ ਵਾਰ AP ਪਾਂਡੇ SSP ਦੇ ਉੱਤੇ ਜਿਹੜਾ ਅਟੈਕ ਕੀਤਾ ਉਹ 'ਚ ਲੱਗੀ? ਉਹ 'ਚ ਆਈ, ਤੇ ਵੈਸੇ ਅਸੀਂ ਤਿਆਰ ਪਹਿਲਾਂ ਹੀ ਸੀ, ਸਾਨੂੰ ਪਤਾ ਸੀ ਕਿ ਇਹੀ ਰਾਹ ਆ, ਇੱਕ ਦਿਨ ਹੋਣਾ ਹੀ। ਪੂਰੀ ਤਿਆਰੀ ਸਾਡੀ ਪਹਿਲਾਂ ਹੀ ਸੀ। ਤੇ ਉਸ ਤੋਂ ਬਾਅਦ ਫਿਰ ਹਰਜਿੰਦਰ ਸਿੰਘ ਜਿੰਦਾ, KC ਸ਼ਰਮਾ, ਆਪਣੇ ਮਥੁਰਾ ਸਿੰਘ, ਸੁਖਦੇਵ ਸਿੰਘ, ਇਹ ਦਿੱਲੀ ਰਹਿੰਦੇ ਸੀਗੇ, ਇਹ ਪਾਕਿਸਤਾਨ ਤੋਂ ਵੀ ਹੋ ਕੇ ਆਏ ਸੀ। ਇਹਨਾਂ ਨੇ ਸਲਾਹ ਦਿੱਤੀ ਕਿ ਇੱਥੇ ਪੰਜਾਬ 'ਚ ਤਾਂ ਬਹੁਤ ਲੋਕੀ ਕਰ ਸਕਦੇ ਆ, ਕਿ ਆਪਾਂ ਨੂੰ ਦਿੱਲੀ ਵਾਲੇ ਬੰਦੇ ਜਿਨ੍ਹਾਂ ਨੇ ਸਿੱਖਾਂ ਨੂੰ ਸਮੂਹ ਰੋਤੂ ਉੱਤੇ ਕਤਲ ਕੀਤਾ ਆ, ਅੱਗਾਂ ਲਾਈਆਂ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਜਨਾਨੀਆਂ ਦੀਆਂ ਰੇਪ ਕਰਕੇ ਉਹਨਾਂ ਨੂੰ ਸਾੜਿਆ, ਆਪਾਂ ਨੂੰ ਇਹਨਾਂ ਦਾ ਹਿਸਾਬ ਕਿਤਾਬ ਲੈਣਾ ਚਾਹੀਦਾ ਹੈ। ਉਹ ਸਾਨੂੰ ਗੱਲ ਸਹੀ ਲੱਗੀ। ਸਭ ਤੋਂ ਪਹਿਲਾਂ ਫਿਰ ਅਸੀਂ ਦਿੱਲੀ ਵਿੱਚ ਇੱਕ ਸੀਗਾ ਮਾਕਨ, ਬੜਾ ਕਰੀਬ ਸੀਗਾ, ਜਿਹੜਾ ਵੱਡਾ ਬ੍ਰਦਰ ਸੀ, ਉਹ ਉਸ ਵਕਤ ਉੱਪਰਲੇ ਜਿਹੜੀ ਇਹਨਾਂ ਦੀ ਡਿਸੀਜਨ ਮੇਕਿੰਗ 'ਚ 4-5 ਬੰਦਿਆਂ 'ਚ ਸੀਗਾ। ਉਹਨੇ ਉੱਥੇ ਆਰਗੇਨਾਈਜ਼ ਕੀਤੇ ਸੀ ਬਹੁਤ ਸਾਰੇ ਕਤਲੇਆਮ। ਫਿਰ ਅਸੀਂ ਉਹਦਾ ਸਾਰਾ ਕੁਛ ਦੇਖਿਆ, ਜਿਹੜੀ ਥਾਂ 'ਤੇ ਘੱਟ ਸਿਕਿਉਰਿਟੀ ਸੀ, ਫਿਰ ਅਸੀਂ ਪਹਿਲਾਂ ਸਾਡੇ ਜਥੇ ਨੇ ਉਹਨੂੰ ਹਿੱਟ ਕੀਤਾ। ਉਸ ਤੋਂ ਬਾਅਦ ਫਿਰ ਉੱਥੇ ਇੱਕ MLA ਸੀ, ਉਹ ਇੱਕ ਮਾਫੀ ਸੀਗਾ, ਤੇ ਉਹਨੇ ਬਹੁਤ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਸੀ। ਉਹ ਅਰਜਨ ਦਾਸ ਸੀ ਸ਼ਾਇਦ ਮੇਰਾ ਖਿਆਲ। ਤੇ ਫਿਰ ਸਾਡੇ ਜਥੇ ਨੇ ਉਹਨੂੰ ਹਿੱਟ ਕੀਤਾ। ਤੇ ਇਸੇ ਤਰੀਕੇ ਨਾਲ ਫਿਰ ਇੱਥੇ ਪੰਜਾਬ 'ਚ ਵੀ ਸਾਡੇ ਤਕਰੀਬਨ ਸਾਰੇ ਜਥੇਬੰਦੀਆਂ ਨਾਲ ਲਿੰਕ ਸੀ। ਅਸੀਂ ਕਿਸੇ ਜਥੇਬੰਦੀ 'ਚ ਨਹੀਂ ਸੀਗੇ, ਅਸੀਂ ਸਿਰਫ ਪੰਥ ਲਈ ਕਰਦੇ ਸੀ, ਨਾ ਕਦੀ ਅਸੀਂ ਜ਼ਿੰਮੇਵਾਰੀ ਲਈ ਸੀ। ਫਿਰ ਅਸੀਂ ਜ਼ਿੰਮੇਵਾਰੀ ਨਾ ਲੈਣ ਦਾ ਕੀ ਮਤਲਬ, ਕਿਉਂ ਸੀ? ਸਾਨੂੰ ਲੱਗਦਾ ਹੀ ਨਹੀਂ ਸੀ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਆ। ਜਿਹੜਾ ਕੰਮ ਕਰਨ ਦਾ ਮਤਲਬ ਸੀਗਾ ਜ਼ਿੰਮੇਵਾਰੀ ਦੇ, ਉਹ ਅਸੀਂ ਕਿਹੜਾ ਕੋਈ ਆਪਣੇ ਲਈ ਕਰ ਰਹੇ ਹਾਂ, ਅਸੀਂ ਆਪ ਕਰ ਰਹੇ ਹਾਂ। ਜਿਹੜੇ ਅਸੀਂ ਕੰਮ ਕੀਤੇ ਆ, ਜਿੱਦਾਂ ਤੁਸੀਂ ਹੁਣ ਇਸ ਤਰ੍ਹਾਂ ਗੱਲ ਕੀਤੀ ਆ ਕਿ ਮੈਂ ਐਡੇ ਐਕਸ਼ਨ ਕੀਤੇ, ਕੀਤੇ, ਮੈਂ ਨਹੀਂ ਸੋਚਦਾ ਕਿ ਮੈਂ ਇਸ ਤਰ੍ਹਾਂ ਕੀਤੇ, ਤੇ ਮੈਂ ਉਹਨਾਂ ਨੂੰ ਕੋਈ ਬਾਹਲਾ ਇੰਪੋਰਟੈਂਸ ਵੀ ਨਹੀਂ ਦਿੰਦਾ। ਇੱਕ ਕਿਤਾਬ 'ਚ ਵੀ ਜਿਹੜੀ ਮੈਂ ਗੱਲ ਕੀਤੀ ਆ, ਮੈਂ ਉਹਨੂੰ ਉਸ ਚੀਜ਼ ਦੀ ਗੱਲ ਕੀਤੀ ਆ ਕਿ ਉਹ ਬੰਦੇ ਕੌਣ ਸੀ, ਉਹ ਸੱਚ ਕੀ ਸੀ, ਉਹ ਕਿਹੋ ਜਿਹੇ ਜਾਣੀ ਕਿ ਚਾਓ ਅਮੰਗ, ਤੇ ਕਿਹੋ ਜਿਹੇ ਸੁੱਚੇ ਕਿਰਦਾਰ
ਤੇ ਅਰਦਾਸਾਂ ਸੀ, ਜਿਹਦੇ ਵਿੱਚ ਇਹ ਸਾਰੇ ਹੋ ਸੀ। ਉਹ ਸੋਰਸਿਸ ਕੀ ਸੀ ਜਿੱਥੋਂ ਇਹ ਸਭ ਕੁਝ ਉਪਜਦਾ ਸੀਗਾ, ਉਹ ਜ਼ਿਆਦਾ ਇੰਪੋਰਟੈਂਟ ਆ। ਐਕਸ਼ਨ ਬੰਦੇ ਏਡੇ ਇੰਪੋਰਟੈਂਟ ਨਹੀਂ ਹੁੰਦੇ, ਹਿਸਟਰੀ 'ਚ ਆ ਜਾਂਦੇ, ਨਾਮ ਆ ਜਾਂਦੇ। ਮੈਨੂੰ ਤਾਂ ਕਦੀ ਨਹੀਂ ਲੱਗਿਆ ਕਿ ਮੈਂ ਕੁਛ ਕੀਤਾ ਹੈ ਜਾਂ ਕਰ ਸਕਦਾ। ਮੈਂ ਕਦੀ ਹਥਿਆਰ ਨਹੀਂ ਸੀ ਚਲਾਇਆ। ਮੈਂ ਜਿੰਨੇ ਐਕਸ਼ਨ ਕੀਤੇ ਆ, ਜਿਹੜਾ ਵੀ ਹਥਿਆਰ ਚਲਾਇਆ, ਕੀ ਰਿਵਾਲਵਰ, ਕੀ ਪਿਸਟਲ, ਕੀ ਸਟੈਂਡ ਗਨ, ਕੀ ਥਾਮਸਨ ਜਾਂ ਇੱਕ ਅਸੌਲਟ, ਮੈਂ ਫਸਟ ਟਾਈਮ ਚਲਾਈ ਹੈ ਉੱਥੇ। ਤੇ ਉਹ ਇਸ ਤਰੀਕੇ ਨਾਲ ਚੱਲੀ ਹੈ ਜਿੱਦਾਂ ਕੋਈ ਟ੍ਰੇਨਡ ਬੰਦੇ ਕਮਾਂਡੋ ਚਲਾ ਰਹੇ। ਮੈਂ ਕਦੀ ਵੀ ਨਹੀਂ, ਕਿਸੇ ਨੇ ਵੀ ਨਹੀਂ ਕਦੀ ਟ੍ਰੇਨਿੰਗ ਲਿੱਤੀ। ਇਹ ਤਾਂ ਜਾਣੀ ਕਿ ਐਕਸ਼ਨ ਜਿਹੜੇ ਇਸ ਤਰ੍ਹਾਂ ਦੇ ਆ, ਉਹ ਤਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੇ, ਇਹ ਤਾਂ ਗੁਰੂ ਹੀ ਕਰਾਉਂਦਾ ਹੈ। ਅਸੀਂ ਤਾਂ ਇੱਕ ਮਹਿਰੇ ਵਹੀਕਲ ਹੁੰਦੇ ਹਾਂ। ਤੇ ਮੈਂ ਤਾਂ ਸਪਸ਼ਟ ਦੇਖਿਆ ਕਿ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਪੂਰੇ ਇੱਕ ਅਰਦਾਸ ਕਰਕੇ, ਪਿੱਛੇ ਤੁਹਾਡੇ ਅਰਦਾਸ ਖੜੀ ਆ ਪੰਥ ਦੀ, ਮਾਵਾਂ ਭੈਣਾਂ ਧੀਆਂ ਦੀ, ਹੈ ਨਾ, ਤੇ ਤੁਸੀਂ ਜਾਂਦੇ ਹੋ, ਇੱਕ ਤੁਹਾਡਾ ਜਥਾ ਜਾਂਦਾ ਹੈ ਜਿਹੜਾ ਇੱਕ ਦੂਜੇ ਦੇ ਜੀ ਜਾਨ ਵਾਰਦਾ ਆ, ਤੇ ਪਵਿੱਤਰ ਕੰਮ ਲਈ ਜਾਂਦੇ ਆ। ਪਵਿੱਤਰ ਹਿੰਸਾ ਹੁੰਦੀ ਆ ਉਹਦੇ ਲਈ ਜਾਂਦੇ ਆ। ਕੁਛ ਵੀ ਇਸ ਤਰ੍ਹਾਂ ਨਹੀਂ ਰਹਿੰਦਾ। ਜਿਹੜੀ ਰੀਅਲ ਚੀਜ਼ਾਂ ਹੁੰਦੀਆਂ ਕਿ ਨਹੀਂ, ਬਦਲ ਜਾਂਦੀਆਂ ਆ। ਬੜੇ ਔਖੇ ਹਾਲਾਤ 'ਚ ਵੀ ਮੈਂ ਤਾਂ ਦੇਖਿਆ ਕਿ ਬਿਲਕੁਲ ਹੀ ਚੀਜ਼ਾਂ ਬਦਲ ਕੇ, ਭਾਵੇਂ ਅਗੇਂਸਟ ਹੋਵੇ, ਉਹ 'ਚੋਂ ਕੋਈ ਰਾਹ ਨਿਕਲ ਆਉਂਦਾ ਆ। ਆਪਣੇ ਆਪ ਹੀ ਸਭ ਕੁਛ ਹੁੰਦਾ ਹੈ ਕਿ ਜਦੋਂ ਤੁਸੀਂ, ਜਿੱਦਾਂ ਹੁਣ ਕੋਈ ਵੀ ਆ, ਬਸ ਇੱਕ ਵਾਰ ਤੁਸੀਂ ਟ੍ਰਿਗਰ ਹੱਥ ਰੱਖਿਆ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੌਣ ਐਕਟ ਕਰਦਾ, ਮੈਂ ਕਰਦਾ। ਮੈਨੂੰ ਨਹੀਂ ਲੱਗਦਾ ਕਿ ਮੈਂ ਐਕਟ ਕੀਤਾ ਹੈ, ਕਿਉਂਕਿ ਇੱਦਾਂ ਦੇ ਅਸੀਂ ਔਖੇ ਸਥਿਤੀਆਂ 'ਚ ਨਿਕਲੇ, ਜਦੋਂ 100 ਬੰਦਿਆਂ 'ਚ ਅਸੀਂ ਘਿਰ ਗਏ ਬਿਲਕੁਲ ਵਿੱਚ, ਤੇ ਉਹ ਖੜੇ ਆ, ਅਸੀਂ ਉਹਨਾਂ 100 'ਚੋਂ ਉਹਨਾਂ 'ਤੇ ਗੋਲੀ ਚਲਾ ਕੇ ਨਿਕਲ ਗਏ। ਉਹ ਇੰਨੇ ਸਟਨ ਤੇ ਡਰ, ਉਹ ਲੰਮੇ ਹੀ ਪੈ ਗਏ। ਇਹੋ ਜਿਹੀਆਂ ਬੜੀਆਂ ਘਟਨਾਵਾਂ ਹੋਈਆਂ, ਬਹੁਤ ਨਿਕਲੇ। ਉਹ ਗੁਰੂ ਦੀ ਕਿਰਪਾ ਨੇ। ਜਦ ਤੱਕ ਗੋਲੀ ਤੁਹਾਡੇ ਗੁਰੂ ਪ੍ਰਮਾਤਮਾ ਵੱਲੋਂ ਨਹੀਂ ਆਉਂਦੀ ਕਿ ਨਹੀਂ ਤੁਹਾਡੇ ਤੇ ਬਣੀ, ਉਦੋਂ ਤੱਕ ਤੁਹਾਡੀ ਮੌਤ ਨਹੀਂ ਹੋ ਸਕਦੀ। ਜਿਵੇਂ ਅਰਜਨ ਦਾਸ ਵਾਲੇ ਕਤਲ 'ਚ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਸੀ ਜਿਹਦੇ 'ਚ ਕਿਸੇ ਦੇ ਗੋਲੀ ਵੱਜ ਜਾਣੀ ਸੀ ਮੌਕੇ ਤੇ? ਹਾਂ, ਬੜਿਆਂ 'ਚ ਬਣੀ ਆ। ਗੋਲੀ ਤਾਂ ਆਮ ਸਾਹਮਣੇ ਆਉਂ ਚੱਲਦੀ ਰਹਿੰਦੀ ਹੈ। ਇੱਕ ਅਸੀਂ ਬੜਾ ਐਕਸ਼ਨ, ਮੇਰੇ ਖਿਆਲ ਬਹੁਤ ਡਿਫੀਕਲਟ ਐਕਸ਼ਨ ਸੀ ਸਾਡੇ, ਬਹੁਤ ਹੀ ਅਜ਼ੀਜ਼ ਤੇ ਮੂਵਮੈਂਟ ਦੇ ਬਹੁਤ ਵੱਡਾ ਇੱਕ ਸਿੰਘ ਕਮਰਜੀਤ ਸਿੰਘ ਸੁਲਤਾਨ ਵੰਡ, ਤੇ ਹੋਰ ਰਾਜਵਿੰਦਰ ਸਿੰਘ, ਰਣਜੀਤ ਸਿੰਘ, ਖਾਸ ਕਰਕੇ ਉਹ ਕੈਦ ਸੀਗੇ ਅੰਮ੍ਰਿਤਸਰ ਤਹਿਸੀਲ 'ਚ। ਉਹਨਾਂ ਨੂੰ ਲੈ ਕੇ ਆਉਣਾ ਸੀ ਪੇਸ਼ੀ ਲਈ, ਤੇ ਉਦੋਂ ਰਬੀਰੋ 'ਤੇ ਅਟੈਕ ਹੋਇਆ ਸੀ। ਰਬੀਰੋ ਦੇ ਅਟੈਕ ਦੇ ਵਿੱਚ ਉਹ ਸੀਗਾ, ਤੇ ਕੋਈ ਬੰਦਾ ਫੜਿਆ ਗਿਆ, ਤੇ ਉਹ ਬਹੁਤ ਕੱਚਾ ਬੰਦਾ ਸੀ, ਉਹਨੇ ਦੱਸ ਦੇਣਾ ਸੀ। ਫਿਰ ਸਾਨੂੰ ਇਹ ਸੀ ਕਿ ਇਸ ਤਰੀਕ 'ਤੇ ਇਹਨੂੰ ਛੁਡਾਉਣਾ ਪੈਣਾ, ਨਹੀਂ ਤਾਂ ਜਦੋਂ ਪਤਾ ਲੱਗਿਆ ਕਿ ਰਬੀਰੋ ਦਾ ਅਟੈਕ ਇਸ ਬੰਦੇ ਨੇ ਕੀਤਾ ਤਾਂ ਇਹਨੂੰ ਮਾਰ ਦੇਣਗੇ। ਤੇ ਉਹ ਬਹੁਤ ਅਹਿਮ ਬੰਦਾ ਸੀਗਾ, ਮੋਸਟ ਇੰਪੋਰਟੈਂਟ ਬੰਦਾ ਸੀ। ਫਿਰ ਅਸੀਂ ਇੱਕਦਮ ਹੀ ਉਹਨੂੰ ਯਾਨੀ ਕਿ ਛੁਡਾਉਣਾ ਸੀ। ਉਹ ਤੁਸੀਂ ਦੇਖੋ ਕਿ ਅੰਮ੍ਰਿਤਸਰ ਜਿਹੜੀ ਕਚਹਿਰੀ ਆ, ਉਹਦੇ ਵਿੱਚ ਸਾਰੇ ਪਾਸੋਂ ਆਈਆਂ ਹੁੰਦੀਆਂ ਫੋਰਸਿਸ, ਕਿੰਨੀਆਂ ਬੱਸਾਂ, BSF, CRP ਦੀਆਂ, ਪੁਲਿਸ ਦੀਆਂ, ਕੋਈ 400-500 ਬੰਦਾ ਹੋਊਗਾ ਉਹਨਾਂ ਨੇ। ਵਿੱਚ ਆਪਣੇ ਬੰਦੇ ਜਿਹੜੇ ਪਿੰਡਾਂ ਵਾਲੇ ਹੁੰਦੇ ਆ, ਵਕੀਲ ਵਕੂਲ ਪਾ ਕੇ ਐਨ ਭਰੇ ਹੋਏ ਆਏ, ਤੇ ਉਹਨਾਂ ਨੂੰ ਲੈ ਕੇ ਆਏ। ਤੇ ਉੱਥੇ ਜਦੋਂ ਅਸੀਂ ਗਏ, ਸਾਰੇ ਪਾਸੇ ਘਿਰੇ, ਇੱਕ ਪਾਸੇ ਥਾਣਾ D ਡਿਵੀਜ਼ਨ, ਇੱਕ ਪਾਸੇ DAG ਦਾ ਆਫਿਸ, ਸਾਰਾ ਇਹ ਜਿਹਾ ਏਰੀਆ ਉਹ। ਤੇ ਉਹ ਹੈ ਸੀ ਕਿ ਜੇ ਛੁਡਾਉਣਾ ਹੀ ਛੁਡਾਉਣਾ, ਕੰਮ ਕਰਨਾ ਹੀ ਕਰਨਾ, ਨਹੀਂ ਤਾਂ ਆਉਣਾ ਨਹੀਂ ਵਾਪਸ, ਉਹਨਾਂ ਜਾਂ ਲੈ ਕੇ ਆਉਣਾ। ਅਸੀਂ ਅਰਦਾਸ ਕਰਕੇ ਗਏ। ਮੈਂ ਸੀ, ਸ਼ਰਮਾ ਸੀ, ਬਲਜਿੰਦਰ ਸਿੰਘ ਰਾਜੂ ਸੀ, ਮਥੁਰਾ ਸਿੰਘ ਸੀ, ਬਲਵਿੰਦਰ ਸਿੰਘ ਸੀ, ਨਿਰਮਲ ਸਿੰਘ ਮੀਆਂਵਿੰਡ ਸੀ, ਸਰਪ੍ਰੀਤ ਸਿੰਘ ਸੀ, ਇੱਕ ਹੋਰ ਸ਼ਰਮਾ ਸੀ, ਉਹ ਸੀ। 8 ਜਣੇ ਸੀਗੇ ਅਸੀਂ 2 ਬੈਨਾਂ 'ਚ। ਤੇ ਅਸੀਂ ਗਏ, ਪਹਿਲਾਂ ਕੋਲ ਗਏ, ਤੇ ਉਹ ਜਿਹੜਾ ਸਿਪਾਹੀ ਸੀ ਉਹਨੂੰ ਕਿਹਾ ਕਿ ਭਾਈ ਤੂੰ ਛੱਡ ਦੇ, ਤੂੰ ਕਾਹਨੂੰ ਮਰਨਾ, ਹੈ ਨਾ, ਕਿ ਉਹ ਉਹਨੇ ਸੋਚਿਆ ਕਿ ਇੰਨੀ ਪੁਲਿਸ ਕਿਵੇਂ ਕਹੀ ਜਾਂਦੇ ਕਿ ਛੱਡ ਦੇ। ਉਹਨੇ ਛੱਡਿਆ ਨਹੀਂ, ਉਹ ਕੀਤਾ, ਤੇ ਉੱਥੇ ਬਸ ਫਿਰ ਉਹ ਗੋਲੀ ਚੱਲ ਪਈ। ਉਹ ਤੁਸੀਂ ਦੇਖੋ ਕਿ ਜਿਹੜਾ ਸਾਰਾ ਐਕਸ਼ਨ 8-9 ਸੈਕਿੰਡ ਦਾ ਸੀਗਾ। ਉਹਦੇ ਵਿੱਚ ਬਹੁਤ ਗੋਲੀਆਂ ਵੀ ਚੱਲ ਗਈਆਂ। ਫਸਟ ਟਾਈਮ ਉਦੋਂ ਅਸੌਲਟ ਚੱਲੀ ਸੀ, ਉਧਰੋਂ ਪੁਲਿਸ ਨੇ ਵੀ ਚਲਾਈ, ਤੁਸੀਂ ਵੀ ਚਲਾਈ। ਉਹਦੇ ਵਿੱਚ ਇੱਕ ਥਾਣੇ, ਉਹਦੇ ਵਿੱਚ ਕੋਈ ਮੌਤ ਨਹੀਂ ਹੋਈ। ਸਭ ਤੋਂ ਬਿਊਟੀ ਉਸ ਸੈਕਸ਼ਨ ਦੀ ਸੀ ਕਿ ਬੰਦੇ ਵੀ ਛੁਡਾ ਲਏ, ਕਿਸੇ ਦੇ ਗੋਲੀ ਨਹੀਂ ਵੱਜੀ, ਤੇ ਅਸੀਂ ਸਹੀ ਸਲਾਮ ਬੰਦੇ ਲੈ ਕੇ 9-8-10 ਸੈਕਿੰਡ ਦਾ ਸਾਰਾ ਐਕਸ਼ਨ ਸੀ। ਤੇ ਗੋਲੀ ਬਹੁਤ ਚੱਲੀ। ਅਸੀਂ ਸਾਰੀ ਗੋਲੀ ਜਾਣੀ ਕਿ ਬੰਦਿਆਂ ਦੇ ਉੱਪਰ ਦੀ ਸਿਰ ਦੇ ਮਾਰੀ, ਉਹ ਥੱਲੇ ਲੰਮੇ ਪੈ ਗਏ, ਵਿੱਚ BSF ਸਭ ਥੱਲੇ ਲੇਟ ਗਏ। ਤੇ ਆਉਂਦੇ ਹੋਏ ਅਸੀਂ ਆਲਮ ਦੇ ਆਫਿਸ, ਬਿਰਕ ਦੇ ਆਫਿਸ, ਉਹਨਾਂ 'ਤੇ ਵੀ ਫਾਇਰਿੰਗ ਕਰਕੇ ਆਏ। ਤੇ ਉਸ ਦੇ ਵਿੱਚ ਇੱਕ ਥਾਣੇਦਾਰ ਨੇ ਮੇਰੇ ਸਾਹਮਣੇ ਆ ਕੇ
ਦੇਖੋ ਉਹਨੇ ਮੇਰੇ 3 ਗੋਲੀਆਂ ਮਾਰੀਆਂ, ਇੰਨੀ ਕੁ ਦੂਰੀ ਜਿੰਨੀ ਕੁ ਆਹ ਹੈ। ਉਹਦਾ 38 ਬੋਰ ਦਾ ਸੀ, ਮੇਰੇ ਕੋਲ 32 ਬੋਰ ਦਾ ਸੀ ਪਿਸਟਲ। 3 ਮੈਂ ਮਾਰੀਆਂ, ਨਾ ਉਹਦੀ ਕੋਈ ਵੱਜੀ ਨਾ ਨਾ ਮੇਰੀ 3 ਵੱਜੀ। ਗੋਲੀਆਂ ਉਹਦੇ ਤੁਹਾਡੇ ਵਜਨ। ਹਾਂ ਮੈਨੂੰ ਹੈ, ਮੈਂ ਵੀ ਪਿੱਛੇ ਹਟ ਗਿਆ। ਮੈਂ ਕਿਹਾ ਕਿ ਇਹਦਾ ਕੰਮ ਖਰਾਬ ਆ। ਪਿੱਛੇ ਅਸੌਲਟ ਵਾਲਾ ਬੰਦਾ ਆਉਂਦਾ ਸੀ ਸ਼ਰਮਾ ਦਾ, ਮੈਂ ਕਿਹਾ ਮੈਨੂੰ ਫੜਾ ਦੇ, ਤੂੰ ਨਾ ਡਰਾਈਵ ਕਰ। ਮੈਂ ਅਸੌਲਟ ਲੈ ਕੇ, ਉਹ ਫਸਟ ਟਾਈਮ ਅਸੌਲਟ ਚੱਲੀ ਸੀ, ਉਹ ਲੋਕ ਡਰ ਗਏ ਬਹੁਤ ਜ਼ਿਆਦਾ। AK-47? ਹਾਂ AK-47 ਫਸਟ ਟਾਈਮ ਸੀ ਆਈਆਂ ਸੀ। ਉਹ ਬਸ ਅਸੀਂ ਨਿਕਲ ਕੇ ਲੈ ਕੇ ਉਹਨਾਂ ਨੂੰ। ਇਹ ਹੁਣ ਇਹ ਕੋਈ ਅਸੀਂ ਥੋੜ੍ਹਾ ਕੀਤਾ ਆ, ਤੇ ਗੁਰੂ ਨੇ ਕੀਤਾ ਆ। ਤੇ ਤੁਸੀਂ ਦੇਖੋ ਕਿ ਉਹ ਕਿਸ ਤਰ੍ਹਾਂ ਅਸੀਂ ਬੰਦੇ ਇੰਨੀਆਂ ਵਿੱਚੋਂ ਲਿਜਾ ਕੇ ਉਹਨਾਂ ਦੇ ਹਾਈਐਸਟ ਸਿਕਿਉਰਿਟੀ ਵਿੱਚੋਂ, ਉਹਨਾਂ ਦੇ ਜਿਹੜੇ ਥਾਣੇ, ਉਹਨਾਂ ਦੇ ਆਫਿਸ ਦੇ ਵਿੱਚ ਫਿਰ ਰੁਕ ਕੇ ਉੱਥੇ ਉਹਨਾਂ ਦੇ ਸਿੰਬੋਲਿਕ ਫਾਇਰਿੰਗ ਵੀ ਕਰਕੇ ਆਏ ਬੰਦੇ ਲੈ ਕੇ, ਕਿ ਇੱਕ ਵੀ ਬੰਦੇ ਦੇ ਗੋਲੀ ਤੱਕ ਨਹੀਂ ਵੱਜੀ। ਇਹ ਤਾਂ ਕਿਰਪਾ ਹੀ ਸੀ, ਗੁਰੂ ਦੀ ਕਿਰਪਾ ਨਾਲ ਹੀ ਹੁੰਦੇ ਸੀ ਐਕਸ਼ਨ। ਜਿਵੇਂ ਤੁਹਾਨੂੰ ਇਹ ਗੱਲਾਂ ਬਹੁਤ ਛੋਟੀਆਂ ਲੱਗਦੀਆਂ ਨੇ, ਜਿਹੜਾ ਬੰਦਾ ਸੁਣ ਰਿਹਾ ਹੋਊ ਜਾਂ ਮੈਂ ਸੁਣ ਰਿਹਾ, ਇਹ ਬਹੁਤ ਵੱਡੀਆਂ ਗੱਲਾਂ ਨੇ। ਤੁਸੀਂ ਕਹਿੰਦੇ ਹੋ ਗੁਰੂ ਦੀ ਉਹਨੇ, ਪਰ ਮੈਂ ਜ਼ਰੂਰ ਜਾਣਨਾ ਚਾਹੁੰਦਾ, ਜਿਵੇਂ ਮੰਨ ਲਓ ਅਜੇ ਮਾਕਨ, ਜਦੋਂ ਮਾਕਨ ਦਾ ਪਲਾਨ ਕੀਤਾ ਤੁਸੀਂ ਕਿ ਇਹ ਦੋਸ਼ੀ ਹੈ, ਇਹਨੇ ਕਤਲੇਆਮ ਕਰਾਇਆ ਦਿੱਲੀ 'ਚ, ਅਸੀਂ ਇਹਦਾ ਸਿਆਸੀ ਕਤਲ, ਮੂਵਮੈਂਟ ਕਹਿੰਦੀ ਅਸੀਂ ਪੋਲੀਟੀਕਲ ਕਤਲ ਕਰਦੇ ਹਾਂ, ਕਿਵੇਂ ਪਲਾਨ ਹੋਇਆ ਸੀ ਉਹ, ਕਿਵੇਂ ਉਹਨੂੰ ਇਹਨੂੰ ਐਗਜ਼ੀਕਿਊਟ? ਪੋਲੀਟੀਕਲ ਕਤਲ ਨਹੀਂ ਕਰਨੇ ਆਪਣੀ, ਸਾਡੀ ਤਾਂ ਅਸੀਂ ਇਹਨੂੰ ਸੋਧਣਾ ਮੰਨਦੇ ਕਿ ਬੰਦੇ ਨੂੰ ਸੁਧਾਰਿਆ ਜਾਵੇ। ਸੋਧਿਆ, ਇਹਨੇ ਜ਼ੁਲਮ ਕੀਤਾ, ਪਾਪ ਕੀਤਾ, ਤੇ ਇਹਨੂੰ ਸੋਧੀ ਦਾ ਆ, ਇਹਨੂੰ ਸਹੀ ਜੋ ਉਹਨੂੰ ਨਿਆਂ ਮਿਲਣਾ ਚਾਹੀਦਾ ਉਹ ਦੇਈਦਾ। ਤੇ ਉਹ ਤਾਂ ਕਲੀਅਰ ਸੀ ਉਹਨੇ ਕੀਤਾ ਆ। ਉਹ ਤਾਂ ਜਿਹੜੀ ਸਿਵਲ ਲਿਬਰਟੀਜ਼ ਤੇ PUCL ਵਾਲੇ ਉਹਨਾਂ ਦੀ ਟੀਮ ਸੀ, ਜਿਹੜੇ ਬੜੇ ਰਿਸਪੈਕਟਡ ਬੰਦੇ ਸੀ, ਉਹਨਾਂ ਨੇ ਵੀ ਜਿਹੜੇ ਛਾਪਿਆ ਸੀ, ਉਹਨੇ ਪੂਰੇ ਵਿਦ ਹੂ ਆਰ ਗਿਲਟੀ ਉਹਦੇ ਵੀ ਛਾਪੀ ਸੀ। ਤੇ ਆਮ ਲੋਕਾਂ ਜਿਨ੍ਹਾਂ ਨੂੰ ਉਹਨਾਂ ਨੇ ਮਾਰਿਆ, ਉਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ, ਵਿੱਚ ਕੋਈ ਇਹ ਤਾਂ ਇਹ ਨਹੀਂ ਸੀ ਕਿ ਉਹ ਨਹੀਂ ਕੀਤਾ, ਪਤਾ ਸੀ ਸਾਰਿਆਂ ਦਾ, ਨਾਂ ਪਤਾ ਸੀ, ਉਹ 'ਚ ਕੋਈ ਸ਼ੱਕ ਨਹੀਂ ਸੀ। ਤੇ ਉਹਨਾਂ ਨੂੰ ਸੋਧਣਾ ਬਿਲਕੁਲ ਜਾਇਜ਼ ਸੀ। ਕਿਵੇਂ ਪਲਾਨ ਹੋਇਆ ਸੀ, ਕਿੱਥੇ ਐਗਜ਼ੀਕਿਊਟ ਹੋਇਆ ਸੀ? ਪਲਾਨ ਉੱਥੇ ਦਿੱਲੀ 'ਚ ਹੀ ਹੋਇਆ ਸੀ, ਤੇ ਉੱਥੇ ਹੀ ਐਗਜ਼ੀਕਿਊਟ ਹੋਇਆ। ਹਾਂ, ਉੱਥੇ ਜਿਹੜਾ ਉਹਦਾ ਘਰ ਸੀਗਾ, ਕਈ ਘਰ ਸੀਗੇ, ਉਹਦੇ ਵਿੱਚ ਉਹਦਾ ਪਤਾ ਲੱਗਿਆ। ਤੇ ਉੱਥੇ ਫਿਰ ਸਾਡੇ ਜਥੇ ਦੇ ਸਿੰਘ ਗਏ 4, ਤੇ ਉਹਨਾਂ ਨੇ ਜਾ ਕੇ ਸਵੇਰੇ ਉਹਨੂੰ ਉਡੀਕਿਆ, ਉਹ ਆਇਆ, ਫਿਰ ਉਹਨੂੰ ਉੱਥੇ ਹਿੱਟ ਕੀਤਾ। ਉਹਦੇ ਵਿੱਚ ਇੱਕ ਗਲਤੀ ਹੋ ਗਈ ਹੈ ਨਾ, ਉਹ 'ਚ ਕ੍ਰਾਸ ਫਾਇਰਿੰਗ ਹੋ ਗਈ। ਕ੍ਰਾਸ ਫਾਇਰਿੰਗ ਦੇ ਵਿੱਚ ਉਹਦੀ ਵਾਈਫ ਆ ਗਈ, ਇੱਕ ਅੱਧਾ ਹੋਰ ਬੰਦਾ ਆ ਗਿਆ। ਉਹ ਅਸੀਂ ਮਾਰਨਾ ਤਾਂ ਨਹੀਂ ਸੀ ਚਾਹੁੰਦੇ ਉਹਨੂੰ, ਉਹ ਤਾਂ ਹਾਂ ਉਹਨੇ ਉਹਦੇ ਉੱਤੇ ਉਹਨੂੰ ਕਵਰ ਕਰ ਲਿਆ। ਉਹ ਬੰਦੇ ਤੋਂ ਗੋਲੀ ਲੱਗ ਗਈ ਉਹਦੇ। ਇਹ ਜਿਹੀ ਕਈ ਗੱਲਾਂ ਹੋ ਜਾਂਦੀਆਂ, ਜਿੱਦਾਂ ਕ੍ਰਾਸ ਫਾਇਰਿੰਗ ਸਾਡੇ ਵੱਸ ਦੀ ਗੱਲ ਨਹੀਂ ਹੁੰਦੀ, ਕਿ ਇੱਕ ਵਾਰ ਦੀ ਸਿਚੁਏਸ਼ਨ ਹੈ, ਉਹ 'ਚ ਇਹੋ ਜਿਹੀ ਕਈ ਕੁਛ ਹੋ ਜਾਂਦਾ ਜਿਹੜਾ ਕਿਸੇ ਦੀ ਨਾ ਉਹਨਾਂ ਦੇ ਵੱਸ ਹੁੰਦਾ, ਨਾ ਸਾਡੇ ਵੱਸ ਹੁੰਦਾ। ਉਹ 'ਚ ਇਹ ਵੀ ਹੋ ਗਿਆ। ਹਾਂ, ਇਹ ਇਸ ਤਰੀਕੇ ਨਾਲ ਉਹ ਮਾਕਨ ਦਾ ਹੋਇਆ, ਇਸੇ ਤਰੀਕੇ ਨਾਲ ਅਰਜਨ ਦਾਸ ਦਾ ਹੋਇਆ, ਇਸ ਤਰੀਕੇ ਨਾਲ ਅਰਜਨ ਦਾਸ ਦੇ ਕਿਵੇਂ? ਅਰਜਨ ਦਾਸ ਉਹ ਘਰ ਸੀ ਜਿੱਥੇ ਕੋਈ ਨਹੀਂ ਸੀਗਾ ਮੌਕੇ ਤੇ, ਕਿਵੇਂ ਅਰਜਨ ਹੋਇਆ ਦਾਸ ਸੀ? ਦੇ ਜਦੋਂ ਸਾਡੇ ਗਰੁੱਪ ਨੇ ਕੀਤਾ, ਇਹ ਉਦੋਂ ਤਾਂ ਬਹੁਤ ਜ਼ਿਆਦਾ ਸਿਕਿਉਰਿਟੀ ਸੀਗੀ। ਫਿਰ ਇੱਕ ਥਾਂ ਤੇ ਸਿਕਿਉਰਿਟੀ ਘੱਟ ਸੀਗੀ, ਉਹ ਮੈਨੂੰ ਭੁੱਲ ਗਿਆ ਇਹਨਾਂ ਦਾ ਕੀ ਨਾਮ ਸੀ ਉਸ ਨਗਰ ਦਾ। ਉਸ ਬਿਲਕੁਲ VIP ਦਿੱਲੀ ਸੀ। ਹਾਂ, ਦਿੱਲੀ ਦਾ ਕੋਈ ਦਿੱਲੀ 'ਚ ਉੱਥੇ ਰਾਜੀਵ ਗਾਂਧੀ ਦਾ ਘਰ ਮਸੀਂ ਕਿਲੋਮੀਟਰ ਦੂਰ ਸੀਗਾ। ਉਹ ਇਹੋ ਜਿਹੇ ਏਰੀਆ ਮੈਨੂੰ ਨਹੀਂ ਪਤਾ, ਮੈਨੂੰ ਬਾਹਲਾ ਨਹੀਂ ਪਤਾ ਦਿੱਲੀ ਦਾ। ਤੇ ਉੱਥੇ ਸੀਗਾ, ਉੱਥੇ ਉਹਦੀ ਸਿਕਿਉਰਿਟੀ ਘੱਟ ਸੀਗੀ। ਇੱਕ ਜਿਪਸੀ ਵੈਨ ਹੁੰਦੀ ਸੀ, ਉਹਦੇ ਨਾਲ 3-4 ਬੰਦੇ ਹੁੰਦੇ ਸੀ। ਉੱਥੇ ਫਿਰ ਅਸੀਂ ਸਾਡੇ ਗਰੁੱਪ ਨੇ ਸਿਲੈਕਟ ਕੀਤਾ, ਤੇ ਫਿਰ ਜਦੋਂ ਉੱਥੇ ਆਇਆ ਤੇ ਉਹਨੂੰ ਹਿੱਟ ਕੀਤਾ। ਉਹਨਾਂ ਨੇ ਅੱਗੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਕਰ ਸਕੇ, ਤੇ ਉਹ ਕਾਮਯਾਬ ਰਿਹਾ। ਅਤੇ ਅਸੀਂ ਗੁਰੂ ਦੀ ਕਿਰਪਾ ਨਾਲ ਉਹਦੇ ਸਿਕਿਉਰਿਟੀ ਗਾਰਡ ਨੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਂ, ਉਹਦੇ ਸਿਕਿਉਰਿਟੀ ਗਾਰਡ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਸੁਖਦੇਵ ਸਿੰਘ ਦੇ ਬਿਲਕੁਲ ਗੋਲੀ ਮਾਰਨ ਲੱਗਿਆ ਸੀ ਉਹ। ਤੇ ਫਿਰ ਸਾਡੇ ਹੀ ਜਥੇ ਦੇ ਇੱਕ ਸਿੰਘ ਨੇ ਕਾਫੀ ਦੂਰੋਂ ਉਹ ਸਟੇਨ ਦਾ ਇੱਕ ਬਸਟ ਮਾਰ ਕੇ ਉਹਦੇ ਇਸ ਤਰੀਕੇ ਨਾਲ ਬਸਟ ਵੱਜਿਆ ਕਿ ਉਹਦੇ ਪਿਸਟਲ 'ਚ ਵੀ ਵੱਜਿਆ, ਉਹਦੇ ਦਿਮਾਗ 'ਚ ਵੀ ਵੱਜੀ ਗੋਲੀ, ਹਾਰਟ 'ਚ ਵੀ ਵੱਜੀ, ਉਹ ਉੱਥੇ ਡੈੱਡ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਇੱਕ ਉਹਦਾ ਹੋਰ ਗਾਰਡ ਸੀ, ਉਹਨੂੰ ਹਿੱਟ ਕਰਕੇ। ਤੇ ਅਰਜਨ ਦਾਸ ਦੇਖੋ ਕਿ ਉਹ ਦਿੱਲੀ ਦਾ ਸਭ ਤੋਂ ਵੱਡਾ ਗੈਂਗਸਟਰ ਸੀ, ਮਾਫੀਆ ਸੀ, ਤੇ ਲੀਡਰ ਵੀ ਸੀ। ਸਭ ਤੋਂ ਜ਼ਿਆਦਾ ਉਹਨਾਂ ਨੇ ਬੰਦੇ ਮਾਰੇ ਸੀ। ਜਦੋਂ ਉਹਨੂੰ ਮਾਰਨ ਲੱਗੇ, ਉਹ ਬੰਦੇ ਡਰ ਜਾਂਦੇ ਬਹੁਤ, ਹੋ ਜਾਣੀ ਕਿ ਨਿਕਲਿਆ ਹੀ ਨਹੀਂ, ਘਾਬਰ ਜਾਂਦੇ ਹਨ। ਫਿਰ ਆਪਣੇ ਜਥੇ ਵਾਲਿਆਂ ਨੇ ਉਹਨੂੰ ਮਾਰਨਾ ਹੀ ਸੀਗਾ, ਉਹਨੂੰ ਮਾਰਿਆ। ਉਹਦੇ ਵਿੱਚ ਮੇਰਾ ਖਿਆਲ ਹੋਰ ਨਹੀਂ ਸੀ ਕਿਸੇ ਦਾ ਕੋਈ ਇਸ ਤਰ੍ਹਾਂ ਨੁਕਸਾਨ ਨਹੀਂ ਸੀ ਹੋਇਆ, ਸਿਕਿਉਰਿਟੀ ਵਾਲੇ ਹੀ ਮਾਰੇ ਗਏ ਸੀ। ਇਸ ਤਰ੍ਹਾਂ ਜਿਹੜੇ ਐਕਸ਼ਨ ਆ ਤਾਂ ਬਹੁਤ ਹੋਏ ਆ,
ਬਾਅਦ 'ਚ ਤੁਸੀਂ ਅਸੀਂ ਇਹਦੇ ਚ ਜਿਵੇਂ ਤੁਸੀਂ ਨਾਂ ਲੈ ਰਹੇ ਹੋਗੇ 5-7 10 ਜਣਿਆਂ ਦਾ ਕੋਈ ਗਰੁੱਪ ਹੁੰਦਾ ਸੀ, ਕੌਣ ਸੀ ਉਹਦੇ ਚ? ਜਿਵੇਂ ਤੁਸੀਂ ਅਸੀਂ ਜਦੋਂ ਪਹਿਲਾਂ ਗਰੁੱਪ ਇਹ ਸੋਚਿਆ ਸੀ ਕਿ ਆਊਟਸਾਈਡ ਪੰਜਾਬ ਬੰਦੇ ਹਿੱਟ ਕਰਨੇ ਆ, ਜਿਹੜੇ ਰੀਅਲ ਬੰਦੇ ਆ, ਉਹਦੇ ਵਿੱਚ ਅਸੀਂ ਸੀਗੇ ਹਰਜਿੰਦਰ ਸਿੰਘ ਜਿੰਦਾ ਸੀ, ਮਥੁਰਾ ਸਿੰਘ ਸੀ, ਸੁਖਵਿੰਦਰ ਸਿੰਘ ਕੇਸ਼ੀ ਸ਼ਰਮਾ ਸੀ, ਬਲਜਿੰਦਰ ਸਿੰਘ ਰਾਜੂ ਸੀ, ਸੁਖਦੇਵ ਸਿੰਘ ਸੀ, ਮੈਂ ਸੀ, ਰਣਜੀਤ ਸਿੰਘ ਸੀ, ਸੁੱਖੀ ਸੀ। ਇਸ ਤਰ੍ਹਾਂ ਅਸੀਂ 8 ਬੰਦੇ ਸੀਗੇ। ਪਰ ਸਾਡੀਆਂ ਹੋਰ ਜਿੱਦਾਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਅਸੀਂ ਸਾਰਿਆਂ ਨਾਲ ਲਿੰਕਡ ਸੀ। ਬੱਬਰਾਂ ਨਾਲ ਲਿੰਕ ਸੀਗੇ, KCF ਨਾਲ ਲਿੰਕ ਸੀ, ਫੈਡਰੇਸ਼ਨ ਨਾਲ ਲਿੰਕ ਸੀ, ਫੈਡਰੇਸ਼ਨ ਟਕਸਾਲ ਨਾਲ ਲਿੰਕ ਸੀ, ਪੰਥ ਐਵਰੀਬਾਡੀ ਜਿਹੜਾ ਸੀ, ਸਾਨੂੰ ਜਿਹੜੇ ਬੈਸਟ ਬੰਦੇ ਸੀ ਉਹ ਸਾਡੇ ਲਿੰਕ 'ਚ ਸੀਗੇ। ਅਸੀਂ ਉਹਨਾਂ ਸਾਰਿਆਂ ਨਾਲ ਮਿਲਦੇ ਰਹਿੰਦੇ ਸੀ, ਸਮਾਨ ਦਾ ਹੋਰ ਸਾਰੀਆਂ ਚੀਜ਼ਾਂ ਦਾ ਆਦਾਨ ਕਰਦੇ ਰਹਿੰਦੇ ਸੀ, ਵਿਚਾਰ ਵਟਾਂਦਰਾ ਵੀ ਹੁੰਦਾ ਰਹਿੰਦਾ ਸੀ, ਐਕਸ਼ਨ ਵੀ ਸਾਂਝੇ ਕਰਦੇ ਰਹਿੰਦੇ ਸੀ। ਲਿੰਕ ਨਹੀਂ ਕਦੀ ਸਾਡਾ ਟੁੱਟਿਆ। ਅਸੀਂ ਬਾਹਰ ਇਹ ਸੀ ਕਰਕੇ ਗਏ ਸੀ ਕਿ ਉਹ ਸਾਨੂੰ ਜ਼ਿਆਦਾ ਇੰਪੋਰਟੈਂਟ ਲੱਗਿਆ ਸੀ ਉਸ ਵਕਤ। ਸੁੱਖੇ ਤੇ ਜਿੰਦੇ ਨੂੰ ਤੁਸੀਂ ਪਹਿਲੀ ਵਾਰ ਕਿਵੇਂ ਮਿਲੇ, ਕਿਵੇਂ ਮੁਲਾਕਾਤ ਹੋਈ? ਸੁੱਖੇ ਤੇ ਜਿੰਦੇ ਨੂੰ ਮਥੁਰਾ ਸਿੰਘ ਦੇ ਰਾਹੀਂ। ਮਥੁਰਾ ਸਿੰਘ ਸਾਡੇ ਜਦੋਂ ਅਸੀਂ ਘਰੇ ਸੀ ਉਦੋਂ ਹੀ ਅਸੀਂ ਕੰਟੈਕਟ ਕਿਸੇ ਤਰੀਕੇ ਨਾਲ ਸਾਡਾ ਹੋ ਗਿਆ ਸੀ ਇਹਨਾਂ ਨਾਲ। ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ, ਉਹਨਾਂ ਦੇ ਰਾਹੀਂ ਹੋ ਗਿਆ ਸੀ। ਅਤੇ ਇਹਨੇ ਫਿਰ ਜਦੋਂ ਅਸੀਂ ਭਗੌੜੇ ਹੋ ਕੇ ਗਏ ਉਦੋਂ ਅਸੀਂ ਫਿਰ ਇਹਨਾਂ ਕੋਲ ਗਏ ਦਿੱਲੀ। ਇਹਨਾਂ ਨੇ ਪਹਿਲਾਂ ਹੀ ਉੱਥੇ ਆਪਣਾ ਪ੍ਰਬੰਧ ਕੀਤਾ ਹੋਇਆ ਸੀ। ਉੱਥੇ ਸਾਨੂੰ ਇਹ 85 ਜੁਲਾਈ ਦੇ ਵਿੱਚ, ਕਿਤੇ ਐਂਡ ਜੁਲਾਈ ਦੇ ਵਿੱਚ ਮਿਲੇ। ਤੇ ਜਿੰਨੇ ਵੀ ਐਕਸ਼ਨ ਪਲਾਨ ਕਰਦੇ ਸੀ ਉਹ ਸਾਰੇ ਕਲੈਕਟਿਵ ਡਿਸੀਜਨ ਹੁੰਦਾ ਸੀ ਜਾਂ ਕਿਸੇ ਇੱਕ ਬੰਦੇ ਦਾ ਵੀ? ਨਹੀਂ, ਕਲੈਕਟਿਵ। ਸਾਡੇ ਡਿਸੀਜਨ ਕਲੈਕਟਿਵ ਹੁੰਦੇ ਸੀਗੇ, ਈਵਨ ਜਥਿਆਂ 'ਚ ਕਲੈਕਟਿਵ ਹੁੰਦੇ ਸੀ। ਇਹ ਹੁਣ ਮੂਵਮੈਂਟ ਦਾ ਇਹ ਪੱਖ ਬਹੁਤ ਘੱਟ ਆਇਆ ਹੈ, ਇਹੀ ਦਿਖਾਉਂਦੇ ਕਿ ਪਤਾ ਨਹੀਂ ਐਵੇਂ ਆਪ ਹੁੰਦਾ, ਇਹੋ ਜਿਹਾ ਕੋਈ ਗੱਲ ਨਹੀਂ ਸੀ। ਜਥੇਬੰਦੀਆਂ 'ਚ ਡਿਸੀਜਨ ਕਲੈਕਟਿਵ ਹੁੰਦੇ ਸੀ ਅਤੇ ਜਿਹੜਾ ਜਥੇਦਾਰ ਵੀ ਚੁਣਿਆ ਇਸੇ ਤਰੀਕੇ ਨਾਲ ਜਾਂਦਾ ਸੀ ਕਿ ਸਾਰਿਆਂ ਦੀ ਸਲਾਹ ਮਸ਼ਵਰੇ ਨਾਲ। ਈਵਨ ਜਿਹੜੇ ਟਾਰਗੇਟ ਹਿੱਟ ਉਹ ਵੀ ਇਸ ਤਰ੍ਹਾਂ ਹੀ ਕੀਤੇ ਜਾਂਦੇ ਸੀ। ਜ਼ਿਆਦਾ ਹਿੱਸਾ ਇਸ ਤਰ੍ਹਾਂ ਕਰਦਾ ਸੀਗਾ ਕਿ ਜਿਸ ਤਰੀਕੇ ਨਾਲ 18ਵੀਂ ਸਦੀ 'ਚ ਆਪਣੇ ਸਿੰਘ ਕਰਦੇ ਸੀ, ਉਸੇ ਤਰੀਕੇ ਨਾਲ ਕਿਸੇ ਹੱਦ ਤੱਕ, ਬਿਲਕੁਲ ਉਸ ਤਰੀਕੇ ਨਾਲ ਤਾਂ ਨਹੀਂ, ਕਿਉਂਕਿ ਇਹਨਾਂ ਦਿਨਾਂ 'ਚ ਹੁਣ ਅਸੀਂ ਉਸ ਤਰ੍ਹਾਂ ਦੇ ਸਿੱਖ ਤਾਂ ਹੈ ਨਹੀਂ ਸੀਗੇ, ਉਹੋ ਜਿਹੀਆਂ ਸਿਦਕ ਅਤੇ ਇਹੋ ਜਿਹੀਆਂ ਸੁਰਤਾਂ ਨਹੀਂ ਸੀ, ਪਰ ਬਹੁਤ ਕੁਛ ਉਸ ਤਰੀਕੇ ਦਾ ਅਸੀਂ ਚੱਲਦੇ ਸੀ, ਉਹ ਫੋਲੋ ਕਰਦੇ ਸੀ। ਫਿਰ ਜਦੋਂ ਜਨਰਲ ਵੈਦਿਆ ਦਾ ਕਤਲ ਹੁੰਦਾ ਗਾ ਪੂਨੇ 'ਚ, ਉਦੋਂ ਤੁਸੀਂ ਨਾਲ ਨਹੀਂ ਸੀ? ਉਦੋਂ ਉਹ ਕਿਵੇਂ ਪਲਾਨ ਹੋਇਆ ਸੀਗਾ? ਉਹ ਵੀ ਬਹੁਤ ਲੰਬਾ ਸਮਾਂ ਕਹਿੰਦੇ ਫਲੈਟ 'ਚ ਰਹੇ। ਉਹ ਵੀ ਅਸੀਂ ਬਹੁਤ, ਕਿਉਂਕਿ ਇੰਪੋਰਟੈਂਟ ਜ਼ਰੂਰੀ ਸੀ, ਉਹ ਵੈਦਿਆ ਦਾ ਕਤਲ ਹੋਣਾ ਬਹੁਤ ਲਾਜ਼ਮੀ ਸੀ। ਇਹਨੇ ਤਾਂ ਬਹੁਤ ਵੱਧ ਚੜ੍ਹ ਕੇ ਐਕਸ਼ਨ ਕੀਤਾ ਸੀ। ਇਹਦੀ ਸੁਪਰਮਪੋਜੀਸ਼ਨ 4ਵੇਂ-5ਵੇਂ ਰੈਂਕ 'ਚੋਂ ਇਹਨੇ ਇੰਦਰਾ ਗਾਂਧੀ ਲੈ ਕੇ ਆਈ ਸੀ ਅਤੇ ਇਹ ਤਾਂ ਰੀਅਲ ਦੋਸ਼ੀ ਸੀਗਾ। ਅਤੇ ਇਹ ਤਾਂ ਅਸੀਂ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ। ਜਦੋਂ ਅਸੀਂ ਦਿੱਲੀ ਤੋਂ ਵਿਹਲੇ ਹੋ ਗਏ, ਉਹਨਾਂ ਨੇ ਸਾਨੂੰ ਇੱਥੋਂ ਬੰਦ ਕਰ ਦਿੱਤਾ, ਫਿਰ ਅਸੀਂ ਬੰਬੇ ਚਲੇ ਗਏ। ਸਾਡੇ ਉੱਥੇ ਲਿੰਕ ਸੀ। ਬੰਬੇ ਤੋਂ ਫਿਰ ਸਾਨੂੰ ਪਤਾ ਲੱਗਿਆ ਕਿ ਪੂਨੇ, ਫਿਰ ਅਸੀਂ ਪੂਨੇ ਚਲੇ ਗਏ। ਪੂਨੇ ਅਸੀਂ ਫਿਰ ਬਹੁਤ ਛੇਤੀ ਹੀ ਆਪਣਾ ਸਾਰਾ ਸੈਟਅਪ ਕਰ ਲਿਆ। ਪੂਨੇ ਤੁਸੀਂ ਫਲੈਟ ਲਿਆ ਜਾ ਕੇ? ਹਾਂ, ਅਸੀਂ ਬਿਲਕੁਲ ਮਿਲਟਰੀ ਜਿਹੜੇ ਲੀਡ ਆਫਿਸਰਸ ਦੇ ਵਿੱਚ, ਉਹਨਾਂ 'ਚ ਫਲੈਟ ਲਿਆ, ਉਹਨਾਂ 'ਚ ਜਾ ਕੇ ਫਲੈਟ ਲਿਆ। ਇਹਦੇ ਫਲੈਟ ਤੋਂ ਥੋੜ੍ਹੀ ਦੂਰ ਹੈ, ਅਤੇ ਹੋਰ ਵੀ ਅਸੀਂ ਪ੍ਰਬੰਧ ਕਰ ਲਿਆ। ਉੱਥੇ ਫਿਰ ਅਸੀਂ ਰੈਕੀ ਕੀਤੀ, ਦੇਖਿਆ, ਪਰ ਅਸੀਂ ਦੇਖਿਆ ਕਿ ਇਹਦੀ ਸਿਕਿਉਰਿਟੀ ਬਹੁਤ ਜ਼ਿਆਦਾ ਸੀਗੀ। ਇਹਦੇ ਘਰ ਦੇ ਨੇੜੇ ਫੁੱਟਬਾਲ ਗਰਾਊਂਡ ਸੀਗੀ, ਉੱਥੇ ਜਾ ਕੇ ਅਸੀਂ ਫੁੱਟਬਾਲ ਖੇਡਦੇ ਰਹਿੰਦੇ ਸੀ, ਬਹੁਤ ਚਿਰ ਸ਼ਾਮ ਨੂੰ ਬੈਠੇ ਰਹਿੰਦੇ ਸੀ। ਅਤੇ ਉੱਥੇ ਜਾਣੀ ਟੈਂਟ ਲੱਗੇ ਹੁੰਦੇ ਸੀ ਜਿਹੜੇ ਐਲੀਟ ਕਮਾਂਡੋਜ਼ ਦੇ, ਜਦੋਂ ਜਾਂਦਾ ਸੀ ਨਾਲ ਜੌਂਗੇ ਹੁੰਦੇ ਸੀ ਜਿਹੜੇ ਉਹ ਸਭ ਤੋਂ ਐਲੀਟ ਇਹਨਾਂ ਦੇ ਫੌਜ ਦੇ ਹੁੰਦੇ ਕਮਾਂਡੋਜ਼, ਹੈ ਨਾ। ਉਹ ਸਾਨੂੰ ਲੱਗਿਆ ਕਿ ਇਹ ਬਹੁਤ ਮੁਸ਼ਕਿਲ ਆ, ਇਸ ਤਰ੍ਹਾਂ ਨਹੀਂ ਹੋਣਾ। ਫਿਰ ਅਸੀਂ ਇੱਥੋਂ ਆਏ ਅਤੇ ਜਿਹੜੇ ਪਿੱਛੇ ਆਪਣੇ ਸਿੰਘ ਆ, ਜਿੱਦਾਂ ਲਾਭ ਸਿੰਘ ਹੋਣੀ ਅਤੇ ਅਨੋਖ ਸਿੰਘ ਹੋਣੀ, ਇਹਨਾਂ ਨੂੰ ਕਿਹਾ ਕਿ ਸਾਨੂੰ ਵੱਡੇ, ਹੈ ਨਾ, ਸ਼ਸਤਰ ਤੁਸੀਂ ਪੈਦਾ ਕਰੋ। ਫਿਰ ਅਸੀਂ ਇੱਥੇ ਹੋਰ ਲੌਜਿਸਟਿਕਸ ਪੈਦਾ ਕਰਦੇ। ਸਾਨੂੰ ਲੱਗਿਆ ਕਿ ਇਹਨੂੰ ਘੇਰ ਕੇ ਮਾਰਨਾ ਪਵੇਗਾ, ਕਿ ਬੰਦੇ ਵੀ 10-12 ਚਾਹੀਦੇ ਆ, ਅਤੇ ਗਰਨੇਡਸ ਵਗੈਰਾ ਹੋਰ ਜੋ ਕੁਛ ਬੈਸਟ ਹੋਵੇ। ਅਸੀਂ ਉਸ ਤਰੀਕੇ ਨਾਲ ਪਲੈਨਿੰਗ ਕਰਕੇ ਫਿਰ ਉਹ ਚੀਜ਼ਾਂ ਜਟਾਉਣ 'ਚ ਲੱਗ ਪਏ, ਜੋ ਇੱਥੇ ਬੰਦਿਆਂ ਨੂੰ ਕਹਿਣਾ, ਜਥੇਬੰਦੀਆਂ ਨੂੰ। ਅਤੇ ਜਿਹੜਾ ਉਹਦਾ ਐਕਸ਼ਨ ਹੋਇਆ, ਉਹ ਮੈਂ ਫਿਰ ਕਹੂੰਗਾ, ਜਿਹੜਾ ਜਾਣੀ ਕਿ ਪਰਮਾਤਮਾ ਜਿਹਦੀ ਆਈ ਹੁੰਦੀ ਆ, ਉਹ ਆਈ ਜਾਂਦੀ ਆ। ਜਿੱਦਾਂ ਹੁਣ ਮਾਕੜ ਹੋਣਾ ਦੀ ਆਈ ਜਾਂ ਰਾਜਨ ਦਾਸ ਦੀ ਆਈ ਆ, ਇੱਦਾਂ ਹੀ ਇਹਦੀ ਇੰਨੀ ਸਿਕਿਉਰਿਟੀ ਸੀਗੀ।
ਇਹ ਆਪਣੀ ਜਿੱਦਾਂ ਮੌਤ ਇਹਨੂੰ ਖਿੱਚ ਕੇ ਲੈ ਕੇ ਗਈ ਤਾਂ ਉਦਾਂ ਹੀ ਸਾਡੇ ਬੰਦੇ ਵੀ ਉੱਥੇ ਪ੍ਰੈਜ਼ੈਂਟ ਹੋ ਗਏ। ਉੱਥੇ ਜਦੋਂ ਇਹ ਆਪਣੇ ਸੁਖਦੇਵ ਤੇ ਜਿੰਦਾ ਪੂਨੇ ਵਾਲੇ ਫਲੈਟ 'ਚ ਗਏ ਆ, ਉਹ ਐਕਸ਼ਨ ਕਰਨੀ ਸੀ ਗਏ, ਐਕਸ਼ਨ ਤਾਂ ਅਸੀਂ ਇਹ ਛੱਡ ਦਿੱਤਾ ਸੀ, ਸਸਪੈਂਡ ਕਰ ਦਿੱਤਾ ਸੀ। ਉਹ ਉੱਥੋਂ ਛੋਟੇ ਵੈਪਨ ਪਏ ਸੀ, ਛੋਟੇ ਵੈਪਨਾਂ ਦੀ ਉਦੋਂ ਬਹੁਤ ਕਮੀ ਹੁੰਦੀ ਸੀ, ਉਹ ਉੱਥੇ ਜਾ ਕੇ ਛੋਟੇ ਵੈਪਨ ਚੱਕ ਕੇ ਆਉਣਾ ਸੀ ਤੇ ਉਹਨਾਂ ਨੇ ਸਾਨੂੰ ਇੱਧਰ ਕਿਤੇ ਰਾਏਪੁਰ ਮਿਲਣਾ ਸੀ, ਛੱਤੀਗੜ੍ਹ, ਉੱਥੇ ਅਸੀਂ ਮਿਲ ਕੇ ਕੋਈ ਹੋਰ ਪਲੈਨਿੰਗ ਸੀ, ਉੱਥੇ ਆਉਣਾ ਸੀ ਅਸੀਂ, ਇੱਧਰੋਂ ਉੱਥੇ ਜਾਣਾ ਸੀ ਤੇ ਇਹਨਾਂ ਨੇ ਉੱਥੇ ਆਉਣਾ ਸੀ। ਤੇ ਉੱਥੇ ਜਦੋਂ ਗਏ ਤੇ ਉੱਦਾਂ ਹੀ ਜਿੱਦਾਂ ਸਾਡੀ ਆਦਤ ਹੁੰਦੀ ਸੀ, ਅਸੀਂ ਜੇ ਵੈਪਨ ਹੁੰਦੇ ਸੀ ਵੈਪਨ ਪਾ ਕੇ ਚੱਲਦੇ ਸੀ। ਇਹ ਸ਼ਾਮ ਨੂੰ ਅਗਲੇ ਦਿਨ ਇਹਨਾਂ ਨੇ ਆਉਣਾ ਸੀ, ਟ੍ਰੇਨ ਜਿਹੜੀ ਬੰਬੇ ਕੈਲਕਟਾ ਤੋਂ ਫਾਸਟ, ਉਹ ਬੁੱਕ ਸੀਗੀਆਂ ਟਿਕਟਾਂ। ਤੇ ਇਹ ਉਹ ਜਿਹੜੀ MG ਸਟਰੀਟ ਉੱਥੇ ਸ਼ਾਪਿੰਗ ਕਰਨ ਚਲੇ ਗਏ, ਕੁਛ ਸਮਾਨ ਚਾਹੀਦਾ ਸੀ। ਜਿੰਦੇ ਨੇ ਪਿਸਤੌਲ ਪਾਇਆ ਸੀ, ਸੁਖਦੇਵ ਮੋਟਰਸਾਈਕਲ ਵਗੈਰਾ ਤਾਂ ਪਹਿਲਾਂ ਹੀ ਰੱਖਿਆ ਸੀ। ਤੇ ਇਹ ਜਦੋਂ ਉਹ ਸ਼ਾਪਿੰਗ ਕਰ ਰਹੇ ਸੀ, ਉਹ ਮੇਨ ਸਟਰੀਟ ਆ ਬੰਦ ਦੀ, ਤੇ ਇਹਨਾਂ ਨੇ ਦੇਖਿਆ ਇੱਕ ਥਾਂ ਤੇ ਉਹ ਗੱਡੀ ਜਿਹੜੀ ਉਹਦੇ ਘਰੇ ਲੱਗੀ ਹੁੰਦੀ ਸੀ, ਉਹਨਾਂ ਦੇ ਨਾਲ 'ਚ ਮਰੂਤੀ ਵੀ ਗੱਡੀ ਹੁੰਦੀ ਸੀ ਸਭ ਤੋਂ ਮੇਨ, ਹੋਰ ਕੋਈ ਗੱਡੀ ਨਹੀਂ ਸੀ ਆਈ। ਵਾਈਟ ਮਰੂਤੀ DBA ਕਿਹੜੇ ਸੰਨ ਦੀ ਗੱਲ ਹੈ? ਇਹ ਹੈਗੀ 86 ਦੀ ਗੱਲ। ਹਾਂ, ਉਹ DBA ਦੀ ਗੱਡੀ ਸੀ। ਸਾਨੂੰ ਉਹਦਾ ਨਾਂ ਅਸੀਂ ਰੈਕੀ ਕਰਦੇ ਸੀ, ਅਸੀਂ ਉਹਦੇ ਘਰੇ ਖੜੀ ਦੇਖੀ ਸੀ ਬਹੁਤ ਵਾਰ, ਉਹਦੀ ਵਾਈਫ ਚਲਾਉਂਦੀ ਹੁੰਦੀ ਸੀ ਉਹ। ਤੇ ਉੱਥੇ ਇਹਨਾਂ ਨੇ ਦੇਖਿਆ ਕਿ ਇਹ ਤਾਂ ਉਹੀ ਗੱਡੀ ਖੜੀ ਆ। ਉਹ ਇਹਨਾਂ ਦਾ ਚੱਕਰ ਖਾ ਗਿਆ ਕਿ ਇਹ ਕੀ ਚੱਕਰ ਹੈ, ਗੱਡੀ ਇੱਥੇ ਕਿਵੇਂ ਆ ਗਈ। ਇਹਨਾਂ ਨੇ ਫਿਰ ਅੰਦਰ ਦੇਖਣ ਦੁੱਖਣ ਲੱਗ ਪਏ ਸਾਰੇ। ਤੋਂ ਇੱਕ ਵੱਡੇ ਸਟੋਰ ਤੇ ਉਹਦੀ ਵਾਈਫ ਤੇ ਬੇਟਿਆ ਖੜੀ ਸ਼ਾਪਿੰਗ ਕਰ ਰਹੇ, ਸਮਾਨ ਖਰੀਦੇ। ਤੇ ਇੱਕ ਉਹਦੇ ਨਾਲ ਗਾਤ ਜਿੱਦਾਂ ਬਰਾੜ ਨੇ ਨਹੀਂ ਕੀਤੀ ਸੀ ਗਲਤੀ, ਸੇਮ ਉਸ ਤਰੀਕੇ ਨਾਲ ਉਹ ਆਪਣੀ ਸਾਰੀ ਸਿਕਿਉਰਿਟੀ ਛੱਡ ਕੇ ਬਿਲਕੁਲ ਇੱਕ ਫ੍ਰੀ ਹੋ ਕੇ ਲੇਅਰਸ ਤਰੀਕੇ ਨਾਲ ਉਹ ਆ ਗਿਆ ਸ਼ਾਪਿੰਗ ਕਰ ਆਪਣੀ ਇੱਕ ਸਿਵਲ ਗੱਡੀ ਦੇ ਵਿੱਚ। ਇੱਕ ਗਾਰਡ ਸਿਰਫ ਜਿਹੜਾ ਡਰਾਈਵਰ ਹੋਈ। ਤੇ ਉਹ ਜਦੋਂ ਇਹਨਾਂ ਨੇ ਦੇਖਿਆ, ਫਿਰ ਇਹਨਾਂ ਨੇ ਸੋਚਿਆ ਕਿ ਹੁਣ ਇਹਨੂੰ ਜਾਣ ਨਹੀਂ ਦੇਣਾ, ਇਹ ਤਾਂ ਇੱਕ ਤਰ੍ਹਾਂ ਦੀ ਇਸ਼ਾਰਾ ਹੀ ਆ, ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਇੱਦਾਂ ਹੋਵੇ। ਤੇ ਅਸੀਂ ਵੀ ਇੱਥੇ ਪ੍ਰੈਜ਼ੈਂਟ ਹੋਈਏ ਕਿ ਆਪਾਂ ਹੁਣ ਇਹਨੂੰ ਯਾਨੀ ਕਿ ਸਿਰੇ ਚਾੜਨਾ ਹੈ। ਜੋ ਹੁਕਮ ਕੌਮ ਦਾ ਤੇ ਇਹਦਾ ਤਾਂ ਬਹੁਤ ਵੱਡਾ ਦੋਸ਼ੀ ਹੈ। ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖ਼ਤ ਨੂੰ ਢਾਉਣਾ, ਸ੍ਰਿਸ਼ਟੀ ਦੇ ਸਭ ਤੋਂ ਪਵਿੱਤਰ ਥਾਨ ਤੇ ਏਡਾ ਤਾਂ ਦੋਸ਼ੀ ਨਹੀਂ ਹੈ ਕੋਈ। ਤੇ ਸਾਨੂੰ ਮੌਕਾ ਮਿਲਿਆ, ਫਿਰ ਇਹਨਾਂ ਨੇ ਉਹਨੂੰ ਬਾਹਰ ਨਿਕਲਣ ਤਾਂ ਫੋਲੋ ਕੀਤਾ, ਉਹਨੂੰ ਗੱਡੀ ਜਾਈ ਗਈ ਕਾਫੀ। ਜਦੋਂ ਸ਼ਹਿਰ ਤੋਂ ਬਾਹਰ ਚਲਾ ਗਿਆ, ਇਹਦਾ ਜਿਹੜੀ ਰਿਹਾਇਸ਼ ਸੀ ਉਹ ਸ਼ਹਿਰ ਤੋਂ ਬਾਹਰ ਸੀ, ਬਹੁਤ ਲੀਟ ਏਰੀਆ ਜਿਹੜਾ ਫੌਜੀ ਏਰੀਆ, ਤੇ ਨਾਲ ਓਸ਼ੋ ਦਾ ਐਨਕਲੇਵ ਸੀ, ਉੱਥੇ ਕਿਨੂੰ ਸੀ ਇਹਦਾ, ਉੱਥੇ ਬਹੁਤ ਪੌਸ਼ ਏਰੀਆ ਸੀ, ਉੱਧਰ ਨੂੰ ਸੀ। ਸ਼ਹਿਰ 'ਚੋਂ ਬਾਹਰ ਨਿਕਲ ਕੇ ਫਿਰ ਜਦੋਂ ਸ਼ਹਿਰ 'ਚੋਂ ਬਾਹਰ ਨਿਕਲੇ, ਜਿਹੜਾ ਆਖਰੀ ਰਾਊਂਡ ਅਬਾਊਟ ਸੀ, ਉੱਥੇ ਫਿਰ ਇਹਨਾਂ ਨੇ ਸੋਚਿਆ ਕਿ ਹੁਣ ਮਾਰੀਏ। ਫਿਰ ਜਦੋਂ ਆਖਰੀ ਰਾਊਂਡ ਅਬਾਊਟ 'ਤੇ ਉਹਨੇ ਗੱਡੀ ਇੱਦਾਂ ਚਲਾਈ, ਇਹਨੇ ਫਿਰ ਨਾਲ ਲਾ ਕੇ ਸੁਖਦੇਵ ਨੇ, ਜਿੰਦੇ ਨੇ ਕਿਹਾ ਕਿ ਤੂੰ ਨਾਲ ਲਾ ਦੇ ਬਿਲਕੁਲ, ਹੈ ਨਾ। ਉਹਨੇ ਨਾਲ ਲਾਈ ਤੇ ਉਹਨੇ ਨਾਲ ਬਿਲਕੁਲ ਸੁਖਦੇਵ ਨੇ ਉਹਦੇ 2 ਗੋਲੀਆਂ ਮਾਰੀਆਂ, ਬਸ ਉਹਦੇ ਮਾਰਨੀਆਂ ਸੀ, ਹੋਰ ਤਾਂ ਕੋਈ, ਉਹ ਪਤਾ ਸੀ ਕਿ ਡੈਡ ਆ। ਉਹਦੇ ਕੰਨ 'ਚ ਗੋਲੀਆਂ ਵੱਜੀਆਂ, ਉਹ ਡੈਡ ਆ। ਉਹਦੇ ਨਾਲ ਡਰਾਈਵਰ ਉਹ ਕਾਬਰ ਗਿਆ, ਨੈਚੁਰਲੀ ਕਾਬਰ ਜਾਣਾ ਸੀ, ਉਹ ਜਾ ਕੇ ਉਹਦਾ ਐਕਸੀਡੈਂਟ ਹੋ ਗਿਆ। ਉਹ ਨਾਲ ਇਹਨਾਂ ਨੇ ਤਾਂ ਖੜਨਾ ਨਹੀਂ ਸੀ, ਇਹਨਾਂ ਨੇ ਉੱਦਾਂ ਹੀ ਮੋਟਰਸਾਈਕਲ ਚਲਾ ਕੇ ਉਸੇ ਰਾਊਂਡ ਅਬਾਊਟ ਤੋਂ ਜਿੱਥੇ ਅਸੀਂ ਫਲੈਟ ਲਿਆ ਸੀ, ਇਹ ਉੱਧਰ ਚਲੇ ਗਏ ਤੇ ਇਹਨਾਂ ਨੇ ਆਪਣਾ ਕਰ ਕੁਰ ਕੇ ਨਿਕਲ ਗਏ। ਇਹ ਐਕਸ਼ਨ ਇਸ ਤਰ੍ਹਾਂ ਹੋਇਆ ਜਾਣੀ ਕਿ ਬਿਲਕੁਲ ਹੀ ਸਬੱਬੀ, ਤੇ ਜਿੱਦਾਂ ਗੁਰੂ ਨੇ ਹੀ ਕਰਾਇਆ ਬੰਦਾ, ਉਹਨੂੰ ਇੱਦਾਂ ਲਿਆਂਦਾ, ਇਹਨੂੰ ਉੱਥੇ ਲਿਆਂਦਾ ਤੇ ਉਹ ਹਿੱਟ ਹੋ ਗਿਆ। ਉਹ ਤਾਂ ਬਹੁਤ ਜ਼ਿਆਦਾ ਸਿਕਿਉਰਿਟੀ 'ਚ ਸੀਗਾ ਤੇ ਅਸੀਂ ਉਹ ਸੈਕਸ਼ਨ ਨੂੰ ਡਿਲੇ ਕਰ ਦਿੱਤਾ ਸੀ ਕਿ ਅਸੀਂ ਨਹੀਂ ਕਰ ਸਕਦੇ, ਹੋਰ ਬੰਦੇ ਲਿਆ ਕੇ ਵੱਡੀ ਵੈਪਨਰੀ ਨਾਲ ਅਸੀਂ ਇਹਨੂੰ ਕਰਨਾ ਹੈਗਾ ਜ਼ਰੂਰ, ਭਾਵੇਂ ਸਾਡੇ ਬੰਦੇ ਜਿੰਨੇ ਮਰਜ਼ੀ ਇਹ 'ਚ ਚਲੇ ਜਾਣ, ਪਰ ਅਸੀਂ ਅੱਗੇ ਕਰਨਾ ਸੀ। ਹਲੇ ਇਹ ਤਾਂ ਕਿਸੇ ਹੋਰ ਕੰਮ ਨੂੰ ਗਏ ਸੀ ਤੇ ਇਹ ਹੋ ਗਿਆ, ਇੱਦਾਂ ਹੋਇਆ। ਉਹਨਾਂ ਦੇ ਪਤਨੀ ਬਚ ਗਏ ਸੀ ਜਾਂ ਬਾਕੀ ਦੇ ਤਾਂ ਕਿਸੇ ਵੱਜੀ ਨਹੀਂ ਗੋਲੀ, ਉਹਦੇ ਹੀ ਮਾਰੀ। ਪਤਨੀ ਉਹਨਾਂ ਦੇ ਨਾਲ ਸੀ? ਨਾਲ ਸੀ। ਤੁਹਾਨੂੰ ਇਹ ਖਬਰ ਫਿਰ ਕਿਵੇਂ ਪਤਾ ਲੱਗੀ? ਤੁਸੀਂ ਰਾਏਪੁਰ ਸੀ? ਅਸੀਂ ਹਾਂ ਰਾਏਪੁਰ ਸੀ, ਅਸੀਂ ਸਿੰਘ। ਸਾਨੂੰ ਸ਼ਾਮ ਨੂੰ ਪਤਾ ਲੱਗਿਆ ਨਿਊਜ਼ ਚੈਨਲ ਤੇ, ਹਾਂ ਬਹੁਤ ਵੱਡੀ ਖਬਰ ਸੀਗੀ, ਇਹ ਸਾਰੇ ਇੰਡੀਆ 'ਚ ਹਾਈ ਅਲਰਟ ਹੋ ਗਿਆ, ਰੈੱਡ ਅਲਰਟ ਹੋ ਗਿਆ। ਫਿਰ ਅਸੀਂ ਵੀ ਉੱਥੋਂ ਛੇਤੀ ਨਿਕਲ ਕੇ ਕੈਲਕਟਾ ਚਲੇ ਗਏ ਕਿ ਸਾਰਾ ਇਹੀ ਕੰਮ ਬੜਾ ਰਿਸਕੀ ਹੋ ਗਿਆ ਸੀ। ਜਾਨੂੰ ਇਹ ਵੀ ਫਿਰ ਉੱਥੇ ਆ ਗਏ ਅੱਗੇ।
ਤੇ ਇਸ ਤਰ੍ਹਾਂ ਕੰਮ ਹੋਇਆ ਹੈ। ਜਿਵੇਂ ਤੁਸੀਂ ਕਹਿੰਦੇ ਹੋ ਕੁਝ ਤੁਸੀਂ ਇਹੋ ਜਿਹੇ ਵੀ ਪਲਾਨ ਕੀਤੇ ਹੋਏ ਜਿਹੜੇ ਹੋਏ ਹੀ ਨਹੀਂ ਗੇ, ਬਹੁਤ ਸਾਰੀਆਂ ਥਾਵਾਂ 'ਤੇ ਜਿਵੇਂ ਅਸੀਂ ਕੁਝ ਹੋਰ ਕਰਨ ਗਏ ਸੀ, ਉਹ ਕੌਣ ਲੋਕ ਸੀ? ਹਾਂ ਦੇਖੋ, ਇਹ ਐਕਸ਼ਨ ਗੁਰੂ ਨੇ ਆਪ ਹੀ ਕਰਾਇਆ, ਤੇ ਹੋਰ ਬਹੁਤ ਐਕਸ਼ਨ ਆ ਜਿਹੜੇ ਤੁਸੀਂ ਜਿਹੜੇ ਅਸੀਂ ਜਿਹੜੇ ਇੰਨੀ ਤੁਸੀਂ ਗਏ ਕਰਨ ਉਹ ਹੋਏ ਨਹੀਂ। ਬਹੁਤ ਮਿਹਨਤ ਕੀਤੀ, ਕਈ ਮਹੀਨੇ ਲਾਤੇ, ਰਿਸਕ ਇੰਨਾ ਲਿਆ ਕਿ ਤੁਸੀਂ ਸੋਚ ਨਹੀਂ ਸਕਦੇ, ਉਹ ਹੋਏ ਨਹੀਂ। ਹੁਣ ਚਲੋ ਇਹ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਕਿ KPS ਗਿੱਲ ਹੈ ਨਾ, KPS ਗਿੱਲ ਬਹੁਤ ਵੱਡਾ ਦੋਸ਼ੀ ਹੈ। ਸਿੱਖਾਂ ਨੇ ਬਹੁਤ ਇਹਨੇ ਨਸਲਕੁਸ਼ੀ ਕੀਤੀ ਹੈ, ਬਹੁਤ ਬੜੇ ਜਾਣੀ ਕਿ ਹੰਕਾਰ 'ਚ ਕਹਿੰਦਾ ਸੀ ਕਿਵੇਂ ਮਾਰੇ ਹਨ, ਤੇ ਸਾਰਾ ਪੰਥ ਚਾਹੁੰਦਾ ਸੀ ਕਿ ਇਹਨੂੰ ਸਜ਼ਾ ਮਿਲੇ ਜਿਉਂਦੇ ਜੀ। ਜਦੋਂ ਇਹ ਮਰਿਆ ਨੈਚੁਰਲੀ ਲੋਕਾਂ 'ਚ ਇੱਕ ਉਦਾਸੀ ਸੀ ਕਿ ਇਦਾਂ ਨਹੀਂ ਸੀ ਮਰਨਾ ਚਾਹੀਦਾ, ਪਰ ਜੋ ਪ੍ਰਮਾਤਮਾ ਦੀ ਹੁੰਦੀ ਹੈ ਮਰਨ ਦਾ, ਉੱਦਾਂ ਹੀ ਮਰਨਾ ਹੁੰਦਾ। ਮੈਂ ਤਾਂ ਇਹੀ ਜਾਣੀ ਕਿ ਪੰਥ ਨੂੰ ਦੱਸਣਾ ਚਾਹਾਂਗੇ ਕਿ ਅਸੀਂ ਕੋਈ ਕਮੀ ਨਹੀਂ ਰੱਖੀ। ਅਸੀਂ ਬਹੁਤ ਅਟੈਂਪਟਸ ਲਿੱਤੀਆਂ ਉੱਤੇ, ਬਹੁਤ ਹੀ ਸੀਰੀਅਸ ਅਟੈਂਪਟਸ, ਜਿਨ੍ਹਾਂ 'ਚੋਂ ਬਚ ਨਹੀਂ ਸੀ ਸਕਦਾ। 5 ਅਟੈਂਪਟਸ ਦਾ ਮੈਨੂੰ ਪਤਾ, ਇੱਕ ਦੇ ਵਿੱਚ ਤਾਂ ਮੈਂ ਸ਼ਾਮਲ ਸੀਗਾ। ਜਿਹੜਾ ਹੁਣ ਬੇਅੰਤ ਸਿੰਘ ਵਾਲਾ ਜਿਹੜਾ ਹੋਇਆ, ਉਹ ਸੈਕਟਰੀਏਟ ਵਾਲਾ ਕੰਮ, ਉਹ ਬਾਅਦ 'ਚ ਹੋਇਆ। ਉਸੇ ਥਾਂ ਤੇ ਲਿਬਰੇਸ਼ਨ ਫੋਰਸ ਤੇ KCF ਵਾਲੇ ਸਿੰਘਾਂ ਨੇ, ਮੈਂ ਵੀ ਉਦੋਂ ਉੱਥੇ ਸੀਗਾ, ਇਹ ਹੈਗੀ 89 ਦੇ ਅਖੀਰ ਜਿਹੜੀ ਗੱਲ ਆ, ਬਿਲਕੁਲ ਉਸੇ ਥਾਂ ਤੇ ਉਸੇ ਤਰ੍ਹਾਂ ਵਾਈਟ ਵੈਸਟ ਲਾ ਕੇ 30 ਕਿਲੋ RDX ਲਾ ਕੇ ਇਹਨੂੰ 2 ਵਾਰ ਰਿਮੋਟ, ਪਹਿਲਾਂ ਉਹ ਚੱਲਦਾ ਰਿਹਾ, ਜਦੋਂ ਰਿਮੋਟ ਸਵੇਰੇ ਚੈੱਕ ਕੀਤਾ ਉਦੋਂ ਮੈਂ ਗਿਆ ਵੀ ਉੱਥੇ ਸੈਕਟਰੀਏਟ, ਚਲਾਇਆ ਬਿਲਕੁਲ ਵਧੀਆ ਚੱਲਿਆ, ਮੈਂ ਦੱਬਿਆ ਉਹ ਚੱਲਿਆ, ਤੇ ਜਦੋਂ ਸ਼ਾਮ ਨੂੰ ਇਹ ਆਇਆ ਉਦੋਂ ਚੱਲਿਆ ਨਹੀਂ। ਫਿਰ 9-10 ਦੇ ਰਾਊਂਡ ਅਬਾਊਟ ਤੇ ਲਾਇਆ, ਫਿਰ ਨਹੀਂ ਚੱਲਿਆ। ਫਿਰ ਇਹਨੂੰ ਇੱਕ ਥਾਂ ਹੋਰ, ਇੱਥੇ ਗੁਰਜੰਟ ਸਿੰਘ ਹੋਣਾ ਨੇ ਇੱਕ ਟਰੈਪ ਲਾ ਕੇ ਇਹਨੂੰ ਜਗਰਾਓਂ ਵਿੱਚ ਬੁਲਾਉਣ ਦੀ ਕੋਸ਼ਿਸ਼ ਕੀਤੀ, ਇੱਕ ਕੋਈ ਐਕਸ਼ਨ ਕੀਤਾ। ਉਹ ਪਿੰਡ ਦੇ ਸਾਰਿਆਂ 4 ਹੀ ਥਾਵਾਂ ਤੇ ਆਲੇ ਦੁਆਲੇ ਮਾਈਨਸ ਲਾਈਆਂ ਤੇ ਸਾਰਾ ਕੁਛ, ਉਹ ਵੀ ਇੱਕ 5ਵੇਂ ਥਾਂ 'ਚੋਂ ਆ ਗਿਆ। ਤੇ ਫਿਰ ਇੱਕ ਹੋਰ ਥਾਂ ਤੇ ਜਹਾਨ ਖੇਲਾਂ, ਜਿਹੜਾ ਪੁਲਿਸ ਟ੍ਰੇਨਿੰਗ ਇੰਸਟੀਚਿਊਟ ਆ, ਉੱਥੇ ਵੀ ਲਿਬਰੇਸ਼ਨ ਦੇ ਸਿੰਘ ਜਿਹੜੇ ਡਾਕਟਰ ਹਰੀ ਸਿੰਘ, ਤੇ ਉਹਦੀ ਬਹੁਤ ਵੱਡੀ ਭੂਮਿਕਾ ਆ। ਉਹਨੇ ਉੱਥੇ ਇਹਨੇ ਪਾਸਿੰਗ ਆਊਟ ਪਰੇਡ ਜਿਹੜੀ ਚਾਹੁੰਦਾ ਸੀਗਾ, ਉੱਥੇ ਵੀ ਸਾਡੇ ਸਿੰਘ ਸੀਗੇ। ਤੇ ਉੱਥੇ ਜਿਹੜਾ ਉਹ ਹੁੰਦਾ ਆ, ਜਿਹੜਾ ਗਰਾਊਂਡ ਦੇ ਵਿੱਚ ਇੱਕ ਨਹੀਂ ਬਣਾਇਆ ਹੁੰਦਾ ਸ਼ੈੱਡ ਜਿਹਾ, ਉੱਪਰ ਸਟੇਜ ਬਣਾਇਆ ਹੁੰਦਾ, ਉੱਤੇ ਰੂਫ ਜਿਹਾ ਹੁੰਦਾ, ਉਹ ਰੂਫ ਦੇ ਉੱਤੇ ਜਿੱਥੇ ਇਹਨੇ ਖੜਨਾ ਸੀ, ਉੱਥੇ 15 ਕਿਲੋ RDX ਲਾ ਕੇ ਪੂਰਾ ਸੀਮੈਂਟਡ ਕਰਕੇ ਤੇ ਉਹਦਾ ਸਿਗਨਲ ਕੱਢਿਆ। ਤੇ ਉਹ ਕਿੱਡਾ ਮੁਸ਼ਕਿਲ ਕੰਮ ਸੀ। ਉਹ ਬੰਦੇ ਨੇ, ਡਾਕਟਰ ਹਰੀ ਸਿੰਘ ਉਰਫ ਮਨਜੀਤ ਸਿੰਘ ਹਨ, ਉਹਨੇ ਕੀਤਾ ਬਿਲਕੁਲ ਕਮਾਂਡੋ ਬਣ ਕੇ, ਤੇ ਉਹ ਲਾ ਕੇ ਤੇ ਉੱਥੇ ਇਹਨੇ ਲੈਕਚਰ ਦੇਣਾ ਸੀ ਕਿ ਉਹ ਨਾਮ ਵੰਡਣੇ ਸੀ। ਉਹ ਲਾਸਟ ਮੂਮੈਂਟ ਇਹ ਆਇਆ ਨਹੀਂ, ਤੇ ਇਹਨੇ MS ਭੁੱਲਰ ਨੂੰ ਭੇਜ ਦਿੱਤਾ, ਜਿਹੜਾ ਬਾਅਦ DGP ਬਣਿਆ। ਉਹ ਬੜਾ ਨੇਕ ਬੰਦਾ ਸੀ, ਚੰਗਾ ਬੰਦਾ ਸੀ। ਉਹ ਫਿਰ ਅਸੀਂ ਨਹੀਂ ਕੀਤਾ। ਫਿਰ ਦੇਖੋ ਕਿ ਸਿੰਘਾਂ ਦੇ ਕਿੱਡੇ ਜਿਹੜੇ ਉਹ ਕਿ ਦੁਬਾਰਾ ਕੋਈ ਚਾਂਸ ਦਿੱਤਾ, ਉਹ ਦੁਬਾਰਾ ਫਿਰ ਲਾ ਕੇ ਲਿਆਂਦਾ ਜਿਹੜਾ RDX। ਹਾਂ, ਫਿਰ ਉਸ ਤਰ੍ਹਾਂ ਹੀ ਉਹ ਦੁਬਾਰਾ ਕਰਕੇ ਆਂਦਾ। ਯਾਨੀ ਕਿ 3 ਤਾਂ ਇਹ ਬਹੁਤ ਹੀ ਸੋਲਿਡ ਸੀ, ਜਿਨ੍ਹਾਂ 'ਚ ਇਹ ਬਚਣਾ ਨਹੀਂ ਸੀ ਚਾਹੀਦਾ। ਕਿੰਨਾ ਟਾਈਮ ਲਾ ਕੇ ਇਹ 'ਚ ਕੀਤਾ ਸੀ। ਈਵਨ ਮੈਂ ਜਾ ਕੇ ਉੱਥੇ ਸੈਕਟਰੀਏਟ 2-3 ਦਿਨ ਸਾਰਾ ਦੇਖਿਆ ਕਿ ਠੀਕ ਆ ਸਾਰਾ ਕੁਛ। ਇਹ ਗੱਲ ਦਾ ਇਹ ਜਦੋਂ ਮੇਰੀ ਇੰਟਰੋਗੇਸ਼ਨ ਹੋਈ ਆ, ਤੇ ਮੈਂ ਉਹਨੂੰ ਦੱਸਿਆ, ਤੇ ਬਹੁਤ ਹਿੱਲ ਗਏ। ਤੇ ਗਿੱਲ ਨੂੰ ਵੀ ਉਹਨੂੰ ਦੱਸਿਆ, ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਇਸ ਤਰ੍ਹਾਂ ਹੋਈ ਹੈ। ਪਰ ਇਹ ਪੰਥ ਨੂੰ ਜਾਣੀ ਕਿ ਚਾਹੀਦਾ ਕਿ ਜਿਹੜੇ ਬੰਦੇ ਨੇ ਜਿੱਦਾਂ ਉਹਦੀ ਮੌਤ ਹੁੰਦੀ ਉੱਦਾਂ ਹੀ ਮਰਨਾ ਹੁੰਦੀ ਹੈ। ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਜਿਹਨੇ ਮਰਨਾ ਹੁੰਦਾ ਉਹਨੇ ਉਸੇ ਤਰੀਕੇ ਨਹੀਂ ਮਰਨਾ। ਜਿਵੇਂ ਬੇਅੰਤ ਸਿੰਘ ਦਾ ਕਤਲ ਹੋਇਆ, ਜਾਂ ਤੁਸੀਂ ਕਹਿੰਦੇ KPS ਗਿੱਲ ਤੇ ਸੈਕਟਰੀਏਟ ਦੇ ਅੰਦਰ ਗੱਡੀ ਖੜਾ ਕੇ RDX ਸੀ, ਫਿਰ ਇਸ ਤਰ੍ਹਾਂ 'ਚ ਕੋਈ ਮਤਲਬ ਅੰਦਰੋਂ ਵੀ ਮਦਦ ਕਰਦਾ, ਕੋਈ ਸੈਕਟਰੀਏਟ 'ਚੋਂ, ਪੁਲਿਸ ਚੋਂ, ਗਵਰਨਮੈਂਟ 'ਚੋਂ ਵੀ ਸਾਰੇ ਸਾਡੇ ਜਾਣੀ ਕਿ ਸਾਡੀ ਸਾਰੇ ਹੀ ਮਦਦ ਕਰਦੇ ਸੀ। ਐਵਰੀਬਡੀ ਸਾਡੇ ਪਿੱਛੇ ਪੰਥ ਦੀ ਅਰਦਾਸ ਸੀ।
ਹਰ ਮਹਿਕਮੇ 'ਚ ਹਰ ਥਾਂ ਤੇ ਬੰਦੇ ਆਪਣੇ ਆਪ ਆ ਕੇ ਦੱਸਦੇ ਸੀ। ਇਨਫੋਰਮੇਸ਼ਨ ਦਿੰਦੇ ਸੀ ਜਾਂ ਐਵਰੀਬਾਡੀ ਗੱਡੀ ਲੱਗਣ 'ਚ ਕਿਸੇ ਨੇ ਮਦਦ ਹੀ ਕੀਤੀ ਉਹ ਅੰਦਰ। ਹਾਂ, ਹਰ ਇੱਕ ਥਾਂ ਤੇ ਕੀ ਫੌਜ ਆ ਕੀ ਮਿਲਟਰੀ ਐਵਰੀਵੇਅਰ। ਇਹ ਤਾਂ ਹਰ ਥਾਂ ਬੰਦੇ ਇਹ ਕਿਉਂਕਿ ਇਹ ਕੋਈ ਉੱਦਾਂ ਸਾਡੀ ਆਪਣੀ ਕੋਈ ਮੂਵਮੈਂਟ ਥੋੜ੍ਹਾ ਸੀ, ਤਾਂ ਅਸੀਂ ਪੰਥ ਦੀ ਅਰਦਾਸ ਚੋਂ ਤਾਂ ਨਿਕਲੇ ਸੀ ਅਸੀਂ, ਜਾਂ ਆਪਣੇ ਕੋਈ ਕੰਮ ਥੋੜ੍ਹੀ, ਸਾਡੀ ਕਿਸੇ ਨਾਲ ਕੀ ਦੁਸ਼ਮਣੀ ਸੀ, ਸਾਡਾ ਇਹਨਾਂ ਤੋਂ ਕੀ ਲੈਣਾ ਦੇਣਾ। ਉਹਨਾਂ ਨੇ ਤਾਂ ਜ਼ੁਲਮ ਕੀਤੇ, ਬੇਇਨਸਾਫੀਆਂ ਕੀਤੀਆਂ, ਲਲਕਾਰਿਆ ਗੁਰੂ ਨੂੰ, ਅਕਾਲ ਪੁਰਖ ਨੂੰ, ਤੇ ਅਸੀਂ ਤਾਂ ਇੱਕ ਜ਼ਰੀਆ ਸੀ, ਤੇ ਸਾਨੂੰ ਤਾਂ ਮਦਦ ਸਾਰੇ ਪਾਸੋਂ ਹੀ ਸੀਗੀ, ਹਰ ਪਾਸੋਂ ਸੀ। ਤੇ RDX ਵਗੈਰਾ ਕਿੱਥੋਂ ਆਉਂਦਾ ਸੀ ਫਿਰ ਉਹਦੇ ਲਈ? ਉਹ ਤਾਂ ਅਸੀਂ ਪ੍ਰਬੰਧ ਕਰ ਲੈਂਦੇ ਸੀ। ਜਦੋਂ ਤੁਸੀਂ ਪ੍ਰਬੰਧ ਕਰਨਾ ਹੀ ਹੁੰਦਾ, ਜਿੱਦਾਂ ਮੈਂ ਦੱਸਿਆ ਕਿ 6 ਜੂਨ ਨੂੰ ਅਸੀਂ ਇਹ ਡਿਸਾਈਡ ਕੀਤਾ ਕਿ ਨਾਓ ਆਰਮਡ ਸਟਰਗਲ, ਜੰਗ ਤੇ ਸ਼ਹਾਦਤ, ਤੇ ਹੁਣ ਆਹ ਬੰਦਿਆਂ ਨੂੰ ਲੱਭਣਾ ਹੈ ਤੇ ਵੈਪਨਸ ਅਸੀਂ ਮਹੀਨੇ 'ਚ ਸਾਰਾ ਕੁਛ ਕਰ ਲਿਆ। ਕਿ ਜਦੋਂ ਦੇਖਿਆ ਹੁਣ ਦਿੱਲੀ ਕਰਨਾ ਆ, ਕੁਛ ਟਾਈਮ 'ਚ ਕਰ ਲਿਆ ਸੀ, ਜਦੋਂ ਕਿ ਬੰਬੇ ਕਰਨਾ ਆ। ਜਦੋਂ ਤੁਸੀਂ ਹੋਲ ਹਾਰਟਡਲੀ ਫੋਕਸ ਹੋ ਕੇ ਸੱਚੇ ਦਿਲੋਂ ਕਰ ਰਹੇ ਹੋ, ਕੁਛ ਵੀ ਤੁਹਾਡਾ ਆਪਣਾ ਨਹੀਂ ਵਿੱਚ, ਤਾਂ ਫਿਰ ਗੁਰੂ ਮਦਦ ਕਰਦਾ ਹੈ। ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਹੋ ਕਿ ਜਿੱਥੇ ਤੁਹਾਡੀ ਕੋਈ ਮੈਂ, ਕੋਈ ਧੜਾ ਜਾਂ ਕੋਈ ਨਿੱਜੀ ਇੰਟਰਸਟ ਜਾਂ ਛੋਟੀ ਸੋਚ ਨਾ ਹੋਵੇ, ਉੱਥੇ ਕੁਦਰਤ ਰਾਹ ਦਿੰਦੀ ਹੈ। ਇਹ ਇੱਕ ਅਨਦਿਸਦੇ ਕਾਨੂੰਨ ਆ। ਇਸ ਬੁੱਕ 'ਚ ਮੈਂ ਇਹ ਗੱਲਾਂ ਦੀ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਦੇਸ਼ ਦੀ ਹਿਸਟਰੀ ਹੈ ਕਿ ਨਹੀਂ। ਦੇਸ਼ ਦੀ ਹਿਸਟਰੀ ਤਾਂ ਕੁਛ ਬੰਦੇ ਆ ਜਾਂਦੇ ਆ, ਸਾਰੀ ਹਿਸਟਰੀ 'ਚੋਂ ਇੰਪੋਰਟੈਂਟ ਹੋ ਜਾਂਦੇ ਕੁਛ ਈਵੈਂਟ, ਉਹਨਾਂ ਦੇ ਆਲੇ ਦੁਆਲੇ ਸਾਰਾ ਕੁਛ ਆਪਾਂ ਬੰਨ ਦਿੰਦੇ ਹਾਂ। ਕੁਛ ਬੰਦੇ ਹੁੰਦੇ ਆ, ਉਹਨਾਂ ਨੂੰ ਆਪਾਂ ਜਾਣਦੇ ਹਾਂ, ਪਰ ਉਹਨਾਂ ਦਾ ਬਾਹਲਾ ਕੁਛ ਨਹੀਂ ਜਾਣਦੇ ਹੁੰਦੇ, ਉਹ ਸਪੋਰਟਿੰਗ ਹੁੰਦੇ ਆ। ਤੇ ਬਹੁਤ ਹਿੱਸਾ ਉਹ ਹੁੰਦਾ ਜਿਹੜਾ ਰੀਅਲ ਹੁੰਦਾ ਹੈ, ਜਦੋਂ ਸਾਡੇ ਪਿੱਛੇ ਖੜੇ ਆ, ਜਿੱਦਾਂ ਮਾਵਾਂ, ਧੀਆਂ, ਭੈਣਾਂ, ਬਜ਼ੁਰਗਾਂ ਦੀ ਅਰਦਾਸ, ਸਮੁੱਚੀ ਇੱਕ ਸਮੂਹਿਕ ਅਰਦਾਸ, ਉਹਨਾਂ ਦੀ ਸੇਵਾ, ਉਹਨਾਂ ਦੀ ਕਾਲਨਾ, ਉਹਨਾਂ ਦੇ ਸੁੱਚੇ ਸੱਚੇ ਅਮਲ, ਉਹਨਾਂ ਦੇ ਪਿਆਰ ਮੁਹੱਬਤਾਂ, ਜਿਹੜੇ ਇੰਨੇ ਨੇਕ ਤੇ ਸ਼ਰੀਫ ਬੰਦੇ ਸੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਤੇ ਕਿਸ ਮਾਹੌਲ 'ਚ ਬੰਦੇ ਸਿਮਰਨ ਤੇ ਬੰਦੇ ਕਿਹੋ ਜਿਹੇ ਉੱਚੇ ਐਲੀਵੇਟਡ ਕਰੈਕਟਰਸ ਰਹਿ ਰਹੇ ਸੀ, ਕਿਸ ਤਰ੍ਹਾਂ ਤਸ਼ੱਦਦ, ਯਾਨੀ ਕਿ ਪੁਰਾਣਾ ਇਤਿਹਾਸ ਦੁਹਰਾਇਆ, ਕਿਸੇ ਨੇ ਕਦੀ ਕੁਛ ਨਹੀਂ ਦੱਸਿਆ। ਦੇਖੋ ਕਿ ਮੈਨੂੰ ਜਾਣਦੇ ਕੋਈ, ਮੈਂ ਇੱਕ ਦਿਨ ਲਿਖ ਰਿਹਾ ਸੀ, ਕੋਈ 14 ਸਿੰਘ ਫੜੇ ਗਏ ਜਿਨ੍ਹਾਂ ਨੂੰ ਮੇਰੇ ਬਾਰੇ ਸਭ ਕੁਛ ਪਤਾ ਸੀ। ਕੁਛ ਨੂੰ ਤਾਂ ਸਪੈਸ਼ਲੀ ਇਸ ਕਰਕੇ ਸੀ ਕਿ ਇਹ ਉਹਨਾਂ ਬਾਰੇ ਜਾਣਦਾ। ਉਹਨਾਂ ਦੇ ਡੈਥ ਟਾਰਚਰ ਹੋਇਆ ਹਰ ਤਰੀਕੇ ਨਾਲ, ਕਿਸੇ ਨੇ ਕਦੀ ਨਹੀਂ ਦੱਸਿਆ। ਅਸੀਂ ਉਹਨਾਂ ਠਹਿਰਾਂ ਤੇ ਸ਼ੁਰੂ ਤੋਂ ਲੱਗ ਕੇ ਅਖੀਰ ਤੱਕ ਵੀ ਜਾਂਦੇ ਰਹੇ ਹਾਂ। ਹੁਣ ਵੀ ਉਹ ਠਹਿਰਾਂ ਬਚੀਆਂ ਹੀ ਆ ਜਿੱਥੇ ਅਸੀਂ ਜਾਂਦੇ ਰਹੇ ਹਾਂ। ਕਦੀ ਇਹ ਕੋਈ ਆਮ ਆਪਣੇ ਆਪ ਥੋੜ੍ਹਾ ਹੋ ਸਕਦਾ ਹੈ, ਕੋਈ ਦੁਸ਼ਮਣੀ ਜਾਂ ਕੋਈ ਗੁੱਸੇ ਵਾਲੀ ਗੱਲ 'ਚੋਂ ਜਿੱਦਾਂ ਇਹ ਹੋ ਜਾਂਦਾ ਕਿ ਰਿਐਕਸ਼ਨ ਸੀ, ਗੁੱਸਾ ਸੀ, ਰਿਸੈਂਟਮੈਂਟ ਸੀ, ਜਾਂ ਕੋਈ ਪੋਲੀਟੀਕਲ ਕਾਰਨ ਸੀ, ਪਾਰਟੀਆਂ ਦੀ ਆਸ ਸੀ, ਕਿਸੇ ਦੇਸ਼ ਦੀ ਇੰਸਟੀਗੇਸ਼ਨ ਸੀ, ਇਕਨੋਮਿਕ ਕਾਰਨ ਸੀ, ਕਿ ਸੋਸ਼ਲ ਕਾਰਨ ਸੀ, ਆਹ ਕਾਰਨ। ਉਹ ਤਾਂ ਜਿੱਦਾਂ ਹੁਣ ਮੋਡਰਨਿਟੀ ਆਧਾਰਿਤ ਜਿਹੜਾ ਅਕੈਡਮੀਸ਼ੀਆ ਜਾਂ ਵਿਆਖਿਆ ਉਹ ਆਪਣੀ ਕੱਢਦੀ ਆ, ਕਿਉਂਕਿ ਉਹਨਾਂ ਦੀ ਸੋਚ ਹੀ ਇੱਥੇ ਤੱਕ ਆ, ਉਹਨਾਂ ਦੀ ਪਹੁੰਚ ਇੱਥੇ ਤੱਕ ਆ। ਉਹਦੇ ਅਨੁਸਾਰ ਸਾਡੇ ਬੰਦੇ ਵੀ, ਕਿਉਂਕਿ ਉਹ ਤੋਂ ਬਹੁਤ ਜ਼ਿਆਦਾ ਪ੍ਰਭਾਵ ਤੇ ਆ ਵੈਸਟਰਨ ਲੈਫਟਿਸਟ ਤੇ ਹਿੰਦੂਤਵਾ ਤੋਂ, ਸਾਡੇ ਵੀ ਕਰਨ ਲੱਗ ਪੈਂਦੇ ਆ। ਇਹ ਰੀਅਲ ਗੱਲ ਇਹ ਥੋੜ੍ਹਾ ਸੀ, ਅਸੀਂ ਇਸ ਕਰਕੇ ਥੋੜ੍ਹਾ ਤੁਰੇ ਹਾਂ। ਅਸੀਂ ਤਾਂ ਜਾਣੀ ਕਿ ਬਿਲਕੁਲ, ਜਾਣੀ ਕਿ ਅਸੀਂ ਤਾਂ ਪੰਥ ਤੇ ਅਟੈਕ ਹੋਇਆ, ਗੁਰੂ ਤੇ ਅਟੈਕ ਹੋਇਆ, ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਕਾਲ ਆਈ ਅਰਦਾਸ 'ਚੋਂ, ਤੁਸੀਂ ਤੁਰੇ ਹਾਂ। ਅਸੀਂ ਤਾਂ ਜੰਗ ਤੇ ਸ਼ਹਾਦਤ ਲਈ ਤੁਰੇ ਹਾਂ। ਸਾਡਾ ਹੋਰ ਤਾਂ ਕੋਈ ਵਿਜ਼ੀਬਲ ਉਸ ਵਕਤ ਮਕਸਦ ਹੈ ਹੀ ਨਹੀਂ ਸੀਗਾ। ਬਾਕੀ ਜਿਹੜੇ ਆਬਜੈਕਟਿਵਸ ਉਹ ਤਾਂ ਵਿਦ ਟਾਈਮ ਨਿਕਲਦੇ ਨੇ, ਉਹ ਤਾਂ ਬਾਅਦ 'ਚ, ਇਹਦਾ ਮੌਕਾ ਹੀ ਐਡਾ ਵੱਡਾ ਸੀ, ਜਿਹੜੀ ਬਾਅਦ 'ਚ ਇੰਟਰਪ੍ਰੀਟੇਸ਼ਨ ਤਾਂ ਬਾਅਦ 'ਚ ਹੋਣੀ ਸੀ, ਹੁਣ ਹੋਣੀ ਹੈ। ਹੁਣ ਜਿਹੜੇ ਨਵੇਂ ਯੂਥ, ਜਿਹੜੇ ਨਵੇਂ ਇਸ ਰੀਅਲ ਸਕਾਲਰਸ ਆਉਣਗੇ, ਪੰਥ 'ਚ ਕੱਢ ਕੇ ਜਿਹੜੇ ਇੰਟਰਪ੍ਰੀਟੇਸ਼ਨ ਕਰਨਗੇ, ਉਹ ਕਰਨਗੇ ਜਿਨ੍ਹਾਂ ਦੀ ਸੁਰਤ ਹੀ ਵੈਸਟ ਮਾਡਰਨਿਟੀ ਤੇ ਲੈਫਟ ਤੇ ਹਿੰਦੂਤਵਾ ਤੇ ਹਾਵੀ ਆ। ਜਿਹੜੀ ਟ੍ਰੇਨਿੰਗ ਉਹਨਾਂ ਨੇ ਕੀ ਕਰਨੀ ਹੈ, ਉਹ ਹੋ ਰਹੀ ਆ, ਤੇ ਬੜੇ ਸ਼ੁਭ ਸ਼ਗਨ ਆ, ਉਹ ਬਿਗਨਿੰਗਸ ਹੋ ਰਹੀਆਂ। ਤੇ ਉਸੇ ਕਰਕੇ ਕਿਤਾਬ ਦੀ ਮੈਂ ਤਾਂ ਉਹੀ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਪਹਿਲਾਂ ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਮੇਰੇ ਤੋਂ ਹੋਇਆ ਨਹੀਂ, ਕਿ ਮੈਨੂੰ ਇਹ ਲੱਗਦਾ ਸੀ ਕਿ ਉਸ ਤਰੀਕੇ ਨਾਲ ਜਿੱਦਾਂ ਸਭ ਕੁਛ ਲਿਖਿਆ ਜਾ ਰਿਹਾ, ਇਹਦਾ ਤਾਂ ਕੋਈ ਮਹਿਨਾ ਨਹੀਂ ਹੈ, ਫਾਇਦਾ ਕੋਈ ਨਹੀਂ ਹੈ। ਇੱਕ ਵਿਆਖਿਆ ਤੋਂ ਮੰਨ ਲਓ ਮਾਡਰਨਿਟੀ ਕਰੂ ਕਿਸੇ ਵੀ ਚੀਜ਼ ਦੀ, ਕੋਈ ਲੈਫਟਿਸਟ ਕਰ ਸਕਦਾ ਹੈ, ਕੋਈ ਹੋਰ ਸਕਾਲਰ ਕਰ ਸਕਦਾ,
ਪੰਥ ਚੋਂ ਕੁਝ ਲੋਕ ਸੀ ਜਿਨ੍ਹਾਂ ਨੇ ਤੁਹਾਨੂੰ ਲੱਗਦਾ ਬੈਸਟ ਵਿਆਖਿਆ ਕਰਤੀ ਇਹ ਮੂਵਮੈਂਟ ਦੀ? ਹੈ ਕੋਈ ਇਹੋ ਜਿਹਾ ਬੰਦਾ? ਹਾਂ, ਬੜੇ ਜਾਣੀ ਕਿ ਸ਼ੁਭ ਕਰਮ ਹੋਏ ਆ, ਬੜਾ ਸਾਥ ਰਿਹਾ, ਜਿੱਦਾਂ ਜਿਨ੍ਹਾਂ ਦੀ ਦੇਣ ਬਹੁਤ ਆ। ਜਿੱਦਾਂ ਦੇਖੋ, ਸਭ ਤੋਂ ਵੱਡੀ ਦੇਣ ਤਾਂ ਇਹਨਾਂ ਰਾਈਟਿੰਗ ਸੀ, ਜਿੱਦਾਂ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਜਿੱਦਾਂ ਸਰਦਾਰ ਜਗਜੀਤ ਸਿੰਘ, ਤੇ ਹੁਣ ਦੇ ਸਮਿਆਂ 'ਚ ਜਿੱਦਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਡਾਕਟਰ ਗੁਰਭਗਤ ਸਿੰਘ, ਚਲੋ ਪ੍ਰੋਫੈਸਰ ਮਹਿਬੂਬ, ਗੁਰਭਗਤ ਸਿੰਘ ਤੇ ਜਗਜੀਤ ਸਿੰਘ ਹੁਣਾਂ ਨੂੰ ਤਾਂ ਅਸੀਂ ਮਿਲਦੇ ਵੀ ਰਹੇ ਹਾਂ। ਹੋਰ ਵੀ ਬੰਦਿਆਂ ਨੇ ਕੋਸ਼ਿਸ਼ ਕੀਤੀ, ਪਰ ਜੋ ਰੀਅਲ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਖੜ ਕੇ ਪੰਥ ਦੀ ਸੁੱਤ 'ਚ ਹੋਣੀ ਚਾਹੀਦੀ ਸੀ, ਉਹ ਸੱਚ 'ਚ ਉਹਦੇ ਵੱਲ ਅਟੈਂਪਟਸ ਹੋਏ ਆ, ਅਟੈਂਪਟਸ ਕਈਆਂ ਨੇ ਕੀਤੇ ਆ, ਪਰ ਉਹ ਜਾਣੀ ਕਿ ਪੂਰੀ ਨਹੀਂ ਹੋਈ। ਤਾਂ ਮੈਂ ਵੀ ਨਹੀਂ ਕਹਿੰਦਾ ਕਿ ਮੈਂ ਦੀ ਵੀ ਕੋਸ਼ਿਸ਼ ਆ, ਇਹ ਜਸਟ ਇਹ ਨੀਅਰ ਅਪਰੋਕਸੀਮੇਸ਼ਨ ਆ। ਤੇ ਮੈਂ ਤਾਂ ਹੀ ਪਹਿਲਾਂ ਕਈ ਵਾਰ ਕੀਤੀ, ਤੇ ਮੈਂ ਉਹਨਾਂ ਨੂੰ ਜਾਣੀ ਕਿ ਪਾੜ ਦਿੰਦਾ ਰਿਹਾ ਕਿ ਇਹ ਕਿਤੇ ਪਹੁੰਚਦੀ ਨਹੀਂ। ਤੇ ਹੁਣ ਫਿਰ ਮੈਂ ਸੋਚਿਆ ਕਿ ਹੁਣ ਤਾਂ ਕਰਨੀ ਪੈਣੀ, ਤੇ ਫਿਰ ਮੈਂ ਇੱਕ ਕੋਸ਼ਿਸ਼ ਕਰਕੇ ਅਪਰੋਕਸੀਮੇਸ਼ਨ ਹੀ ਕੀਤੀ ਆ। ਤੇ ਹੁਣ ਵੀ ਅੱਗੇ ਜਾਣੀ ਮੈਨੂੰ ਲੱਗਦਾ ਕਿ ਇਸ ਤੋਂ ਬਿਹਤਰ ਹੋਏਗੀ। ਮੈਂ ਤੁਹਾਡੀ ਕਿਤਾਬ ਪੜ੍ਹੀ ਹੈ ਸਾਰੀ, ਤੇ ਤੁਸੀਂ ਇੱਕ ਬੜੀ ਸ਼ੁਰੂਆਤ 'ਚ ਜਿਹੜੀ ਗੱਲ ਲਿਖਦੇ ਹੋ, ਮੈਨੂੰ ਲੱਗੀ ਵੀ ਕਿ ਜਿਹੜਾ ਤੁਸੀਂ ਲਿਖ ਰਹੇ ਹੋ ਕਿ ਹਰ ਪੱਖ ਤੋਂ, ਹੁਣ ਮੇਰੀ ਲਾਈਨਾਂ ਯਾਦ ਨਹੀਂ ਆ ਰਹੀਆਂ, ਉਹ ਕਿ ਜਿਹੜੀ ਟੋਟੈਲਿਟੀ 'ਚ ਗੱਲ ਹੋਣ ਦੀ ਜਿਹੜੀ ਲੋੜ ਹੁੰਦੀ ਹੈਗੀ, ਉਹ ਨਹੀਂ ਹੋਈ। ਜਿਵੇਂ ਅਸੀਂ ਆਪਣੇ ਪੱਖ ਤੋਂ ਰੱਖਿਆ, ਸਟੇਟ ਨੇ ਆਪਣੇ ਪੱਖ ਤੋਂ ਰੱਖਿਆ, ਅਫਸਰਸ਼ਾਹੀ ਨੇ ਆਪਣੇ ਪੱਖ ਤੋਂ ਰੱਖਿਆ, ਵਿਦਵਾਨਾਂ ਨੇ ਆਪਣੇ ਪੱਖ ਤੋਂ ਰੱਖਿਆ। ਇਹਦਾ ਕੀ ਮੀਨਿੰਗ ਆ? ਮਤਲਬ ਇਹਦਾ ਇਹੀ ਮੀਨਿੰਗ ਹੈ ਕਿ ਦੇਖੋ, ਜਿਹੜਾ ਭਾਰੂ ਜੋ ਨਰੇਟਿਵ ਆ, ਜੋ ਨੌਲੇਜ ਪ੍ਰਬੰਧ ਆ, ਜਿਹਦਾ ਮਾਡਰਨਿਟੀ ਵੇਸਡ ਆ, ਰੈਸ਼ਨਲਿਜ਼ਮ ਵੇਸਡ ਆ, ਵੈਸਟ ਵਾਲਾ ਹੈ ਨਾ, ਜਿਸ 'ਚੋਂ ਜਾਣੀ ਕਿ ਦੈਵੀ ਹਿੱਸਾ ਤਾਂ ਗੈਰ ਆ, ਉਹ ਮੰਨਦੇ ਹੀ ਨਹੀਂ। ਵਿਸ਼ਵਾਸ ਨੂੰ, ਰੂਹ ਨੂੰ, ਦੈਵੀ ਹਿੱਸੇ ਨੂੰ ਮੰਨਦੇ ਹੀ ਨਹੀਂ। ਫਿਰ ਜਿਹੜਾ ਲੈਫਟ ਵਾਲਾ, ਉਹ ਵੀ ਉੱਤੇ ਬੇਸਡ ਆ, ਵੇ ਹਿੰਦੂਤਵਾ। ਇਹ ਤਿੰਨ ਹੀ ਆਪਣੇ ਜ਼ਿਆਦਾ ਇੱਥੇ ਸਿੱਖਾਂ ਤੇ, ਜਿਨ੍ਹਾਂ ਤੇ ਗਲਬਾ ਪਾਇਆ, ਸਿੱਖ ਇੰਟੈਲੀਜੈਂਸੀਆ ਤੇ ਵੀ, ਸਿੱਖ ਸਕਾਲਰਸ਼ਿਪ ਤੇ ਵੀ, ਉਹਨਾਂ ਦਾ ਹੀ ਅਸਰ ਆ। ਇਹਨਾਂ ਦੇ ਤਹਿਤ ਹੀ ਜ਼ਿਆਦਾ ਵਿਆਖਿਆ ਹੋਈ ਆ। ਕੁਛ ਵੀ ਸਟੇਟ ਨਹੀਂ ਕਰਾਈ ਹੈ ਜੇ ਪ੍ਰੋਪੋਗੈਂਡਾ ਹੀ, ਜਿਹੜੀ ਨਹੀਂ ਵੀ ਪ੍ਰੋਪੇਗੈਂਡਾ ਤੇ ਕੋਈ, ਉਹਨਾਂ ਦੀ ਇਸ ਬੇਸ ਤੇ ਹੋਈ ਹੈ। ਤੇ ਇਹਨਾਂ ਨੇ ਜਾਣੀ ਕਿ ਜਿਹੜੇ ਇਹਨਾਂ ਦੇ ਟੂਲ, ਇਹ ਲਾਈਨ ਹੈ, ਜਿਵੇਂ ਇਸ ਜੰਗ 'ਚ ਅਸੀਂ ਇੱਕ ਧਿਰ ਹਾਂ, ਇੱਕ ਧਿਰ ਦੇ ਪੱਖ ਨੂੰ ਨਜ਼ਰਅੰਦਾਜ਼ ਕਰਕੇ ਜਾਂ ਮਨਫੀ ਕਰਕੇ ਸੱਚ ਨੂੰ ਕਿਸੇ ਤਰ੍ਹਾਂ ਨਹੀਂ ਫੜਿਆ ਜਾ ਸਕਦਾ। ਹਾਂ, ਦੇਖੋ, ਲੈਫਟ ਵਾਲੇ ਆਪਣੀ ਕਰਨ, ਵੈਲ ਐਂਡ ਗੁੱਡ ਕਰਨ, ਵੈਸਟ ਵਾਲੇ ਆਪਣੀ ਕਰਨ, ਉਸ ਤਰੀਕੇ ਨਾਲ ਕਰਨੀ ਚਾਹੀਦੀ ਹੈ। ਉਹ ਵੀ ਇੱਕ ਤਰੀਕਾ ਆ, ਉਹ ਵੀ ਇੱਕ ਸੱਚ ਆ, ਪਰ ਸਾਡਾ ਤਾਂ ਆਪਣਾ ਆ ਕਿ ਨਹੀਂ? ਸਾਡਾ ਤਾਂ ਬੇਸ ਹੀ ਰੂਹਾਨੀ ਆ, ਸਾਡਾ ਬੇਸ ਹੀ ਸਪਿਰਿਚੁਅਲ ਆ, ਸਾਡੀ ਪੈਦਾਇਸ਼ ਹੀ ਉੱਚੋਂ, ਸਾਡੀ ਮੂਵਮੈਂਟ ਹੀ ਸਾਰੀ ਉੱਥੋਂ, ਸਾਡੀ ਜ਼ਿੰਦਗੀ ਉੱਥੋਂ। ਕ੍ਰਾਈਸਿਸ ਆ ਕਿ ਪੰਥ ਫਿਰ ਜਾਣੀ ਕਿ ਸਾਡੀ ਤਾਂ ਉੱਥੋਂ ਹੋਣੀ ਚਾਹੀਦੀ ਹੈ, ਪਰ ਇਹ ਇੰਨੇ ਲੰਮੀ ਗੁਲਾਮੀ ਸੀਗੀ ਸਾਡੇ ਤੇ। ਇਹ ਸਿੱਖ ਰਾਜ ਤੋਂ ਵੀ ਪਹਿਲਾਂ ਦੀ ਸੀ, ਕਿ ਜਿਹੜੀ ਜਦੋਂ ਅੰਗਰੇਜ਼ ਆ ਗਏ ਉਦੋਂ ਤਾਂ ਬਹੁਤ ਜ਼ਿਆਦਾ ਸਟੈਬਲਿਸ਼ਡ ਹੋ ਗਈ ਕਿ ਨਹੀਂ, ਵੈਸਟਰਨ ਤਰੀਕਿਆਂ ਨਾਲ, ਵੈਸਟਰਨ ਐਜੂਕੇਸ਼ਨ ਦਾ ਜਿਹੜਾ ਸਾਡਾ ਸੀ ਗਿਆਨ ਪ੍ਰਬੰਧ, ਜੋ ਪੰਥ ਦੀ ਟ੍ਰੈਡੀਸ਼ਨ ਦਾ ਸੀਗਾ, ਗੁਰਮਤ ਦਾ ਸੀਗਾ, ਹੈ ਨਾ, ਗੁਰੂ ਕਲ ਦਾ ਜੋ ਸਾਰਾ ਸੀਗਾ, ਉਹ ਤਾਂ ਜਾਂਦਾ ਰਿਹਾ, ਉਹਨਾਂ ਨੇ ਬਿਲਕੁਲ ਨਸ਼ਟ ਕਰ ਦਿੱਤਾ। ਮੈਨੂੰ ਲੱਗਦਾ 84 ਦੇ ਘੱਟੋ ਘੱਟ 150 ਕਿਤਾਬ ਤਾਂ ਲਿਖੀ ਗਈ ਹੋ, 100 ਜ਼ਿਆਦਾ ਲਿਖੀ ਗਈ ਹੋਏਗੀ, ਜ਼ਿਆਦਾ ਲਿਖੀ ਗਈ ਹੋਣੀ। ਫਿਰ ਤੁਹਾਨੂੰ ਲੱਗਦਾ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਹੁਣ ਤੱਕ ਲਿਖੀਆਂ ਗਈਆਂ, ਜਿਹੜੀਆਂ ਸਿੱਖਾਂ ਨੇ ਲਿਖੀਆਂ, ਜਿਹੜੀਆਂ ਮੂਵਮੈਂਟ ਨਾਲ ਜੁੜੇ ਲੋਕਾਂ ਨੇ ਵੀ ਲਿਖੀਆਂ, ਤੁਹਾਨੂੰ ਲੱਗਦਾ ਉਹ ਜਿਹੜਾ ਜਿਸ ਅਹਿਸਾਸ 'ਚੋਂ ਤੁਸੀਂ ਲਿਖ ਰਹੇ ਹੋ ਇਹ ਜਾਂ ਲਿਖਿਆ ਗਾ, ਜਾਂ ਜਿੱਥੋਂ ਤੁਸੀਂ ਭਾਲਦੇ ਹੋ ਕਿ ਇੱਥੋਂ ਲਿਖਿਆ ਜਾਵੇ, ਨਹੀਂ ਲਿਖਿਆ ਗਿਆ, ਉਹ ਕਿਸੇ ਪ੍ਰਭਾਵ 'ਚ ਲਿਖਿਆ ਗਿਆ? ਕੋਸ਼ਿਸ਼ ਕੀਤੀ ਆ, ਬੜਿਆਂ ਨੇ ਕੋਸ਼ਿਸ਼ ਕੀਤੀ ਆ, ਬੜੀ ਜਾਣੀ ਕਿ ਵੈਲਕਮ ਕੋਸ਼ਿਸ਼ ਕੀਤੀ ਹੈ, ਚੰਗੇ ਰਿਜ਼ਲਟ ਵੀ ਨਿਕਲੇ ਆ। ਪਰ ਮੈਂ ਤਾਂ, ਕਿਉਂਕਿ ਅਸੀਂ ਤਾਂ ਸੰਘਰਸ਼ ਦੇ ਵਿੱਚ ਸੀਗੇ, ਉਸ ਸ਼ਹਾਦਤ ਤੇ ਜੰਗ ਦੇ ਵਿੱਚ, ਜੋ ਜਿੱਥੇ ਅਸੀਂ ਖੜ ਕੇ ਵਿਚਰ ਰਹੇ ਸੀ, ਜਿਹੜੇ ਸੱਚ ਦੇ ਵਿੱਚ ਜਿੱਥੇ ਜਿਉਂ ਰਹੇ ਸੀ, ਹੰਢਾ ਰਹੇ ਸੀ, ਉਹ ਮੈਨੂੰ ਲੱਗਿਆ ਕਿ ਉਹ ਸਾਰੇ ਨਹੀਂ ਫੜ ਸਕੇ। ਕੋਸ਼ਿਸ਼ ਕੀਤੀ ਆ, ਜਿੱਦਾਂ ਹੁਣ ਅਜਮੇਰ ਸਿੰਘ ਹੁਣ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਜਿੱਦਾਂ ਹੋਰਾਂ ਨੇ ਵੀ ਕਈਆਂ ਨੇ ਕੋਸ਼ਿਸ਼ ਕੀਤੀ ਆ, ਕਈ ਟਾਈਮ ਕੀਤੀ ਆ, ਪਰ ਉਹ ਜਾਣੀ ਕਿ ਅਧੂਰੀਆਂ ਹੀ ਰਹੀਆਂ ਗੱਲਾਂ, ਹੈ ਨਾ। ਕੁਛ ਹਿੱਸੇ ਆਏ, ਕੁਛ ਨਹੀਂ ਆਏ, ਤੇ ਹਾਲੇ ਵੀ ਬਹੁਤ ਅਧੂਰਾ ਆ। ਕਿ ਜਿੱਦਾਂ ਇਹ ਵੀ ਆਪਾਂ ਦੇਖੀਏ ਕਿ ਇਹ ਗੱਲ ਆ ਕਿ ਜਿੱਦਾਂ ਹੁਣ ਤੀਜੇ ਘੱਲੂਘਾਰੇ ਦੀ ਮਹੱਤਤਾ, ਤੇ ਜਿਹੜੀ ਮੈਂ ਗੱਲ ਕੀਤੀ ਕਿ ਅਨਨੋਨ ਬੰਦਿਆਂ ਦੀ ਜਿਹੜੀ ਗਾਥਾ ਹੈ, ਜੋ ਰੀਅਲ ਬੰਦੇ ਆ, ਜੋ ਨੀਆਂ ਆ। ਸਾਰੀ ਕਿਤਾਬ ਹੀ ਮੈਂ ਪੜ੍ਹੀ ਆ ਤੁਹਾਡੀ, ਸਾਰੀ ਕਿਤਾਬ ਤੇ ਸਾਰੀ ਕਿਤਾਬ 'ਚ ਉਹ ਬੰਦੇ ਲਏ ਆ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ। ਹਾਂ,
ਉਹ ਗੱਲ ਆ। ਤੇ ਹੋਰ ਬਹੁਤ ਹੀ ਸ਼ਹੀਦ ਆ, ਜਿੱਦਾਂ ਹੁਣ ਥੋੜ੍ਹੇ ਦਿਨ 13 ਤਰੀਕ ਨੂੰ ਬਰਸੀ ਫਸਟ ਟਾਈਮ ਮਨਾਈ ਹੈ ਭਾਈ ਬਖਸ਼ੀਸ਼ ਸਿੰਘ ਮਾਲਵਾਲ ਦੀ, ਜਿਹੜਾ ਸੰਤਾਂ ਦੀ ਟੋਟਲ ਸਿਕਿਉਰਿਟੀ ਦਾ ਇੰਚਾਰਜ ਸੀ, ਸੰਤਾਂ ਦੇ ਨਾਲ ਹੀ ਉੱਥੇ ਸ਼ਹੀਦ ਹੋਇਆ। ਉਹ ਬਹੁਤ ਹੀ ਵੱਡੀ ਰੂਹ ਸੀ, ਉਹਨੂੰ ਕੋਈ ਜਾਣਦਾ ਹੀ ਨਹੀਂ ਗਾ, ਹੈ ਕਿ ਇਹ ਗੱਲਾਂ ਤਾਂ ਜਾਣੀ ਕਿ ਇਹ ਆਉਣੀਆਂ ਚਾਹੀਦੀਆਂ ਕਿ ਨਹੀਂ, ਕਿ ਅਸਲ ਗੱਲ ਤਾਂ ਉਹ ਆ ਕਿ ਉਹ ਬੰਦੇ ਕੌਣ ਸੀ, ਉਹ ਕਾਰਨ ਕੀ ਸੀ, ਉਹ ਥੱਲੇ ਕਿਹੜੇ ਜ਼ੋਰ ਸੀ ਜੋ ਪਰਮਾਤਮਾ ਵੱਲੋਂ ਸੀ, ਗੁਰੂ ਸੀ, ਗੁਰੂ ਖਾਲਸੇ ਦੀ ਸਿਰਜਣਾ ਨਾਲ ਜੁੜੇ ਸੀ, ਖਾਲਸੇ ਦੇ ਅਗਲੇ ਰਾਹ ਦੇ, ਇਸ ਖਾਲਸੇ ਦੇ ਹਲੇਮੀ ਰਾਜ ਬਣਾਉਣ ਦੇ, ਬੇਗਮਪੁਰਾ ਵਰਗੇ ਸਮਾਜ ਬਣਾਉਣ ਦੇ, ਆਦਰਸ਼ ਰਾਜ ਬਣਾਉਣ ਦੇ, ਖਾਲਸਾ ਰਾਜ ਦੇ, ਇੱਕ ਸਚਿਆਰ ਅਮਲ ਦੇ ਉੱਧਰ ਨੂੰ ਤੁਰਦੇ ਸੀ। ਉਹ ਤਾਂ ਉੱਥੋਂ ਹੀ ਤੁਰਨੇ ਸੀ ਕਿ ਨਹੀਂ, ਅਸੀਂ ਤਾਂ ਉਹਨਾਂ ਨਾਲ ਜੁੜੇ ਹੋਏ ਸੀ। ਕਿ ਜੋ ਵੈਸਟਰਨ ਵਾਲੇ ਜਾਂ ਇਹ ਸੋਚਦੇ, ਉਹ ਤਾਂ ਬਾਅਦ ਦੀਆਂ ਗੱਲਾਂ ਕਿ ਨਹੀਂ, ਸਾਡੇ ਪੱਖ ਤੋਂ ਬਿਨਾਂ, ਸਾਡੇ ਪੱਖ ਤੋਂ ਲਏ ਉਹ ਤੁਸੀਂ ਕਿਵੇਂ ਸੱਚਾਈ ਤੱਕ ਪਹੁੰਚ ਸਕਦੇ ਹੋ ਕਿ ਅਸੀਂ ਜਿਹੜੇ ਮੇਨ ਫਾਈਟਿੰਗ ਤੋਂ ਰਹੇ ਹਾਂ, ਅਸੀਂ ਤਾਂ ਲੜੇ ਹੀ ਇਸ ਕਰਕੇ ਰਹੇ ਹਾਂ, ਤੁਸੀਂ ਉਸ ਚੀਜ਼ ਨੂੰ ਮੰਨਦੇ ਹੀ ਨਹੀਂ ਗੇ, ਫਿਰ ਕੀ ਸੱਚ ਕੀ ਹੋ ਸਕਦਾ ਹੈ। ਦਿੱਲੀ ਅਸੀਂ ਤੁਹਾਡੀ ਬਿਲਕੁਲ ਪਰਵਾਹ ਨਹੀਂ ਕਰਦੇ, ਅਸੀਂ ਤਾਂ, ਸਾਨੂੰ ਤਾਂ ਇਸ ਚੀਜ਼ ਦੀ ਹੈ ਹੀ ਨਹੀਂ, ਸਾਨੂੰ ਪਤਾ ਕਿ ਸਾਡਾ ਸੱਚ, ਅਸੀਂ ਉਹੀ ਸੱਚ ਹੈ। ਠੀਕ ਹੈ, ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਉਹ ਦੂਸਰੇ ਸਾਡੀ ਵੀ ਹੋਰ ਸਾਰੇ ਪੱਖਾਂ ਦੀ ਉਹਨੂੰ ਮੰਨਣ, ਉਹਨੂੰ ਦੇਖਣ, ਹੈ ਨਾ। ਪਰ ਜੇ ਕੋਈ ਇਸ ਤਰ੍ਹਾਂ ਸੋਚੇ ਕਿ ਉਹਨਾਂ ਦਾ ਆ, ਤਾਂ ਉਹ ਸੋਚੀ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਘਟਨਾ ਜਿਹੜੀ ਪੱਤਰਕਾਰਾਂ ਜਾਂ ਕਹਦੀ ਵੈਸੇ ਚਰਚਾ ਦਾ ਵਿਸ਼ਾ ਰਹਿੰਦੀ, ਉਹਦੀ ਬਹੁਤ ਸਾਰੀ ਚਰਚਾ ਹੋਰ ਲੋਕਾਂ ਨੇ ਵੀ ਕੀਤੀ ਹੈਗੀ, ਕਿਉਂਕਿ ਤੁਸੀਂ ਉਸ ਘਟਨਾ ਦੇ ਮੇਨ ਕੇਂਦਰ ਬਿੰਦੂ ਸੀਗੇ। 6 ਕਰੋੜ ਰੁਪਏ ਦਾ ਡਾਕਾ, ਬੈਂਕ ਲੁੱਟੀ ਜਾਂਦੀ ਹੈਗੀ, ਕਿਉਂ ਲੁੱਟੀ ਗਈ ਸੀ ਇਹ ਬੈਂਕ, ਔਰ ਇਹਦੇ ਪੈਸੇ ਕਿੱਥੇ ਗਏ, ਇਹਦੀ ਪਲੈਨਿੰਗ ਕਿਹਨੇ ਕੀਤੀ। ਦੇਖੋ, ਪਹਿਲੀ ਗੱਲ ਤਾਂ ਕਿ ਜਿਹੜੇ ਪੈਸੇ ਦੀ ਗੱਲ ਆ, ਪੈਸੇ ਦਾ ਸਾਡਾ ਮੁੱਖ ਸੋਰਸ ਸੀਗਾ ਦਸਵੰਧ, ਲੋਕਾਂ ਦੇ ਆਪਣਾ ਦਸਵੰਧ ਕੱਢਿਆ, ਉਹੀ ਬਰਕਤ ਵਾਲਾ ਹੁੰਦਾ ਸੀ, ਸਾਡਾ ਲੋਕੀ ਰੱਖਦੇ ਹੁੰਦੇ ਸੀ ਜਿੱਥੇ ਅਸੀਂ ਜਾਂਦੇ ਹਾਂ। ਪਰ ਕਈ ਵਾਰ ਸਿਚੁਏਸ਼ਨ ਇਹੋ ਜਿਹੀ ਹੁੰਦੀ ਸੀ ਕਿ ਦਸਵੰਧ ਨਾਲ ਕੰਮ ਨਹੀਂ ਸੀ ਚੱਲਦਾ, ਜਿੱਦਾਂ ਕੋਈ ਵੱਡੀਆਂ ਰਕਮਾਂ, ਜਿੱਦਾਂ ਉਹਨਾਂ ਦਿਨਾਂ 'ਚ ਸਾਡਾ ਵੈਪਨਸ ਦੀ ਬਹੁਤ ਕਮੀ ਸੀ, ਅਤੇ ਅਸੀਂ ਸਾਡਾ ਦਰੇ ਦੇ ਵਿੱਚ ਅਫਗਾਨਿਸਤਾਨ 'ਚ ਇੱਕ ਸੌਦਾ ਹੋਇਆ ਸੀ 2 ਕਰੋੜ ਦਾ, ਮਾਡਰਨ ਵੈਪਨ ਜਿੱਦਾਂ ਸੌਲਟ, NMG, ਗ੍ਰਨੇਡਸ, ਰਾਕਟ ਲਾਂਚਰਸ, ਇਹੋ ਜਿਹੀਆਂ ਚੀਜ਼ਾਂ ਦਾ 2 ਕਰੋੜ ਦਾ ਸੀਗਾ। ਉਹ ਸਾਨੂੰ ਜਨਰਲ ਰਾਵ ਸਿੰਘ ਹੋਣੀ ਅਤੇ ਇਹਨਾਂ ਸਾਰਿਆਂ ਨੇ, ਮੰਥੀ ਕਮੇਟੀ ਵਾਲੇ, ਸਰਦਾਰ ਗੁਰਦੇਵ ਸਿੰਘ ਉਸਮਾਨ ਵਾਲੇ ਨੇ ਕਿਹਾ ਕਿ ਇਹ ਪੈਸਾ ਚਾਹੀਦਾ ਵੀ ਹੋਣਾ ਹੀ ਹੈ, ਦਸਵੰਧ ਨਾਲ ਤਾਂ ਇੱਦਾਂ ਹੋਣਾ ਨਹੀਂ ਗਾ, ਹੈ ਨਾ। ਫਿਰ ਅਸੀਂ ਸੋਚਿਆ ਕਿ ਇਹ ਸਾਨੂੰ ਕਰਨਾ ਪੈਣਾ, ਕਿਉਂਕਿ ਬੈਂਕ ਦਾ ਸਾਡਾ ਕਾਫੀ ਐਕਸਪੀਰੀਅੰਸ ਸੀਗਾ ਬੈਂਕਾਂ ਦਾ। ਬੈਂਕਾਂ ਪਹਿਲਾਂ ਵੀ ਲੁੱਟੀਆਂ ਸੀ। ਹਾਂ, ਬੈਂਕਾਂ ਅਸੀਂ ਜਦੋਂ ਪੈਸੇ ਕਮੀ ਹੁੰਦੀ ਸੀ, ਅਸੀਂ ਜਿਹੜੇ ਨੈਸ਼ਨਲਾਈਜ਼ਡ ਬੈਂਕ ਆ, ਅਸੀਂ ਉਹਨਾਂ ਨੂੰ ਲੁੱਟ ਲੈਂਦੇ ਸੀ, ਅਤੇ ਇਹ ਬਿਲਕੁਲ ਜਾਇਜ਼ ਸੀ, ਇਹ ਸਰਕਾਰ ਦਾ ਖਜ਼ਾਨਾ ਸੀਗਾ, ਇਹ ਸਾਡੇ ਤੋਂ ਹੀ ਜਾਣੀ ਕਿ ਲੁੱਟ ਕੇ ਇੱਥੋਂ ਉਹਨਾਂ ਨੇ ਲਿਜਾ ਕੇ ਆਪਣੇ ਹਿਸਾਬ ਨਾਲ ਵਰਤਦੇ, ਉਹਨਾਂ ਦਾ ਥੋੜ੍ਹਾ ਸਾਡਾ ਹੈ, ਅਤੇ ਸਾਡਾ ਹੱਕ ਸੀ ਉਹਨਾਂ 'ਤੇ, ਅਤੇ ਬਿਲਕੁਲ ਜਾਇਜ਼ ਸੀ, ਜਿੱਦਾਂ ਸਾਡੇ ਪੁਰਾਣੇ ਸਿੰਘ ਕਰਦੇ ਰਹੇ ਆ, ਅਤੇ ਸਾਰੇ ਸੰਘਰਸ਼ਾਂ ਵਾਲੇ ਕਰਦੇ ਆ। ਜਿਹੜੇ ਹੁਣ ਕੋਈ ਐਵੇਂ ਗੱਲ ਕਰ ਦਿੰਦੇ ਕਿ ਜਿਹੜੇ ਬੇਸ 'ਤੇ ਸਰਕਾਰ ਸਾਡੇ ਨਾਲ ਲੜਦੇ, ਜੇ ਉਹਨੂੰ ਲੁੱਟਣਾ ਨਹੀਂ ਤਾਂ ਹੋਰ ਕੀ ਕਰਨਾ, ਪਰ ਉਹ ਅਸੀਂ ਯੂਜ਼ ਕਰਦੇ ਸੀ ਤਾਂ ਪੰਥ ਲਈ ਯੂਜ਼ ਹੁੰਦਾ ਸੀ, ਸਟਰਗਲ ਲਈ। ਅਤੇ ਇਸ ਕਰਕੇ ਫਿਰ ਅਸੀਂ ਇਹ ਪਲਾਨ ਕੀਤਾ, ਉਹਦੇ ਵਿੱਚ ਪਲਾਨ ਫਿਰ ਜ਼ਿਆਦਾ ਇਹਦੇ ਵਿੱਚ ਹਰਜਿੰਦਰ ਸਿੰਘ ਜਿੰਦਾ, ਚਰਨਜੀਤ ਸਿੰਘ ਚੰਨੀ ਅਤੇ ਸਤਨਾਮ ਸਿੰਘ ਬਾਵਾ, ਇਹਨਾਂ ਨੇ ਜ਼ਿਆਦਾ ਹੀ ਪਲਾਨ ਕੀਤੀ। ਅਤੇ ਲੌਜਿਸਟਿਕਸ ਦੇ ਵਿੱਚ ਜਿੱਦਾਂ ਗੱਡੀਆਂ, ਸਮਾਨ, ਹੋਰ ਐਵਰੀਥਿੰਗ, ਉਹ ਹੋਰ ਬੰਦਿਆਂ ਨੇ ਕੀਤਾ। ਇਹਨਾਂ ਨੇ ਕੋਈ 3-4 ਮਹੀਨੇ ਲਾ ਕੇ ਸਾਰਾ ਦੇਖਿਆ ਦੁਖਿਆ। ਉਹ ਹੁਣ ਪੈਸਾ ਇੰਨਾ ਚਾਹੀਦਾ ਸੀ, ਛੋਟੇ ਬੈਂਕਾਂ ਤੋਂ ਤਾਂ ਨਹੀਂ ਸੀ ਲਿਆ ਜਾ ਸਕਦਾ। ਫਿਰ ਅਸੀਂ ਸੋਚਿਆ ਕਿ ਜਿਹੜਾ ਮੇਨ ਬੈਂਕ ਹੈ, ਜਿਹੜਾ ਚੈਸਟ ਆ ਲੁਧਿਆਣੇ ਦਾ, ਇਹ ਲਿਆ ਜਾਵੇ। ਅਤੇ ਉਦੋਂ ਚੈਸਟ ਦੀ ਬੜੀ ਸਿਕਿਉਰਿਟੀ ਹੁੰਦੀ ਸੀ, 12 ਗਾਰਡ ਹੁੰਦੇ ਸੀ, 4 ਉਹਨਾਂ ਦੇ ਆਪਣੇ ਹੁੰਦੇ ਸੀ, ਇਹ 'ਚ ਮੁਲਾਜ਼ਮ ਵੀ ਬਹੁਤ ਸੀ। ਇਹਦੀ ਜ਼ਿਆਦਾ ਅਹਿਮ ਜ਼ਿਆਦਾ ਤਾਂ ਹੋ ਗਈ ਕਿ ਇੱਕ ਤਾਂ ਇਹਦੇ ਬਹੁਤ ਜ਼ਿਆਦਾ ਸਿਕਿਉਰਿਟੀ ਸੀ, ਸਾਰੇ ਲੁਧਿਆਣੇ ਦੀ ਕਰੰਸੀ ਇੱਥੇ ਹੁੰਦੀ ਸੀ। ਫਿਰ ਇਹਦੇ ਨਾਲ ਇੱਕ ਕਾਲਜ ਸੀ, ਇਹਨਾਂ ਦਾ ਟ੍ਰੇਨਿੰਗ ਕਾਲਜ, ਯਾਨੀ ਕਿ ਇਹਨਾਂ ਦਾ ਅਮਲਾ ਫੈਲਾ ਹੀ ਬਹੁਤ ਵੱਡਾ ਸੀ, ਅਤੇ ਸੈਂਟਰ 'ਚ ਸੀ, ਸਾਰੇ ਪਾਸੇ ਠਾਣੇ ਅਤੇ ਸਿਕਿਉਰਿਟੀ ਸੀ। ਉਹਦੇ ਜਾਲ ਲੈਣ ਦੇ ਵਿੱਚ ਸੀਗਾ, ਬਾਜ਼ਾਰ ਸੀ ਭੀੜ ਭੜੱਕੇ ਵਾਲਾ, ਅਤੇ ਉਹਦੇ ਵਿੱਚ ਕਰਨਾ ਸੀਗਾ। ਫਿਰ ਇਹਨਾਂ ਨੇ ਦੇਖਿਆ ਕਿ ਪੈਸਾ ਇਹਨਾਂ ਦਾ ਇੱਥੋਂ ਹੀ ਮਿਲਣਾ ਹੈ, ਅਤੇ ਉਹ ਅੰਡਰਗਰਾਊਂਡ ਸੀਗਾ ਉਹਨਾਂ ਦਾ ਸੈਲਰ, ਅਤੇ ਇਹਨਾਂ ਦੀ ਮਿਹਨਤ ਸੀ ਸਾਰੀ। ਫਿਰ ਬੰਦੇ ਅਸੀਂ ਤਕਰੀਬਨ ਉਹਦੇ ਵਿੱਚ 20 ਸੀਗੇ,
20 ਬੰਦੇ ਸੀਗੇ। ਹਰਜਿੰਦਰ ਸਿੰਘ, ਆਪਣੇ ਸਤਨਾਮ ਸਿੰਘ, ਬਾਬਾ ਚਰਨਜੀਤ ਸਿੰਘ, ਗੁਰਸ਼ਰਨ ਸਿੰਘ ਆਮਾ, ਮਥੁਰਾ ਸਿੰਘ, ਕੇਸੀ ਸ਼ਰਮਾ, ਮੈਂ ਸੀ, ਬਾਪੂ ਮਲਕੀਤ ਸਿੰਘ ਸੀ, ਰਾਜਵਿੰਦਰ ਸਿੰਘ ਰਾਜੀ ਸੀ, ਗੁਰਦੇਵ ਸਿੰਘ ਛੋਟਾ ਸੀ, ਬਾਬਾ ਧੰਨਾ ਸਿੰਘ ਸੀ, ਹਰਜਿੰਦਰ ਸਿੰਘ ਕਾਲੀ ਸੀ, ਇੱਕ ਗੁਰਮੀਤ ਸਿੰਘ ਸੀ, ਇੱਕ ਗੁਰਪ੍ਰੀਤ ਸਿੰਘ ਸੀ, ਹੋਰ ਬਹੁਤ ਸਿੰਘ ਆ, ਹੁਣ ਮੈਨੂੰ ਯਾਦ ਨਹੀਂ ਹਨ। 20 ਸਿੰਘ ਸੀ, ਡਿਫਰੈਂਟ ਤਰੀਕੇ ਸੀ। ਕੁਛ ਬੰਦੇ ਪੁਲਿਸ ਦੀ ਫੋਰਮ ਸੀ, ਕੁਛ ਉਸ ਤਰੀਕੇ ਨਾਲ ਸੀ, ਪੁਲਿਸ ਦੀ ਵਰਦੀ ਪਾ ਕੇ ਗਏ। ਪੁਲਿਸ ਦੀ ਵਰਦੀ ਸੀ। ਤੇ ਉਹ ਫਿਰ ਅਸੀਂ ਪਹਿਲਾਂ ਹੀ, ਯਾਨੀ ਕਿ ਜਦੋਂ ਖੁੱਲ੍ਹਣ ਤੋਂ ਪਹਿਲਾਂ ਹੀ ਜਿਹੜੇ ਪੁਲਿਸ ਵਾਲੇ ਸੀ ਇੰਸਪੈਕਟਰ ਬਣ ਕੇ। ਕਿੰਨੇ ਵਜੇ ਗਏ ਤੁਸੀਂ? ਬੈਂਕ ਸ਼ਾਇਦ ਖੁੱਲ੍ਹਦਾ ਸੀ 8 ਕੁ ਵਜੇ, ਤੇ ਉਹ ਪਹਿਲਾਂ ਹੀ ਚਲੇ ਗਏ। ਤੇ ਜਾ ਕੇ ਇੱਕ DSP ਬਣ ਕੇ ਉਹਨਾਂ ਨੇ ਤਲਾਸ਼ੀ ਲਈ ਕਿ ਚੰਡੀਗੜ੍ਹੋਂ ਆਈ ਆ ਇੰਸਪੈਕਸ਼ਨ ਪਾਰਟੀ। ਉਹ ਪੁਲਿਸ ਵਾਲੇ ਵਿਚਾਰਿਆਂ ਨੇ, ਅਫਸਰਾਂ ਅੱਗੇ ਦਾ ਉਹਨਾਂ ਨੇ ਸਲੂਟ ਹੀ ਮਾਰਨੇ ਹੁੰਦੇ ਹਨ। ਉਹਨਾਂ ਨੇ ਖੋਲ੍ਹ ਦਿੱਤਾ ਆਪਣਾ ਸਾਰਾ ਕੁਛ, ਉਹ ਸਾਰੇ ਕਾਬੂ ਕਰ ਲਏ, ਦੂਸਰੇ ਗਾਰਡ ਵੀ ਕਾਬੂ ਕਰ ਲਏ, ਉਹਨਾਂ ਦੀ ਆਰਮੀ ਨੂੰ ਥੱਲੇ ਬੰਦ ਕਰ ਦਿੱਤਾ। ਫਿਰ ਜਿੱਦਾਂ ਸਾਡਾ ਐਕਸਪੀਰੀਅੰਸ ਸੀ ਕਿ ਅਸੀਂ ਸਾਰੇ ਗੇਟ 'ਤੇ ਕਾਬੂ ਕਰ ਲੈਂਦੇ ਹੁੰਦੇ ਸੀ, ਅਤੇ ਉਹ ਸਾਰੇ ਜਿੰਨਾ ਵੀ ਆਇਆ ਗਿਆ ਅਮਲਾ ਫੈਜ ਜਾਂ ਗਾਹਕ, ਉਹ ਸਾਰਿਆਂ ਨੂੰ ਅਸੀਂ ਅੰਦਰ ਬੜੇ ਰਿਸਪੈਕਟ ਨਾਲ, ਯਾਨੀ ਕਿ ਬੀਬੀਆਂ ਨੂੰ ਇੱਕ ਪਾਸੇ, ਬੰਦਿਆਂ ਨੂੰ ਇੱਕ ਪਾਸੇ ਬਿਠਾ ਕੇ ਕਿਹਾ ਕਿ ਤੁਸੀਂ ਚੁੱਪ ਕਰਕੇ ਯਾਨੀ ਕਿ ਨਾਮ ਜਪੀ ਜਾਓ। ਅਤੇ ਉਸ ਦਿਨ ਸ਼ਾਇਦ ਸੰਗਰਾਂਦ ਦਾ ਦਿਨ ਸੀ। ਤੁਹਾਨੂੰ ਕਿਸੇ ਨਾਲ ਕੋਈ ਗੱਲ ਨਹੀਂ ਹੋਣੀ, ਸਾਡਾ ਸਰਕਾਰ ਨਾਲ ਰੌਲਾ, ਅਸੀਂ ਇਹਨਾਂ ਦਾ ਪੈਸਾ ਲੈਣਾ, ਤੁਹਾਡਾ ਕੋਈ ਰੌਲਾ ਨਹੀਂ। ਅਤੇ ਉਸ ਤਰੀਕੇ ਨਾਲ ਫਿਰ ਸਾਰੇ ਜਿਹੜੀ ਉਹਨਾਂ ਦੇ ਉਹਨਾਂ ਤੋਂ ਪਤਾ ਕਰ ਲਿਆ ਕਿ ਮੈਨੇਜਰ ਕੌਣ ਨਾਲ ਡਿਪਟੀ, ਜਿਹੜੀਆਂ ਕਈ ਉਹਨਾਂ ਦੀ ਕੰਬੀਨੇਸ਼ਨਸ ਹੁੰਦੀਆਂ ਹੈ। ਫੋਨਾਂ ਦੀਆਂ ਤਾਰਾਂ ਵੀ ਕੱਟੀਆਂ ਹੋਣ। ਹਾਂ, ਉਹ ਤਾਂ ਚਲੋ ਕੱਟਣੀਆਂ ਹੁੰਦੀਆਂ, ਉਹ ਤਾਂ ਸਟੈਂਡਰਡ ਆਪਰੇਸ਼ਨ ਪ੍ਰੋਸੀਜਰ ਆ। ਫੋਨ, ਅਲਾਰਮ ਸਿਸਟਮਸ, ਫਿਰ ਬਾਹਰ ਜਿਹੜੇ ਨੇੜੇ ਐਂਟਰੀ ਪੁਆਇੰਟ ਸੀ, ਸਿਕਿਉਰਿਟੀ ਪੁਆਇੰਟ, ਨਾਕੇ ਜਾਂ ਉੱਥੇ ਸਾਡੇ ਬੰਦੇ ਗੱਡੀਆਂ 'ਚ ਫੁੱਲੀ ਆਰਮਡ ਖੜ੍ਹੇ ਸੀ। ਜੇ ਉੱਧਰੋਂ ਆਉਂਦੇ ਤਾਂ ਉਹਨਾਂ ਨੂੰ ਉੱਥੇ ਹੀ ਘੇਰ ਲੈਣਾ। ਇਸ ਤਰ੍ਹਾਂ ਵੀ ਪ੍ਰਬੰਧ ਸੀਗਾ 2 ਹੀ ਸੜਕਾਂ 'ਤੇ। ਉਸ ਤਰ੍ਹਾਂ ਵੀ ਸੀ ਜਿਹੜੀ ਕਿ ਕਾਲੇ ਸ਼ੀਸ਼ੇ ਵਾਲੀਆਂ ਵੈਨਾਂ 'ਚ ਬੰਦੇ ਖੜ੍ਹੇ ਸੀ। ਅਤੇ ਫਿਰ ਉਹ ਜੋ ਬੰਦੇ ਆਈ ਗਏ, ਉਹਨਾਂ ਨੂੰ ਬਿਠਾਈ ਗਏ, ਜਿਹੜੇ ਉਹਨਾਂ ਦੇ ਮੇਨ ਬੰਦੇ ਆਏ, ਜਿੱਦਾਂ ਮੈਨੇਜਰ ਅਤੇ ਕੈਸ਼ੀਅਰ ਮੇਨ, ਹੈ ਨਾ, ਉਹਨਾਂ ਨੂੰ ਉਹ ਦੱਸ ਦਿੱਤਾ। ਪਹਿਲਾਂ ਉਹ ਨਹੀਂ ਸਮਝੇ, ਫਿਰ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਤਾਂ ਹੋਲਡ ਅਪ ਆ, ਅਸੀਂ ਕੌਣ ਹਾਂ, ਕੋਈ ਅਸੀਂ ਡਾਕੂ ਨਹੀਂ ਗਏ, ਅਸੀਂ ਖਾਲਿਸਤਾਨ ਵਾਲੇ ਹਾਂ, ਅਤੇ ਤੁਹਾਡਾ ਇਹ 'ਚ ਕੋਈ ਰੌਲਾ ਨਹੀਂ ਗਾ ਤੁਸੀਂ। ਉਹ ਫਿਰ ਮੰਨ ਗਏ, ਸਮਝ ਗਏ ਕਿ ਸਾਰਾ ਕੰਟਰੋਲ ਐਵਰੀਥਿੰਗ। ਅਤੇ ਫਿਰ ਉਹਨਾਂ ਨੇ ਖੋਲ੍ਹ ਦਿੱਤਾ ਸਾਰਾ ਕੁਛ। ਫਿਰ ਸਿੰਘਾਂ ਨੇ ਪੈਸਾ ਚੱਕ ਲਿਆ। ਪੈਸਾ ਤਾਂ ਉੱਥੇ ਬਹੁਤ ਜ਼ਿਆਦਾ ਸੀਗਾ, ਅਤੇ ਪੈਸਾ ਫਿਰ ਉੱਥੇ ਬੋਰੀਆਂ 'ਚ ਭਰਿਆ, ਅਤੇ ਭਰ ਕੇ ਉਹ ਫਿਰ ਛੋਟੇ ਟਰੱਕ 'ਚ ਰੱਖਿਆ। ਸਵਰਾਜ ਮਾਜਦਾ 'ਚ ਉੱਥੇ ਕੁਦਰਤੀ ਕੁਛ ਲੇਬਰ ਵਾਲਾ ਸੀ, ਉਹਨਾਂ ਨੇ ਚੱਕ ਕੇ ਰੱਖਿਆ। ਕਿੰਨੀਆਂ ਬੋਰੀਆਂ ਭਰੀਆਂ ਪਤਾ ਨਹੀਂ, ਉਹਨਾਂ ਦਿਨਾਂ 'ਚ 100 ਦੇ ਹੁੰਦੇ ਸੀ, ਇਸ ਕਰਕੇ 6 ਕਰੋੜ ਦੀਆਂ ਤਾਂ ਬਹੁਤ ਬੋਰੀਆਂ ਭਰ ਜਾਂਦੇ। ਜਿੱਦਾਂ ਹੁਣ ਅੱਜ ਕੱਲ੍ਹ ਦੇ ਹੁੰਦੇ ਤਾਂ ਇਹ ਤਾਂ 100 ਕਰੋੜ ਹੋ ਜਾਣਾ ਸੀ। ਅਤੇ ਇਸ ਤਰ੍ਹਾਂ ਸੀਗਾ। ਫਿਰ ਉਹ ਭਰ ਕੇ ਬਾਹਰ ਰੱਖਿਆ ਗਿਆ। ਉਹ ਲੇਬਰ ਵਾਲੇ ਸੀ, ਅਸੀਂ ਉਹਨਾਂ ਨੂੰ ਬਾਅਦ 'ਚ ਕਿਹਾ ਕਿ ਤੁਸੀਂ ਹੁਣ ਇੰਨਾ ਕੰਮ ਕੀਤਾ, ਤੁਸੀਂ ਵੀ ਆ ਲੈ ਜਾਓ ਥੋੜ੍ਹਾ ਚੱਕ ਕੇ। ਉਹ ਵਿਚਾਰੇ ਡਰੇ ਇੰਨੇ ਕਿ ਲੈ ਕੇ ਨਹੀਂ ਗਏ। ਅਤੇ ਫਿਰ ਅਸੀਂ ਆ ਗਏ। ਇਹਦੇ ਵਿੱਚ ਇਹ ਵੀ ਸੀ ਕਿ ਅਸੀਂ ਬਾਹਰ ਸਾਰਾ ਬੈਂਕ ਦਾ ਵੀ ਕੰਟਰੋਲ ਕਰਿਆ ਸੀ। ਉਹਨਾਂ ਦਾ ਚਾਹ ਦਾ ਸੀ, ਕੈਂਟੀਨ, ਸਾਈਕਲ ਸਟੈਂਡ ਸੀ, ਕਾਰ ਸਟੈਂਡ ਸੀ, ਕਿਉਂਕਿ ਵੱਡਾ ਬੈਂਕ ਸੀਗਾ। ਬਾਹਰ ਜੋ ਰੇਹੜੀਆਂ ਸੀ, ਉਹ ਵੀ ਅਸੀਂ ਆਪ ਹੀ ਕਬਜ਼ੇ ਕਰ ਲਈਆਂ ਸੀ। ਸਭ ਥਾਂ ਚਾਹ ਸਾਡਾ ਹੀ ਬਣ ਰਿਹਾ ਸੀ ਐਵਰੀਥਿੰਗ। ਅਤੇ ਉਹ ਦੇਖੋ, ਬਹੁਤ ਭੀੜ ਭੜੱਕੇ ਵਾਲਾ ਇਲਾਕਾ, ਸੜਕਾਂ ਚੱਲਦੀਆਂ, ਲੋਕ ਆ ਜਾ ਰਹੇ ਆ, ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ, ਸਭ ਐਬਸਲੂਟ ਤਰੀਕੇ ਨਾਲ। ਇੱਕ ਵਾਰ ਹੋ ਗਿਆ ਸੀ ਗੜਬੜ, ਇੱਕ ਬੰਦਾ ਡਰ ਗਿਆ ਅੰਦਰ ਬਹੁਤ। ਕਈ ਵਾਰ ਬੰਦੇ ਡਰ ਕੇ ਸੋਚਦੇ ਕਿ ਪਤਾ ਨਹੀਂ ਸਾਨੂੰ ਮਾਰ ਦੇਣਾ, ਆਊਟ ਆਫ ਕੰਟਰੋਲ ਹੋ ਕੇ ਬਾਹਰ ਭੱਜ ਗਿਆ। ਪਰ ਉਹ ਤੋਂ ਬੋਲਿਆ ਨਾ ਜਾਵੇ, ਬਾਹਰ ਆ ਕੇ ਜਾਣੀ ਕਿ ਉੱਚੀ ਉੱਚੀ ਭੂਕਣ ਲੱਗ ਪਿਆ, ਰੌਲਾ ਪਾਉਣ ਲੱਗ ਪਿਆ। ਉਹ ਫਿਰ ਦੇਖੋ ਕਿ ਜਿਸ ਤਰ੍ਹਾਂ ਬੰਦੇ ਟ੍ਰੇਨਡ ਹੀ ਇੰਨੇ ਹੁੰਦੇ ਕਿ ਬਾਈ ਅਤੇ ਬਾਪੂ ਮਲਕੀਤ, ਹੈ ਨਾ, ਅਤੇ ਜਿੰਦਾ ਉਹਦੇ ਨਾਲ ਭੱਜ ਕੇ ਗਏ। ਅਤੇ ਇਹ ਪੁਲਿਸ ਯੂਨੀਫਾਰਮ 'ਚ ਭੀੜ ਇਕੱਠੀ ਹੋ ਗਈ ਬਾਹਰ। ਬੋਲਿਆ ਤਾਂ ਕੁਛ ਜਾਇ ਨਹੀਂ, ਬੋਲਣ ਦਿੱਤਾ ਵੀ, ਇਹਨਾਂ ਨੂੰ ਢਾਹ ਲਿਆ ਅਤੇ ਤਾਂ ਮੂੰਹ ਮਫਲ ਕਰ ਦਿੱਤਾ। ਅਤੇ ਉਹਦੇ 2-3 ਮਾਰ ਕੇ ਉਹਨੂੰ ਫਿਰ ਚੱਕ ਕੇ ਫਿਰ ਅੰਦਰ ਲੈ ਗਏ। ਅਤੇ ਫਿਰ ਬਾਹਰ ਜਿੰਦਾ ਸਿਵਲ ਪਿੱਛੇ ਰਲਿਆ ਸੀ ਭੀੜ ਦੇ, ਉਹ ਉਹਨਾਂ ਨੂੰ ਸਮਝਾਉਣ ਲੱਗ ਪਿਆ ਕਿ ਇਹ ਕੋਈ ਬੰਦਾ ਕਿ ਨਹੀਂ, ਪਾਗਲ ਹੋ ਗਿਆ, ਪਾਗਲ ਹੋ ਜਾਂਦਾ, ਇਹਨੂੰ ਦੌਰਾ ਪੈਂਦਾ ਮਿਰਗੀ ਦਾ। ਉਹ ਫਿਰ ਬੰਦੇ ਨੂੰ ਕੁਛ ਨਹੀਂ ਪਤਾ ਲੱਗਿਆ। ਫਿਰ ਭੀੜ ਇੱਧਰ ਉੱਧਰ ਹੋ ਗਈ। ਅਤੇ ਉੱਥੋਂ ਪੁਲਿਸ ਦੀਆਂ ਫੋਰਸਿਸ ਜਾ ਰਹੀਆਂ ਪੂਰੀਆਂ, 2-2 ਗੱਡੀਆਂ। ਉਹ ਹੈ ਹੀ ਰਾਹ ਹੀ ਉਹਨਾਂ ਦਾ ਸੀਗਾ। ਅਤੇ
ਫਿਰ ਦੇਖੋ 40 ਮਿੰਟ ਇਹ ਡਾਕੇ ਦਾ ਜਿਹੜਾ ਜ਼ਿਆਦਾ ਇੰਪੋਰਟੈਂਟ ਜਿਹੜਾ ਇਹ ਸੀ, ਅਸੀਂ ਤਾਂ ਇਸ ਕਰਕੇ ਥੋੜ੍ਹਾ ਸੋਚਿਆ ਸੀ ਕਿ ਵੱਡਾ ਡਾਕਾ ਆ ਜਾਂ ਰਿਕਾਰਡ ਆ। ਸਾਨੂੰ ਤਾਂ 2 ਲੱਖ ਰੁਪਈਆ ਚਾਹੀਦਾ ਸੀ, ਉਹ ਅਸੀਂ ਲੈਣਾ ਸੀ 2 ਕਰੋੜ 2 ਕਰੋੜ ਤੇ ਉਹਦੇ ਲਈ ਆਏ ਸੀ। ਬੈਂਕ ਵਾਲਿਆਂ ਨੇ ਦੱਸਤਾ ਸੀ ਕਿ ਉਹਨੇ 16 ਕਰੋੜ ਰੁਪਇਆ ਪਿਆ, ਕੈਸ਼ੀਅਰ ਨੇ ਸਾਰਾ ਕੁਝ ਦੱਸਤਾ ਸੀ, ਉਹਨਾਂ ਨੇ ਦੱਸਤਾ ਸੀ। ਫਿਰ ਅਸੀਂ ਆ ਗਏ। ਜਿਹੜੀ ਹੋਰ ਇੱਕ ਬਹੁਤ ਵੱਡੀ ਗੱਲ ਸਾਨੂੰ ਬਾਅਦ ਚ ਪਤਾ ਲੱਗੀ, ਦੇਖੋ ਅਸੀਂ ਸਾਨੂੰ ਇਹ ਨਹੀਂ ਸੀ ਪਤਾ ਕਿ ਲੁਧਿਆਣੇ ਦੀ ਫੋਰਨ ਕਰੰਸੀ ਦਾ ਚੈਸਟ ਵੀ ਇਹੀ ਹੈ। ਉਹਨਾਂ ਨੇ ਕਿਤੇ ਨੋਟਿਸ ਨਹੀਂ ਲਾਇਆ ਸੀ, ਦੱਸਿਆ ਨਹੀਂ ਸੀ। ਡਾਲਰ ਪਾਉਂਡ ਪਏ ਉਹ ਜਦੋਂ ਅਸੀਂ ਸਾਰੇ ਜਾ ਰਹੇ ਸੀ, ਮੈਂ ਖੀਰਲਿਆਂ ਵਿੱਚ ਸੀ ਜਾਣ, ਜਦੋਂ ਬਾਅਦ ਚ ਅਸੀਂ ਲੌਕ ਕਰੇ ਆਉਂਦੇ ਹੁੰਦੇ ਸਾਰਿਆਂ ਨੂੰ, ਤੇ ਉਹਨਾਂ ਨੂੰ ਕਹਿ ਕੇ ਕਿ ਭਾਈ ਸੌਰੀ ਜੋ ਕੁਛ ਹੋਇਆ ਹੈ ਨਾ, 5-10 ਮਿੰਟਾਂ ਬਾਅਦ ਤੁਸੀਂ ਰੌਲਾ ਪਾ ਰਹੇ ਹੋ, ਐਵਰੀਥਿੰਗ 5 ਮਿੰਟ ਕੁਛ ਨਾ ਕਰੇ। ਤੇ ਉਹ ਜਦੋਂ ਮੈਂ ਆ ਰਿਹਾ ਸੀ, ਇੱਕ ਕੈਸ਼ੀਅਰ ਨੇ ਮੈਨੂੰ ਦੱਸਿਆ, ਕਹਿੰਦਾ ਭਾਜੀ ਤੁਸੀਂ ਇਹ ਕੀ ਕਰਦੇ ਹੋ, ਜਿਹੜਾ ਸਾਹਮਣੇ ਜਿਹੜਾ ਉਹ ਲੋਕਰ ਆ, ਉਹ ਜਿੰਨੀ ਲੁਧਿਆਣੇ ਦੀ ਪਾਉਂਡ ਤੇ ਡਾਲਰ ਆ ਉਹਦੇ ਵਿੱਚ ਹੀ ਆ। ਉਹ ਤਾਂ ਬਹੁਤ ਸੌਖੇ ਸੀ। ਫਿਰ ਤਾਂ ਅਸੀਂ ਲੈਣਾ ਹੀ ਉਹ ਸੀ, ਜਾਣੀ ਕਿ ਸਾਨੂੰ ਵੀ ਜਿਹਨਾਂ ਦੀ ਇੰਨੀ ਪਲੈਨਿੰਗ ਆ, ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਉੱਥੇ ਪਾਉਂਡ ਡਾਲਰ ਤੇ ਪਾਉਂਡ ਹੀ ਚੱਕਦੇ ਤੁਸੀਂ। ਸਾਰੇ ਲੁਧਿਆਣੇ ਦੀ ਜਿਹੜੀ ਉਹ ਕਰੰਸੀ ਵੀ ਉੱਥੇ ਸੀ, ਸਾਨੂੰ ਉਹ ਜਿਹੜੀ ਸਾਡੀ ਰੈਕੀ ਵਿੱਚ ਸਾਨੂੰ ਉਹ ਪਤਾ ਨਹੀਂ ਲੱਗ ਸਕਿਆ। ਇਹ ਹੁਣ ਇਸ ਤਰੀਕੇ ਦਾ ਦੇਖੋ ਜਿਹੜਾ ਐਕਸ਼ਨ ਹੈ, ਇਹ ਵੀ ਅਸੀਂ ਤਾਂ 2 ਕਰੋੜ ਲਈ ਆਏ ਸੀ ਅਰਦਾਸ ਕਰਕੇ, ਉਹ ਸਾਨੂੰ ਦੇ ਦਿੱਤਾ ਗੁਰੂ ਨੇ। ਚਲੋ ਜ਼ਿਆਦਾ ਆ ਗਿਆ ਤੇ ਉਹ ਬੜਾ ਸਕਸੈਸਫੁਲ ਰਿਹਾ, ਕਿਸੇ ਨੂੰ ਕੋਈ ਥੱਪੜ ਤੱਕ ਵੀ ਨਹੀਂ ਮਾਰਿਆ, ਹੈ ਨਾ, ਕੁਛ ਵੀ ਨਹੀਂ। ਜਿੰਨੇ ਬੰਦੇ ਆਏ ਬੜੇ ਖੁਸ਼ ਸੀ। ਇੱਕ ਬੀਬੀਆਂ ਆਈਆਂ, ਉਹ ਸੰਗਰਾਂਦ ਦਾ ਦਿਨ ਸੀ ਤੇ ਉਹਨਾਂ ਨੂੰ ਲੱਗ ਗਿਆ ਕਿ ਉਹ ਦੱਸਿਆ ਗਿਆ ਨਾ ਕੌਣ ਆ, ਤਾਂ ਇੰਨੀ ਖੁਸ਼ੀ ਉਹਨਾਂ ਸਾਰਿਆਂ ਨੂੰ ਦੇਗ ਵਰਤਾਈ, ਸਭ ਨੇ ਦੇਗ ਛਕੀ ਅੰਦਰੀ ਬੈਂਕ ਦੇ ਅੰਦਰ। ਤੇ ਉਹਨਾਂ ਨੇ ਉਹ ਜਾਪ ਸ਼ੁਰੂ ਕਰਾ ਦਿੱਤਾ, ਬੀਬੀ ਨੇ, ਸਾਰੇ ਜਾਪ ਕਰਨ ਲੱਗ ਪਏ। ਇਸ ਤਰ੍ਹਾਂ ਦਾ ਮਾਹੌਲ ਸੀ। ਬੈਂਕ ਲੁੱਟ ਰਹੇ ਸੀ, ਇੱਕ ਪਾਸੇ ਜਾਪ ਚੱਲ ਰਿਹਾ ਸੀ ਤੇ ਸਾਰਿਆਂ ਨੂੰ ਪਤਾ ਨਹੀਂ ਕੌਣ ਬੀਬੀ ਸੀ, ਹੈਗੀ 60 ਸਾਲ ਦੀ ਸੀ, ਤੇ ਉਹ ਉੱਥੇ ਆਪਣੇ ਪੈਸੇ ਕਢਾਉਣ ਆਈ ਸੀ। ਉਸ ਵੇਲੇ ਉਹ 12 ਫੈਬਰਵਰੀ ਸੰਗਰਾਂਦ ਹੁੰਦਾ ਹੈ, ਉਦੋਂ ਸੰਗਰਾਂਦ 12 ਫਰਵਰੀ ਸਨ 88 87 ਹਾਂ। ਇਸ ਤਰੀਕੇ ਨਾਲ ਹੋਇਆ ਸੀ ਇਹ ਐਕਸ਼ਨ। ਫਿਰ ਇਹ ਰੌਲਾ ਪਿਆ ਕਿ ਗੱਡੀ ਭਰ ਲਈ ਤੁਸੀਂ 6 ਕਰੋੜ ਦੀ, ਉਹ ਪੀਏਪੀ ਖੜੀ ਰਹੀ, ਕੋਈ ਇਸ ਤਰ੍ਹਾਂ ਦੀ ਪੈਸੇ ਕਿੱਥੇ, ਜਦੋਂ ਇੱਥੋਂ ਪੈਸੇ ਉਹ ਦੇਖੋ ਡਾਕਾ ਮਾਰਿਆ 6 ਕਰੋੜ ਕਿੱਧਰ ਗਿਆ, ਉਹ ਕਿੱਥੇ ਲੈ ਗਏ? ਪਹਿਲਾਂ ਹੀ ਪਲਾਨਡ ਹੁੰਦਾ ਸਾਰਾ ਕੁਝ, ਉਹਦਾ ਜਿੱਥੇ ਪਲਾਨਡ ਹੁੰਦਾ, ਜਿੱਥੇ ਜਾਣਾ, ਉਹ ਬੜੀਆਂ ਸਟੋਰੀਆਂ। ਇਹ ਤਾਂ ਬੜੇ ਜਾਣੀ ਕਿ ਮੇਰਾ ਨਹੀਂ ਖਿਆਲ ਇਹਨਾਂ ਬਾਰੇ ਆਪਾਂ ਨੂੰ ਕਿੱਥੇ ਹਲਕੀਆਂ ਗੱਲਾਂ, ਝੂਠੀਆਂ ਗੱਲਾਂ ਕੀਤੀਆਂ ਗਈਆਂ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਪੀਏਪੀ ਟਰੱਕ ਖੜਿਆ 6 ਕਰੋੜ ਜਲੰਧਰ। ਹੋ ਸਕਦਾ ਖੜਾ ਹੋਵੇ, ਕਿਉਂਕਿ ਉਹ 2-3 ਥਾਂ ਤੇ ਡਿਵਾਈਡ ਹੋ ਗਿਆ ਸੀ, 2-3 ਟਰੱਕ ਹੋ ਗਏ ਸੀ। ਉਹ ਇੱਕ ਟਰੱਕ ਖੜਾ ਹੋ ਸਕਦਾ, ਮੇਰਾ ਮੋਸਟ ਵਾਲੀ ਖੜਾ ਰਿਹਾ, 3 ਥਾਂ ਤੇ ਹੋ ਗਿਆ ਸੀ ਪੈਸਾ। 3 ਥਾਂ ਤੇ ਹੋ ਗਿਆ 6 ਕਰੋੜ ਰੁਪਇਆ, 3 ਥਾਂ ਤੇ ਵੰਡ ਲਿਆ, 3 ਟਰੱਕਾਂ 'ਚ। ਹਾਂ, ਤੇ ਜਿਹੜਾ ਪੈਸਾ ਹੁੰਦਾ ਕਿ ਨਹੀਂ, ਦੇਖੋ ਪੈਸਾ ਸਟਰਗਲਸ ਦੇ ਵਿੱਚ, ਮੂਵਮੈਂਟਸ ਦੇ ਵਿੱਚ ਬਹੁਤ ਜ਼ਰੂਰਤ ਹੁੰਦੀ ਆ। ਪੈਸਾ ਤਾਂ ਆਇਆ ਉਦੋਂ ਹੀ ਚਲਾ ਜਾਂਦਾ ਹੈ। ਪਹਿਲੇ ਦੀ ਇੰਨੀਆਂ ਲੈਣਾ ਦੇਣੀਆਂ ਹੁੰਦੀਆਂ, ਸ਼ਹੀਦ ਪਰਿਵਾਰਾਂ ਨੂੰ, ਪ੍ਰੋਗਰਾਮਾਂ ਲਈ, ਜੇਲ੍ਹਾਂ ਨੂੰ, ਪੁਲਿਸ ਵਾਲਿਆਂ ਨੂੰ ਦੇਣੇ ਹੁੰਦੇ ਆ, ਸਮਾਨ ਖਰੀਦਣਾ ਹੁੰਦਾ ਆ, ਰਹਿਣ ਦੇ ਜਿਹੜੇ ਆਪਣੀਆਂ ਠਹਿਰਾਂ ਬਣਾਈਆਂ ਉਹਨਾਂ ਦੇ ਇੰਨੇ ਜ਼ਿਆਦਾ ਖਰਚ ਹੁੰਦੇ ਆ, ਬੰਦਿਆਂ ਨੂੰ ਇੰਨਾ ਪੈਸਾ ਦੇਣਾ। 6 ਕਰੋੜ ਤਾਂ ਨਥਿੰਗ ਹੁੰਦਾ ਆ। ਪੈਸੇ ਤਾਂ ਸਾਡੇ ਕੋਲ ਇੰਨੇ ਆਉਂਦੇ ਜਾਂਦੇ ਹੁੰਦੇ ਆ, ਦਸਵੰਧ ਦੇ ਜਾਂ ਹੋਰ ਵੀ ਜਿਹੜੇ ਅਸੀਂ ਡਿਫਰੈਂਟ ਤਰੀਕੇ ਨਾਲ ਕਰਦੇ। ਉਹ ਕਦੀ ਵੀ ਮੇਰਾ ਨਹੀਂ ਖਿਆਲ 15 ਦਿਨਾਂ ਤੋਂ ਬਾਅਦ ਸਾਡੇ ਅਸੀਂ ਸਦਾ ਹੀ ਖਾਲੀ ਹੁੰਦੇ ਸੀ। ਉਹ ਤਾਂ ਫਿਰ ਦਸਵੰਧ ਤੇ ਆ ਜਾਂਦੇ। 6 ਕਰੋੜ ਵੀ ਤੁਹਾਡਾ 4 ਦਿਨਾਂ ਬਾਅਦ, ਤਾਂ 10 ਦਿਨਾਂ ਬਾਅਦ ਪਹਿਲਾਂ ਹੀ ਲੈਣਾ ਦੇਣਾ ਹੁੰਦਾ। ਆ ਜਿਹੜੀਆਂ ਹੁਣ ਗੱਲਾਂ ਕਈ ਬੰਦੇ ਕਰਨ ਲੱਗ ਪੈਂਦੇ ਆ ਕਿ 6 ਕਰੋੜ ਦਾ ਉਹ ਕਿੱਥੇ ਗਿਆ, ਕੀ ਗੱਲ, ਬਹੁਤ ਹੀ ਹੋਸ਼ੇ ਛੋਟੇ ਬੰਦੇ ਆ। ਤੇ ਜਿਹੜੇ ਬੰਦੇ ਉਹਨਾਂ ਨਾਲ ਗੱਲਾਂ ਕਰਦੇ ਆ ਉਹ ਵੀ ਉਹੋ ਜਿਹੀ ਮੱਤ ਵਾਲੇ ਆ। ਨਾ ਤਾਂ ਉਹਨਾਂ ਨੂੰ ਕੋਈ ਬੰਦਿਆਂ ਦਾ ਪਤਾ, ਨਾ ਉਹਨਾਂ ਨੂੰ ਸੰਘਰਸ਼ਾਂ ਦਾ ਪਤਾ, ਨਾ ਉਹਨਾਂ ਨੂੰ ਕੋਈ ਵੱਡੀਆਂ ਗੱਲਾਂ ਦਾ ਪਤਾ, ਨਾ ਜੰਗਾਂ ਦਾ ਪਤਾ। ਜਾਂ ਤਾਂ ਐਵੇਂ ਕਰੀ ਜਾਂਦੇ ਆ ਮੂਰਖਤਾਪਣਾ, ਜਾਂ ਕਿਸੇ ਡਿਜ਼ਾਈਨ 'ਚ ਕਰੀ ਜਾਂਦੇ ਆ ਕੋਈ ਬਦਨਾਮੀ ਕਰਨ ਨੂੰ, ਜਾਂ ਇਸ ਤਰੀਕੇ ਨਾਲ ਜਿੱਦਾਂ ਤੁਹਾਡੇ ਨਹੀਂ ਚੈਨਲ, ਹੋਰ ਕਈ ਚੈਨਲ ਆ ਜਿਹੜੇ ਬਹੁਤ ਗੈਰ ਜ਼ਿੰਮੇਵਾਰੀ ਨਾਲ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਪੇਸ਼ ਕਰਦੇ ਆ। ਇੱਕ ਕੋਈ ਬੰਦਾ, ਮੈਨੂੰ ਬੜੇ ਬੰਦਿਆਂ ਨੇ ਕਿਹਾ ਕਿ ਕੌਣ ਬੰਦਾ, ਮੈਂ ਪਤਾ ਵੀ ਕਿਸੇ ਨੂੰ ਨਹੀਂ, ਸਾਨੂੰ ਪਤਾ ਕਿ ਉਹ ਬੰਦਾ ਕੌਣ ਆ, ਮੈਨੂੰ ਨਹੀਂ ਪਤਾ ਕੌਣ ਬੰਦਾ। ਉਹ ਕਿੰਨੀ ਵਾਰੀ ਆ ਡਾਕੇ ਬਾਰੇ ਬੋਲ ਚੁੱਕਿਆ ਕਿ ਉਹ ਪੈਸਾ ਕਿੱਥਾ ਗਿਆ ਇਹ ਹਿਸਾਬ ਦੇਣ। ਉਹ ਨੌਨ ਐਂਟਿਟੀ ਆ, ਪਤਾ ਨਹੀਂ ਕੌਣ। ਹੋ ਸਕਦਾ ਉਹਨੇ ਸੇਵਾ ਕੀਤੀ ਹੋਵੇ, ਵੈਲੈਂਡ ਕੀਤੀ ਹੋ। ਉਹ ਫਿਰ ਉਹ ਕਹਿੰਦਾ ਕਿ ਮੇਰਾ ਕਿਸੇ ਨੇ ਪੁੱਛਿਆ ਨਹੀਂ। ਦੇਖੋ ਅਸੀਂ ਤੁਰੇ ਹਾਂ, ਅਸੀਂ ਆਪਣੀ ਜ਼ਮੀਰ ਨਾਲ ਤੁਰੇ, ਆਪਣੇ ਮਨ ਸਾਰੇ ਇੱਦਾਂ ਹੀ ਤੁਰੇ ਆ।
ਕਿਸੇ ਨੂੰ ਧੱਕੇ ਨਾਲ ਥੋੜ੍ਹੋ ਲੈ ਕੇ ਆਏ, ਕਿਸੇ ਨੂੰ ਅਸੀਂ ਇਸ ਕਰਕੇ ਥੋੜ੍ਹੋ ਲੈ ਕੇ ਆਏ ਕਿ ਅਸੀਂ ਤੁਹਾਡੇ ਘਰਾਂ ਵਾਲਿਆਂ ਨੂੰ ਸਾਂਭਾਂਗੇ, ਅਸੀਂ ਤੁਹਾਡੇ ਜੇਲ੍ਹਾਂ ਦਾ ਆਹ ਕਰਾਂਗੇ। ਉਹ ਤਾਂ ਸਾਰਾ ਕੁਰਬਾਨੀ ਨੂੰ ਲੈ ਕੇ ਆਏ ਹਾਂ। ਜਿੱਥੇ ਅਸੀਂ ਕਰ ਸਕੇ ਸੀ ਕੀਤੇ, ਉਦੋਂ ਵੀ ਕਰਦੇ ਸੀ, ਹੁਣ ਵੀ ਕਰਦੇ ਹਾਂ। ਕੋਈ ਸਾਡਾ ਰਾਜ ਥੋੜ੍ਹਾ ਆ ਗਿਆ ਕਿ ਅਸੀਂ ਉਹ ਸਾਰੇ ਬੰਦਿਆਂ ਦਾ ਅਸੀਂ ਕਰੀਏ, ਜਿਹੜੀ ਇਹ ਜੀ ਹੁਣ ਕਿ ਸਾਡਾ ਕਿਸੇ ਨੇ ਸਾਂਭਿਆ ਨਹੀਂ। ਹੋ ਸਕਦਾ ਕੀਤਾ ਹੋਵੇ। ਜਦੋਂ ਤੁਸੀਂ ਤੁਰੇ ਹੋ, ਤੁਸੀਂ ਕਾਹਦੇ ਲਈ ਤੁਰੇ? ਸਾਡੇ ਏਡੇ ਬੰਦੇ ਜਿਨ੍ਹਾਂ ਦੇ ਘਰ ਕੱਟ ਨਹੀਂ ਰਹੇ, 6 ਭਰਾ ਚਲੇ ਗਏ, ਉਹਨਾਂ ਨੇ ਤਾਂ ਕਦੀ ਕਿਹਾ ਨਹੀਂ ਕਿ ਸਾਡੀ ਬੜੀ ਕੁਰਬਾਨੀ ਹੈ। ਇੰਨੇ ਬੰਦਿਆਂ ਨੂੰ ਮੈਂ ਜਾਣਦਾ ਹਾਂ, ਇੰਨੀਆਂ ਮਾਵਾਂ ਨੂੰ। ਇੱਕ ਦੇ 6 ਪੁੱਤ ਚਲੇ ਗਏ, ਮੈਂ ਗਿਆ, ਉਹਨੂੰ ਕਦੀ ਨਹੀਂ ਕਿਹਾ ਕਿ ਸਾਡੀ ਕੋਈ ਕੁਰਬਾਨੀ, ਉਹਨੂੰ ਨਾਂ ਵੀ ਨਹੀਂ ਆਪਣਾ ਆਉਣ ਦਿੱਤਾ। ਜਾਂ ਸਾਡੇ ਤੋਂ ਕਿਹਾ ਹੋਵੇ ਕਿ ਸਾਡੀ ਕੋਈ ਜ਼ਰੂਰਤ ਹੈ, ਉਹਨੂੰ ਮਤਲਬ ਹੀ ਕੋਈ ਨਹੀਂ। ਇਹ ਬੰਦੇ ਜਿਹੜੇ ਉੱਦਾਂ ਹੀ ਕਰਕੇ ਕਰਨ ਲੱਗ ਪਏ ਨੇ, ਨੌਨ ਐਂਟੀਟੀਜ਼ ਤੇ ਬੰਦੇ ਹੋਰ ਅੱਜ ਕੱਲ੍ਹ ਬਹੁਤ ਆ ਜਿਹੜੇ ਇਸ ਚੀਜ਼ ਦਾ, ਜਿਹੜੇ ਰੀਅਲ ਬੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਹੁੰਦਾ। ਫਿਰ ਇਹ ਕਹਿਣਾ ਕਿ ਉਹ ਪੈਸੇ ਕਿੱਥੇ ਗਏ, ਕੀ ਆ। ਉਹ ਜਿਹੜੇ ਪੈਸੇ ਉਸ ਵਕਤ ਦੇ ਹੁੰਦੇ ਸੀ, ਉਹ ਤਾਂ ਪੰਥ ਦੇ ਲਈ ਹੁੰਦੇ ਸੀ, ਸੰਘਰਸ਼ ਲਈ, ਵਾਰ ਲਈ ਇਕੱਠੇ ਕੀਤੇ ਸੀ, ਵਾਰ ਤੇ ਜਾਂਦੇ ਸੀ, ਹੋਰ ਕਿੱਥੇ ਜਾਣੇ ਆ। ਤਾਂ ਉਹ ਸੰਘਰਸ਼ ਦਾ ਇੱਕ ਫਰਜ਼ ਬਣਦਾ ਸੀ, ਉਹਨਾਂ ਦਾ ਹੱਕ ਸੀ ਇਹਨਾਂ ਦੇ ਬੈਂਕ ਲੁੱਟਣੇ। ਪਹਿਲਾਂ ਬੈਂਕ ਲੁੱਟਣੇ, ਬਾਅਦ 'ਚ ਅਸੀਂ ਪਾਲਿਸੀ ਚੇਂਜ ਕੀਤੀ ਤੇ ਕੁਛ ਬਹੁਤ ਵੱਡੇ ਬੰਦੇ ਜਿਹੜੇ ਵੱਡੇ ਕਾਰਪੋਰੇਟ ਵਾਲੇ ਆ, ਜਿਹੜੇ ਬਹੁਤ ਅਮੀਰ ਬੰਦੇ ਆ, ਜਿਹੜੇ ਸਾਰਾ ਪੈਸਾ ਐਕਿਊਮੂਲੇਟ ਕਰਦੇ ਆ, ਉਹਨਾਂ ਤੋਂ ਵੀ ਲਏ ਪੈਸੇ। ਉਹੀ ਵੀ ਪਾਲਿਸੀ ਨਾਲ ਕੁਛ ਬੰਦਿਆਂ ਤੋਂ ਲਏ, ਉਹ ਵੀ ਜਾਇਜ਼ ਹੈ। ਉਹ ਸੰਘਰਸ਼ ਇੱਦਾਂ ਕਰਦੇ ਹੁੰਦੇ ਆ। ਉਹ ਇਹ ਥੋੜ੍ਹਾ ਕਿ ਕਿਸੇ ਨੇ ਆਪਣੇ ਪਰਿਵਾਰ ਨੂੰ ਦੇਣਾ ਸੀ, ਉਹਦੀ ਜ਼ਰੂਰਤ ਸੀ। ਜਦੋਂ ਸੰਘਰਸ਼ ਦੀਆਂ ਐਡੀਆਂ ਜ਼ਰੂਰਤਾਂ, ਜਿਹੜੀ ਧਿਰ ਦੇ ਉਹ ਖਜ਼ਾਨੇ ਨੇ, ਬੈਂਕ ਉਹਨਾਂ ਦੇ ਖਜ਼ਾਨੇ ਆ, ਸਾਡੇ ਤੋਂ ਇੱਥੋਂ ਮਾਇਆ ਇਕੱਠੀ ਕਰਕੇ ਲੈ ਕੇ ਗਏ ਆ। ਜਿਹੜੇ ਕਾਰਪੋਰੇਟ ਵਾਲੇ ਵੱਡੇ ਅਮੀਰਜ਼ਾਦੇ ਆ, ਜਿਹੜੇ ਖਰਬਾਂਪਤੀ ਅਰਬਾਂਪਤੀ, ਉਹਨਾਂ ਨੇ ਆਮ ਲੋਕਾਂ ਦਾ ਯਾਨੀ ਕਿ ਇਕੱਠਾ ਕੀਤਾ ਆ। ਹੁਣ ਅੰਬਾਨੀ ਦਾ ਬੰਬੇ 4,500 ਕਰੋੜ ਦਾ ਘਰ ਆ, ਤੇ ਇੱਥੇ ਆਪਣੇ ਬੰਦੇ ਆਤਮ ਹੱਤਿਆ ਕਰ ਰਹੇ ਨੇ, ਜੇ ਸਾਰਾ ਦਿਨ ਜਿਹੜੇ ਕਰਦੇ ਨੇ ਮਜ਼ਦੂਰੀ। ਉਹਨੂੰ ਕਿਹੜਾ ਗੋਡ ਗਿਵਨ ਨੂੰ ਹੱਕ ਆ ਕਿ ਉਹਦੇ ਪੈਸੇ ਆ, ਜਾਂ ਉਹ ਤਾਂ ਹੁਣ ਸਟੇਟ ਦੇ ਇੱਕ ਧੌਂਸਲਾ ਉਹਨਾਂ ਨੇ ਰੱਖੇ ਹੋਇਆ। ਜਿਹੜੀ ਹੁਣ ਸਟੇਟ ਬੰਦੇ ਦੇ ਸਟੇਟ ਦੇ ਅਗੇਂਸਟ ਉੱਠਣਗੇ ਆਰਮਡ, ਕੋਈ ਸਟਰਗਲ ਵਾਲੇ ਰੈਵੋਲੂਸ਼ਨ, ਉਹਨੂੰ ਤਾਂ ਹੱਥ ਪਾਉਣਗੇ। ਉਹ 'ਚ ਤਾਂ ਕੋਈ ਨਜਾਇਜ਼ ਗੱਲ ਨਹੀਂ, ਜਾਇਜ਼ ਹੈ। ਪਹਿਲਾਂ ਵੀ ਹੋਇਆ, ਹਿਸਟਰੀ 'ਚ ਵੀ ਹੋਇਆ, ਅਸੀਂ ਵੀ ਕੀਤਾ, ਅੱਗੇ ਵੀ ਜਿਹੜੇ ਉਹ ਕਰਨਗੇ। ਤੁਸੀਂ ਬਾਅਦ 'ਚੋਂ ਜੇਲ੍ਹ ਵੀ ਗਏ, ਰਿਹਾ ਹੋ ਗਏ, ਹੁਣ ਤੁਸੀਂ ਇੱਕ ਆਮ ਸ਼ਹਿਰੀ ਦੇ ਤੌਰ 'ਤੇ ਜ਼ਿੰਦਗੀ 'ਚ ਤੁਸੀਂ ਲੁਧਿਆਣੇ ਦੇ ਕਿਸੇ ਉਸ ਬੈਂਕ 'ਚ ਦੁਬਾਰਾ ਗਏ ਹੋ? ਲੁਧਿਆਣੇ ਸ਼ਹਿਰ 'ਚ ਹੀ ਰਹਿੰਦੇ ਤੁਸੀਂ ਕਦੇ? ਨਹੀਂ, ਮੈਂ ਅੰਦਰ ਨਹੀਂ ਕਦੇ ਗਿਆ, ਬਾਹਰ ਤਾਂ ਬੈਂਕ ਅੱਗੋਂ ਦੀ ਲੰਘਦੇ ਜਦੋਂ ਕਿਵੇਂ ਯਾਦ ਆਉਂਦਾ ਤੁਹਾਨੂੰ ਬੈਂਕ? ਹਾਂ, ਮੈਂ ਦੇਖਿਆ ਬਾਹਰੋਂ, ਅੰਦਰ ਤਾਂ ਨਹੀਂ ਕਦੇ ਗਿਆ। ਉਹ ਤੁਹਾਡੇ ਉਹ ਸੀਨ ਯਾਦ ਆ ਜਾਂਦਾ ਹੋ ਜਦੋਂ ਲੁੱਟ ਰਹੇ ਸੀ ਬੈਂਕ ਨੂੰ? ਹਾਂ, ਆ ਜਾਂਦਾ। ਇੱਕ ਕਿਹਾ ਜਾਂਦਾ ਕਿ ਜਿਹੜੇ ਤੁਸੀਂ ਵੀ ਕਿਹਾ ਵੀ ਖੈਬਰ ਦਰੇ ਤੋਂ ਹਥਿਆਰ ਲੈਣੇ ਸੀ, ਜਿਹੜੀਆਂ 147 ਆਈਆਂ ਮੂਵਮੈਂਟ 'ਚ, 147 ਖਾਸ ਤੌਰ 'ਤੇ, ਇਹ ਇਸ ਬੈਂਕ ਡਾਕੇ ਤੋਂ ਬਾਅਦ ਆਈਆਂ? ਨਹੀਂ, ਪਹਿਲਾਂ ਵੀ ਕੁਛ ਆ ਗਈਆਂ ਸੀ। ਵੱਡੀ ਤਾਦਾਦ ਜਿਹੜੀ ਉਹ ਖੇਪ ਆ ਪਿਓਰ ਉਹਨਾਂ ਦੀ, ਉਹ ਉਦੋਂ ਆਈ ਆ। ਕੁਛ ਪਹਿਲਾਂ ਆ ਗਈਆਂ ਸੀ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਜਦੋਂ ਅਸੀਂ ਬੰਦੇ ਨੂੰ ਛੁਡਾਇਆ, ਉਦੋਂ ਸਾਡੇ ਕੋਲ 2 ਅਸੌਲਟਾਂ ਸੀਗੀਆਂ। ਉਹ ਕੁਛ ਆ ਗਈਆਂ ਸੀ, 7-8 ਸਾਡੇ ਕੋਲ ਹੈ ਸੀ। ਪਹਿਲੀ ਵਾਰ ਉੱਥੇ ਚੱਲੀਆਂ ਸੀ ਅੰਮ੍ਰਿਤਸਰ ਕਚਹਿਰੀ 'ਚ। ਉਹ ਇਹਨਾਂ ਨੂੰ ਸਮਝ ਵੀ ਨਹੀਂ ਸੀ ਲੱਗੀ ਕੀ ਚੱਲਿਆ। ਫਿਰ ਇਹਨੂੰ ਕਾਫੀ ਮਿਲਟਰੀ ਵਾਲਿਆਂ ਨੂੰ ਬੁਲਾ ਕੇ ਪਤਾ ਲੱਗਿਆ ਕਿ ਇਹਨੂੰ ਇਹ ਚੱਲਿਆ। ਪਰ ਵੱਡੇ ਪੱਧਰ ਤੇ ਅਸਲਾ, ਹਾਂ, ਬਾਅਦ 'ਚ ਵੱਡੇ ਪੱਧਰ ਤੇ ਅਸਲਾ ਆਫਟਰ 88 ਆਉਣ ਲੱਗਿਆ ਨਾ, 89 ਦੇ ਸ਼ੁਰੂ 'ਚ। ਪਹਿਲਾਂ ਤਾਂ ਬਹੁਤ ਥੋੜ੍ਹਾ ਅਸਲਾ ਹੁੰਦਾ ਸੀ। ਜਦੋਂ ਅਸੀਂ ਤੁਰੇ ਹਾਂ, ਉਦੋਂ ਤਾਂ ਅਸਲਾ ਹੁੰਦਾ ਹੀ ਨਹੀਂ ਸੀਗਾ। ਉਦੋਂ ਤਾਂ ਜਾਣੀ ਕਿ ਛੋਟੇ ਵੈਪਨ, ਸਟੈਨ ਗਨ, ਥਾਮਸਨ, ਬੜਾ ਅਸੀਂ ਬਹੁਤ ਮਿਹਨਤ ਕਰਕੇ ਪੰਜਾਬ 'ਚੋਂ ਥਾਂ ਤੋਂ ਬੰਦਿਆਂ ਤੋਂ ਬੜੇ ਰਿਸਕ 'ਚ ਅਸਲਾ ਇਕੱਠਾ ਕੀਤਾ ਥੋੜ੍ਹਾ ਜਿਹਾ। ਫਿਰ ਸਾਨੂੰ ਚਲੋ ਭਾਈ ਨੋਕ ਸਿੰਘ ਹੁਣੀ ਮਿਲ ਗਏ, ਇੱਧਰੋਂ ਚਾਚਾ ਮਥੁਰਾ ਸਿੰਘ, ਇਹਨਾਂ ਨੇ ਫਿਰ ਸਾਨੂੰ ਪ੍ਰੋਵਾਈਡ ਕਰ ਦਿੱਤਾ। ਇਹਨਾਂ ਕੋਲ ਸੀਗਾ, ਪੁਰਾਣਾ ਰੱਖਿਆ ਹੋਇਆ ਸੀ। ਉਦੋਂ ਅਸਲੇ ਦੀ ਬੜੀ ਕਮੀ ਸੀ। ਅਸੀਂ ਇੱਕ ਐਕਸ਼ਨ ਕਰਨਾ ਹੁੰਦਾ ਸੀ ਇੱਕ ਥਾਂ ਤੋਂ, ਜੋ ਦਿੱਲੀ ਕਰਨਾ ਉਹੀ ਅਸਲਾ ਇੱਥੋਂ ਲੈ ਕੇ ਜਾਣਾ, ਉਹੀ ਉੱਥੋਂ ਫਿਰ ਇੱਥੇ ਲਿਆਉਣਾ, ਇਸ ਤਰ੍ਹਾਂ ਸੀਗਾ। ਜਿਵੇਂ ਦਿੱਲੀ ਤੁਸੀਂ ਕਹਿੰਦੇ, ਦਿੱਲੀ ਦੇ ਵੀ ਵੱਡੇ ਬਿਜ਼ਨਸਮੈਨ ਜਾਂ ਇੰਟਰਨੈਸ਼ਨਲ ਜਿਹੜੇ ਸਿੱਖ ਵੱਡੇ ਬਿਜ਼ਨਸਮੈਨ ਬੈਠੇ ਸੀ, ਉਹ ਵੀ ਮਦਦ ਕਰਦੇ ਸੀ ਹਥਿਆਰਾਂ ਲਈ ਜਾਂ ਕਾਸੇ ਲਈ? ਸਭ ਲੋਕ ਮਦਦ ਕਰਦੇ ਸੀ, ਐਵਰੀਬਡੀ। ਜਿਹੜੇ ਇਸ ਵਕਤ ਬਹੁਤ ਵੱਡੇ ਨਾਮ ਨੇ ਇੰਡਸਟਰੀ 'ਚ, ਅਲੀਟਾਂ ਵਿੱਚ, ਪੋਲੀਟੀਸ਼ੀਅਨਸ ਦੇ ਵਿੱਚ, ਇੱਥੋਂ ਤੱਕ ਕਿ ਚੀਫ ਮਿਨਿਸਟਰ ਰਹੇ ਵੀ, ਇਹ ਸਾਰੇ ਮਦਦ ਕਰਦੇ ਸੀ। ਇਹ ਵੈਲ ਵਿਸ਼ਰ ਸੀ। ਇਹ ਚਾਹੁੰਦੇ ਸੀ
ਕਿ ਸਿੱਖ ਕੁਛ ਕਰਨ। ਇਸ ਤਰ੍ਹਾਂ ਤਾਂ ਜੀਆ ਨਹੀਂ ਜਾ ਸਕਦਾ, ਇੱਦਾਂ ਤਾਂ ਅਸੀਂ ਜਿਉ ਨਹੀਂ ਸਕਦੇ ਇੰਡੀਆ 'ਚ, ਕਿ ਕੁਛ ਹੋਣਾ ਚਾਹੀਦਾ। ਸਾਰੇ ਹੀ ਕਰਦੇ ਸੀ। ਬਾਅਦ 'ਚ ਚਲੋ ਆਪਣੇ ਆਪਣੇ ਰਾਹਾਂ 'ਤੇ ਦੁਬਾਰਾ ਆ ਗਏ ਬਹੁਤ। ਤੁਸੀਂ ਕਿਤਾਬ 'ਚ ਤਾਂ ਉਹਨਾਂ ਅਨਨੋਨ ਬੰਦਿਆਂ ਦੀ ਗੱਲ ਕਰ ਜਿਹੜੇ ਚਲੇ ਗਏ ਬਹੁਤੇ, ਕਿਸੇ ਦਾ ਬੱਚਾ, ਤੁਸੀਂ ਜਿਵੇਂ ਇੱਕ ਪੀਸ ਲਿਖਿਆ ਕਿ ਇੱਕ ਬੀਬੀ ਦਾ ਬੱਚੀ ਹੈ, ਪਤਾ ਨਹੀਂ ਕਿੱਥੇ ਹੈ ਜਾਂ ਨਹੀਂ ਹੈ। ਇਸ ਤਰ੍ਹਾਂ ਦੇ ਕਿੰਨੇ ਕਰੈਕਟਰ ਆ, ਦੇਖੋ ਹੁਣ ਉਹ ਕਰੈਕਟਰ ਕਿੱਦਾਂ ਦਾ, ਉਹਦਾ ਜਾਂ ਤਾਂ ਤੁਸੀਂ ਮੈਂ ਨਹੀਂ ਜਿਵੇਂ ਲਿਖਿਆ। ਤੁਸੀਂ ਇੱਕ ਬਰਨਾਲੇ ਦੇ ਪਰਿਵਾਰ ਦਾ ਜ਼ਿਕਰ ਕਰਦੇ ਹੋ, ਠਾਰ ਹੁੰਦੀ ਸੀ, ਉਹ ਮਜ਼ਦੂਰ ਬਣ ਕੇ ਰਹਿਣ ਲੱਗ ਗਿਆ। ਮਜ਼ਦੂਰ ਬਾਰੇ ਇੰਨੇ ਖੌਫ 'ਚ ਆ ਗਏ ਕਿ ਉਹ ਆਪਣੀ ਉਹ ਆਇਡੈਂਟੀਟੀ ਭੁਲਾ ਕੇ ਨਵੇਂ 'ਚ ਰਹਿਣ ਲੱਗ ਪਏ ਤੇ ਉਹਨੂੰ ਭੁੱਲਣਾ ਹੀ ਚਾਹੁੰਦੇ ਸੀ। ਸਾਡੇ ਕਹਿਣ 'ਤੇ ਵੀ ਕਿ ਅਸੀਂ ਸਭ ਕੁਝ ਠੀਕ ਕਰ ਲਿਆ ਉੱਥੇ, ਉਹ ਗਏ ਨਹੀਂ ਵਾਪਸ। ਤੁਸੀਂ ਜਾਂਦੇ ਹੋ ਉਹਨਾਂ ਥਾਵਾਂ ਤੇ, ਉਹਨਾਂ ਠਾਰਾਂ ਤੇ ਕਦੇ ਬਿਨਾਂ ਮਤਲਬ ਜਿਵੇਂ ਤੁਸੀਂ? ਜਾਂਦੇ ਹਾਂ ਮਿਲਦੇ ਹਾਂ, ਸਾਡਾ ਸਾਰਿਆਂ ਨਾਲ ਲਿੰਕ ਆ। ਹੁਣ ਮੈਂ ਘੱਟ ਆਉਣਾ ਜਾਂਦਾ ਹਾਂ, ਪਰ ਮੈਨੂੰ ਸਾਰੇ ਲਿੰਕਡ ਆ। ਜਿੱਥੇ ਜ਼ਰੂਰਤ ਹੋਈ ਤਾਂ ਜਾਈਦਾ ਹੈ। ਉਹ ਸਾਡੇ ਪਰਿਵਾਰ ਨੇ, ਸਾਡਾ ਹਿੱਸਾ ਨੇ। ਇੱਕ ਇਹ ਗੱਲ ਬਹੁਤ, ਜਦੋਂ ਮੂਵਮੈਂਟ ਦਾ 90 ਵਾਲਾ ਦੌਰ, ਤੁਸੀਂ 90 2 ਸਾਲ ਪਾਕਿਸਤਾਨ ਰਹੇ ਹੋ, ਕਿਹੜਾ ਸਾਲ ਸੀ ਉਹ, ਕਿਹੜਾ ਸਮਾਂ ਸੀਗਾ, ਕਦੋਂ ਗਏ ਪਾਕਿਸਤਾਨ ਤੁਸੀਂ? ਨਵੰਬਰ 92, ਅਪ੍ਰੈਲ 92 ਪਾਕਿਸਤਾਨ ਚਲੇ ਗਏ। ਰਿਹਾ ਕਿੰਨੇ ਸਾਲ ਰਹੇ ਉੱਥੇ? ਇਹੀ ਦੇਖ ਲਓ, ਡੇਢ ਪੌਣੇ 2 ਸਾਲ ਬਣੇ ਹੋਏ। ਫਿਰ ਬਹੁਤੇ ਲੋਕ ਤਾਂ ਉੱਥੇ ਰਹਿ ਵੀ ਗਏ, ਤੁਸੀਂ ਵਾਪਸ ਕਿਉਂ ਆਏ? ਨਹੀਂ, ਇੱਥੇ ਤਾਂ ਆਉਣਾ ਹੀ ਹੁੰਦਾ ਕਿ ਨਹੀਂ, ਇੱਥੇ ਬਹੁਤ ਜ਼ਰੂਰੀ ਸੀ ਆਉਣਾ। 94 ਚ ਆਏ ਵਾਪਸ? ਮੈਂ ਨਹੀਂ, 92 'ਚ ਹੀ ਆ ਗਿਆ ਸੀ। 92 ਚ ਆ ਗਏ ਸੀ। ਜਦੋਂ ਇੱਥੇ ਮੂਵਮੈਂਟ ਡਾਊਨ ਜਾਣ ਲੱਗ ਪਏ ਸੀ, ਬਹੁਤ ਸਿੰਘ ਸ਼ਹੀਦ ਹੋਣ ਲੱਗ ਪਏ ਸੀ, ਆਪਸੀ ਫੁੱਟ ਪੈ ਗਈ ਸੀ, ਮੇਰਾ ਆਉਣਾ ਬਹੁਤ ਜ਼ਰੂਰੀ ਹੋ ਗਿਆ ਸੀ। ਫਿਰ ਮੈਂ ਤਾਂ ਆਇਆ। ਇਹ ਗੱਲ ਵੀ ਆਮ ਹੀ ਕਹੀ ਜਾਂਦੀ ਹੈ, ਜਿਵੇਂ ਤੁਸੀਂ ਕਿਹਾ, ਤੁਸੀਂ ਤੇ ਬਹੁਤ ਐਕਸ਼ਨਾਂ 'ਚ ਪਤਾ ਨਹੀਂ ਕਿਵੇਂ ਬਚ ਗਏ। ਤੁਹਾਡੇ ਬਾਰੇ ਹੋਰ ਲੋਕ ਵੀ ਕਹਿੰਦੇ ਨੇ, ਪਰ ਕਹਿਣ ਵਾਲੇ ਤੁਹਾਨੂੰ ਵੀ ਕਹਿੰਦੇ ਆ ਕਿ ਬਿੱਟੂ ਕਿਵੇਂ ਬਚ ਗਿਆ, ਬਾਕੀ ਤਾਂ ਕੋਈ ਬਚਿਆ ਨਹੀਂਗਾ। ਇਹ ਤਾਂ ਹੁਣ ਪਰਮਾਤਮਾ ਨੂੰ ਪੁੱਛਣ ਕਿ ਕਿਉਂ ਬਚ ਗਿਆ, ਕੋਈ ਕਿੱਦਾਂ ਬਚਦਾ। ਇਹ ਤਾਂ ਬਹੁਤ ਹੈ ਹੋਸ਼ੇ ਤੇ ਨੀਵੇਂ ਦਰਜੇ ਦੇ ਸਵਾਲ ਆ ਜਾਣੇ ਕਿ ਮੂਰਖ ਵੀ ਨਹੀਂ ਕਿਹਾ ਜਾ ਸਕਦਾ ਇਹੋ ਜਿਹੇ ਬੰਦਿਆਂ ਨੂੰ। ਬੰਦੇ ਕਹਾਉਣ ਦੇ ਵੀ ਲਾਇਕ ਨਹੀਂ। ਇਹਨਾਂ ਨੂੰ ਪਤਾ ਹੀ ਨਹੀਂ ਬੰਦਿਆਂ ਬਾਰੇ, ਸੰਘਰਸ਼ਾਂ ਬਾਰੇ, ਜੀਵਨ ਬਾਰੇ ਕੁਛ ਨਹੀਂ ਪਤਾ। ਜੋ ਬਚਣਾ ਬਚਾਉਣਾ ਤਾਂ ਪਰਮਾਤਮਾ ਦੇ ਹੱਥ ਹੁੰਦਾ ਹੈ, ਕਿਹਨੇ ਬਚਣਾ ਕਿਹਨੇ ਨਹੀਂ ਬਚਣਾ। ਅਸੀਂ ਕੋਈ ਸੋਚ ਸਮਝ ਕੇ ਥੋੜ੍ਹਾ, ਮੈਂ ਕੋਈ ਬਹੁਤ ਵਾਰੀ, ਮੈਂ 15-16 ਥਾਵਾਂ ਤੋਂ ਉਹ ਮੈਂ ਲਿਖਿਆ, ਨੈਕਸਟ ਕਿਤਾਬ 'ਚ ਉਹ ਮੈਂ ਜ਼ਿਕਰ ਕਰੂੰਗਾ, ਤਕਰੀਬਨ ਲਿਖਿਆ ਪਿਆ ਹੈ। 18-20 ਥਾਂ ਤੋਂ, ਇਹੋ ਜਿਹੀਆਂ ਥਾਂ ਤੋਂ ਮੈਂ ਨਿਕਲਿਆ ਜਿੱਥੇ ਬਿਲਕੁਲ ਮੈਨੂੰ ਕੁਦਰਤੀ ਐਂ ਲੱਗਿਆ ਕਿ ਨਿਕਲ ਗਏ, ਉਹ ਉਡੀਕ ਰਹੇ ਸੀ, ਹੈ ਨਾ, ਨਿਕਲ ਗਏ ਜਾਂ ਪਰਮਾਤਮਾ ਨੇ ਰੱਖ ਲਿਆ। ਕਿਤੇ ਸਿਕਸ ਸੈਂਥ ਨੇ ਕੰਮ ਦੇ ਦਿੱਤਾ, ਕਿਤੇ ਕਿਸੇ ਨੇ, ਕਿਤੇ ਬਿਲਕੁਲ ਹੀ ਕੋਈ ਕੋਇਨਸੀਡੈਂਸ ਹੀ ਹੋ ਗਿਆ, ਬਚ ਗਏ, ਜਾਂ ਹੋਰ ਹੀ ਕੋਈ ਗੱਲਾਂ ਹੋ ਗਈਆਂ, ਬਚ ਗਏ ਜਿੱਥੇ ਕਿਤੇ ਵੀ ਨਹੀਂ ਸੀ ਬਚ ਸਕਦੇ। ਇੱਦਾਂ ਦੇ ਥਾਵਾਂ 'ਚੋਂ ਬਚ ਕੇ ਨਿਕਲੇ ਆ। ਨਾਲੇ ਦੱਸੋ, ਜਿਹੜੇ ਬੰਦੇ ਗੱਲ ਕਰਦੇ ਆ ਕਿ ਬਚਨ ਬਚਾਉਣ ਵਾਲੀ ਸਰਕਾਰ ਨਾਲ, ਸਾਡਾ ਸਰਕਾਰਾਂ ਨਾਲ ਕੀ ਲੈਣਾ? ਸਾਡਾ ਤਾਂ ਜਿਹੜਾ ਸਾਡੀ ਖਸਲਤ 'ਚ ਸਾਡਾ ਤੱਤ ਆ, ਉਹ ਤਾਂ ਹਾਈ ਖਾਲਸੇ ਵਾਲਾ। ਸਾਡਾ ਤਾਂ ਇਹਨਾਂ ਨਾਲ ਤਖਤਾਂ ਨਾਲ ਕਿਸੇ ਨਾਲ ਰਲਦਾ ਹੀ ਨਹੀਂ, ਉਹ ਸਾਡੇ ਨੇੜੇ ਤੇੜੇ ਵੀ ਨਹੀਂ ਆ ਸਕਦੇ। ਇਹ ਜਿਹੜੇ ਤਖਤ ਵਾਲੇ ਆ, ਇਹ ਤਾਂ ਸਾਨੂੰ ਜਦੋਂ ਸੰਘਰਸ਼ ਸੀਗੇ, ਸਾਨੂੰ ਬਹੁਤ ਵਾਰੀ ਬੜੇ ਰਿਲਾਇਬਲ ਅਤੇ ਬੜੇ ਜੈਨੂਅਨ ਸੋਰਸਿਸ ਰਾਹੀਂ ਸੁਨੇਹੇ ਭੇਜਦੇ ਹੁੰਦੇ ਸੀ ਕਿ ਤੁਸੀਂ ਸਭ ਤੋਂ ਬਿਹਤਰ ਬੰਦੇ ਹੋ, ਇੱਥੇ ਪੋਲੀਟੀਸ਼ੀਅਨਾਂ ਦਾ ਬਹੁਤ ਮਾੜਾ ਹਾਲ ਆ ਸਾਰਿਆਂ ਦਾ, ਤੁਸੀਂ ਅਸਲ ਬੰਦੇ ਹੋ, ਪੰਜਾਬ ਦੇ ਯੂਥ ਹੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਮਾਰੇ ਜਾਓ, ਤੁਸੀਂ ਇਲੈਕਸ਼ਨਾਂ 'ਚ ਆਓ, ਡੈਮੋਕ੍ਰੇਟਿਕ ਤਰੀਕੇ ਨਾਲ ਇਲੈਕਸ਼ਨਾਂ ਲੜੋ, ਪਾਵਰ 'ਚ ਆਓ, ਅਤੇ ਜੋ ਕਰਨਾ ਚਾਹੁੰਦਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਜਦੋਂ ਸਾਨੂੰ ਪਤਾ ਨਹੀਂ ਕਿੰਨੀ ਵਾਰ ਮੈਸੇਜ ਆਏ ਹੋਣੇ ਆ, 85 'ਚ, 87 'ਚ, 89 'ਚ। ਪਰ ਸਾਡਾ ਤਾਂ ਸਪਸ਼ਟ ਸੀ, ਅਸੀਂ ਤਾਂ ਸਟੇਟ ਨਾਲ ਲੜਦੇ ਸੀ। ਜਿਹੜੀਆਂ ਇਹ ਇਲੈਕਸ਼ਨਾਂ, ਇਹ ਸਾਡੇ ਲਈ ਥੋੜ੍ਹਾ ਆ, ਇਹ ਤਾਂ ਉਹਨਾਂ ਦਾ ਹੀ ਇੱਕ ਹਿੱਸਾ ਆ, ਉਹਨਾਂ ਦੇ ਰੂਲ ਕਰਨ ਦਾ ਢੰਗ ਤਰੀਕਾ ਆ। ਜਿਹੜਾ ਖਾਲਸਾ ਆ, ਖਾਲਸਾ ਕਿਸੇ ਤਖਤ ਦੇ ਅਧੀਨ ਥੋੜ੍ਹਾ, ਜਿਹੜੀ ਸਾਡੀ ਪਾਤਸ਼ਾਹੀ ਤਾਂ ਡਾਇਰੈਕਟ ਗੁਰੂ ਤੋਂ ਆ, ਅਕਾਲ ਤਖਤ ਤੋਂ ਆ, ਅਕਾਲ ਪੁਰਖ ਵੱਲੋਂ ਆ। ਅਸੀਂ ਤਾਂ ਉਹ ਜਿਹੇ ਸਮਾਜ, ਬੇਗਮਪੁਰੇ ਵਾਲਾ ਤਾਂ ਉਹ ਜਿਹਾ ਰਾਜ, ਹਲੇਮੀ ਰਾਜ,
ਜੋ ਕਾਲ ਪੁਰਖ ਦੇ ਰਾਜ ਦੇ ਅਨੁਸਾਰੀ ਹੋਏ, ਉਹ ਇਹ ਰਾਜ ਲਈ ਇੱਕ ਪਹਿਰੇਦਾਰੀ ਕਰਨੀ ਆ, ਕੋਸ਼ਿਸ਼ ਕਰਨੀ ਆ, ਫੈਸਿਲਿਟੇਟ ਕਰਨਾ ਆ, ਮਦਦ ਕਰਨੀ ਆ, ਆਪਣਾ ਵਾਰਨਾ ਆ ਨਿਸ਼ਕਾਮ ਤੇ ਬਿਲਕੁਲ ਨਿਸ਼ਕਾਮ ਹੋ ਕੇ, ਕੋਈ ਆਪਣੀ ਕਰਕੇ ਨਹੀਂ। ਉਹੀ ਅਸੀਂ ਉਦੋਂ ਕਰਦੇ ਸੀ ਤੇ ਉਹੀ ਅਸੀਂ ਹੁਣ ਕਰਦੇ ਹਾਂ। ਤੇ ਅਸੀਂ ਇਹੋ ਜਿਹੇ ਰਾਜਾਂ ਰੂਜਾਂ ਨੂੰ ਤਾਂ ਜਿਹੜੇ ਰਾਜ ਕਰਦੇ ਆ, ਇਹ ਬਾਅਦ 'ਚ ਉਹਨਾਂ ਕੋਲ ਜਾ ਕੇ ਇਹਨਾਂ ਨੇ ਰਾਜ ਲਏ ਆ। ਸਾਡੇ ਤਾਂ ਇਹ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਆ ਸਕਦੇ। ਮੂਵਮੈਂਟ ਦੇ ਦੌਰਾਨ ਜਿਹੜੇ ਨਾਮ ਸੀ ਮੇਜਰ ਸਿੰਘ ਤੂਫਾਨ, ਮਾਨੋ ਚਾਲ, ਹੋਰ ਇਹਨਾਂ ਸਾਰੇ ਲੋਕਾਂ ਨੂੰ ਤੁਸੀਂ ਮਿਲੇ ਹੋ ਪਰਸਨਲੀ, ਜਿੰਨੇ ਵੀ ਵੱਡੇ ਨਾਂ ਸੀਗੇ? ਹਾਂ, ਜ਼ਿਆਦੇ। ਮੈਂ ਸੰਘਰਸ਼ ਦੇ ਜੋ ਬਿਹਤਰੀਨ ਸਿੰਘ ਆ ਉਹਨਾਂ ਜ਼ਿਆਦਿਆਂ ਨੂੰ ਮੈਂ ਮਿਲਿਆ ਹਾਂ। ਬਹੁਤ ਬੰਦਿਆਂ ਨੂੰ ਨਹੀਂ ਵੀ ਮਿਲਿਆ ਗਿਆ, ਪਰ ਕਿਉਂਕਿ ਮੈਂ ਬਹੁਤ ਇੰਪੋਰਟੈਂਟ ਜਗ੍ਹਾ 'ਤੇ ਸੀ, ਸ਼ੁਰੂ ਤੋਂ ਸਾਰਿਆਂ ਨੂੰ ਜਾਣਦੇ ਸੀ। ਤਕਰੀਬਨ ਜਿਹੜਾ ਮੈਂ ਕੱਲ੍ਹ ਜ਼ਿਕਰ ਕੀਤਾ, ਜਿਹੜਾ ਕੋਰ ਸੀਗਾ, ਜੋ ਰੀਅਲ ਜਿਹੜਾ ਪੰਥ ਨਾਲ ਜੁੜਿਆ ਸੀ, ਗੁਰੂ ਨਾਲ ਜੁੜਿਆ ਹਿੱਸਾ ਸੀ, ਜਿਹੜਾ ਪਿਓਰ ਪਵਿੱਤਰ ਸੀ, ਜਿਹੜਾ ਜੰਗ ਤੇ ਸ਼ਹਾਦਤ ਵਾਲੇ ਸੀ, ਜਿਹੜੇ ਗੁਰੂ ਦੇ ਹੁਕਮ ਅਨੁਸਾਰ ਹੀ ਇੱਕ ਮੋਰਲ ਹੁਕਮ ਅਨੁਸਾਰ ਹੀ ਆਇਆ ਸੀ ਸ਼ਹੀਦ ਹੋਣ ਲਈ, ਉਹਨਾਂ ਨੂੰ ਮੈਂ ਸਾਰਿਆਂ ਤਕਰੀਬਨ ਜ਼ਿਆਦਿਆਂ ਨੂੰ ਮਿਲਿਆ, ਜਿਨ੍ਹਾਂ ਦੇ ਅਮਲ ਬਹੁਤ ਵੱਡੇ ਸੀ। ਅਤੇ ਉਹ ਮੈਂ ਇਸ ਚੀਜ਼ ਦਾ ਬਹੁਤ ਜ਼ਿਆਦਾ ਆਪਣਾ ਫਖਰ ਵੀ ਮਹਿਸੂਸ ਕਰਦਾ। ਅਤੇ ਇਹੀ ਮੈਨੂੰ ਤਾਂ ਵੀ ਲੱਗਦਾ ਕਿ ਸ਼ਾਇਦ ਮੈਂ ਇਸੇ ਕਰਕੇ ਬਚਿਆ ਕਿ ਉਹਨਾਂ ਬਾਰੇ ਕੁਛ ਦੱਸਣਾ, ਅਤੇ ਮੈਂ ਉਹੀ ਕੋਸ਼ਿਸ਼ ਕਰ ਰਿਹਾ ਹਾਂ। ਦੱਸਣਾ ਉਹਨਾਂ ਬਾਰੇ ਕਾਫੀ ਔਖਾ ਆ, ਮੁਸ਼ਕਿਲ ਆ। ਹਾਲੇ ਮੈਨੂੰ ਵੀ ਲੱਗਦਾ ਕਿ ਮੇਰੇ ਤੋਂ ਉੱਦਾਂ ਨਹੀਂ ਦੱਸਿਆ ਜਾ ਰਿਹਾ, ਕਿਉਂਕਿ ਉਹ ਜਿਹੜੀ ਗੱਲ ਤੇ ਉਹ ਸੱਚਾਈ ਬਹੁਤ ਭਾਰੀ ਆ। ਉਹ ਖਾਲਸੇ ਦੀ ਸਿਰਜਣ ਨਾਲ ਜੁੜੀ ਆ, ਰੂਹ ਨਾਲ ਜੁੜੀ ਹੋਈ ਆ। ਇਹ ਹਿਸਟਰੀ ਖਾਲਸੇ ਦੀ ਰੂਹ ਨਾਲ ਆ। ਜੋ ਅਸੀਂ ਐਕਟ ਕੀਤਾ, ਜਿੱਦਾਂ ਅਸੀਂ ਬਿਹੇਵ ਕੀਤਾ, ਉੱਥੋਂ ਕੀਤਾ ਹੈ। ਉਹ ਅਸੀਂ ਆਪਣੇ ਦਿਮਾਗ ਨਾਲ ਜਾਂ ਪੜ੍ਹਾਈ ਲਿਖਾਈ ਨਾਲ ਨਹੀਂ ਦੱਸ ਸਕਦੇ। ਉਹ ਮੈਨੂੰ ਹਾਲੇ ਵੀ ਲੱਗਦਾ ਕਿ ਮੇਰੇ ਤੋਂ ਉਹ ਦੱਸਿਆ ਨਹੀਂ ਜਾ ਰਿਹਾ। ਅਤੇ ਜੇ ਗੁਰੂ ਬਖਸ਼ਿਸ਼ ਕਰੂਗਾ ਤਾਂ ਹੋਰ ਇਹਦੀ ਬਾਤ ਪਾਵਾਂਗੇ ਅਤੇ ਕਰਾਂਗੇ ਹੋਰ ਗੱਲ।